PDF गलत ओपन हो गया। हाँ जी जी, एक मिनट स्टार्ट कर दिए जरा। मॉर्निंग आप 1 तो लेके 49 तक सम कर लेते सी, ਹੁਣ ਆਪਾਂ ਉਸ ਤੋਂ ਅੱਗੇ ਕਰਾਂਗੇ। ਉਹ ਫਸਟ ਵੀਡੀਓ ਦੇ ਵਿੱਚ ਆਪਣੇ ਕੋਲੇ ਪਾਏ ਹੋਏ ਆ। ठीक है जी, सारे में शो होने लग पई। आई होप स्क्रीन सारे में शो होने लग पई होगी। चलो जी, आप स्टार्ट करते हैं 49 तो। हाँ जी, ये सम हो गया सी अपना मॉर्निंग। हाँ जी, इस तो स्टार्ट करना जी। हाँ जी हाँ जी, सम देख लो शो हो गया जी। फिर मैं स्टार्ट करदा क्योंकि मैंने दूसरे नाल दे फोन ते दिखाई नहीं दे रहा बई सम हाँ जी सर, हो गया शो। ओके, ਤੁਸੀਂ ਦੋ ਮੈਥਡ ਦੇ ਨਾਲ ਸਮ ਕਰ ਸਕਦੇ ਹੋ। ਮੈਂ ਦੋਨੋਂ ਮੈਥਡ ਦੇ ਨਾਲ ਹੀ ਮੈਂ ਇਹਨੂੰ ਕਰਵਾ ਦਾਂਗਾ। ਪਹਿਲਾਂ ਕੀ ਬੋਲਦਾ ਆਪਾਂ ਦੇਖੋ, A and A2 are two arithmetic mean between A and B। ਲਓ ਜੀ, ਇੱਕ ਤਾਂ ਫਾਰਮੂਲਾ ਆਪਣੇ ਕੋਲ ਇਹ ਹੈਗਾ, ਜਿੰਨੇ ਅਰ ਹੋਣ, ਇਹ 2 ਸੀਗਾ A plus A2 ਕਿਹਦੇ ਬਰਾਬਰ ਹੋਏਗਾ 2 ਆ। ਤਾਂ ਆਪਾਂ ਅਗਰ ਸਪੋਜ਼ ਕਰੋ n ਆ ਤਾਂ n ਨਾਲ ਮਲਟੀਪਲਾਈ ਕਰ ਦੇਣਾ। ਹੁਣ 2 ਸੀ ਤਾਂ 2 ਦੇ ਨਾਲ ਮਲਟੀਪਲਾਈ ਕਰ ਦਿਓ। ਅਰਥਮੈਟਿਕ ਮੀਨ ਕਿਹਦੇ ਵਿਚਕਾਰ ਸੀ A ਤੇ B ਦੇ ਵਿੱਚ ਜੀ। ਕੱਟ ਕੇ ਕਿੰਨੀ ਵੈਲਿਊ ਆ ਗਈ ਤੁਹਾਡੇ ਕੋਲੇ ਜਸਟ A plus B। ਜਿਓਮੈਟ੍ਰਿਕ ਮੀਨ ਕਿਹਦੇ ਬਰਾਬਰ ਹੁੰਦਾ ਉਹਨਾਂ ਦੀ ਡਾਟ। ਜਿਓਮੈਟ੍ਰਿਕ ਮੀਨ ਦੋ ਦੇ ਵਿਚਾਲੇ ਹੁੰਦਾ ਮੇਰੇ ਕੋਲੇ A root B। ਹੁਣ ਜਿੰਨੇ ਜਿਓਮੈਟ੍ਰਿਕ ਮੀਨ ਆਪਸ ਦੇ ਵਿੱਚ ਮਲਟੀਪਲਾਈ ਕਰਾਂਗੇ ਉਨੀ ਉਹਦੀ ਪਾਵਰ ਕਰ ਦੇਣੀ। ਹੁਣ 2 ਸੀ ਤਾਂ ਇਹਦੀ ਪਾਵਰ ਮੈਂ 2 ਕਰ ਦਾਂਗਾ। ਇਹ ਮੇਰੇ ਕੋਲੇ ਬਣ ਜਾਏਗਾ ਰੂਟ ਦਾ ਸਕੁਅਰ ਕੱਟਿਆ ਜਾਏਗਾ AB ਬਣ ਜਾਏਗਾ। ਹੁਣ ਇਹਨਾਂ ਦੋ ਦੀ ਵੈਲਿਊ ਫਿਲ ਕਰਨੀ ਸੀ ਤਾਂ ਫਿਲ ਕਰ ਦਿਓ। ਤੁਹਾਡੇ ਕੋਲੇ ਕੀ ਬਣ ਜਾਣਾ A1 plus A2 ਡਿਵਾਈਡਡ ਬਾਈ G1 G2। ਹਾਂਜੀ, ਇਹਦਾ ਜਿਹੜਾ ਜਰਨਲਾਈਜ਼ ਫਾਰਮੂਲਾ ਉਹ ਜਿਹੜਾ ਆਪਣੇ ਕੋਲੇ ਸੀਕੁਐਂਸ ਵਾਲੇ ਨੋਟਸ ਨੇ ਉਹਦੇ ਵਿੱਚ ਲਿਖਿਆ ਹੋਇਆ, ਇਹ ਬਣ ਜਾਏਗਾ ਤੁਹਾਡੇ ਕੋਲੇ A plus B over AB। ਇਹ ਮੇਰੇ ਕੋਲੇ ਫਸਟ ਮੈਥਡ ਆ। ਸੈਕੰਡ ਮੈਥਡ ਚੈੱਕ ਕਰ ਲਓ ਜੀ। ਅਰਥਮੈਟਿਕ ਮੀਨ ਮੀਨਸ ਕੀ ਆ, ਇਹ ਸਾਰੇ AP ਦੇ ਵਿੱਚ ਹੋਣਗੇ। ਸਪੋਜ਼ ਕਰੋ ਮੈਂ ਇੱਕ A ਨੰਬਰ ਲੈ ਲਿਆ, ਇੱਕ B ਨੰਬਰ ਲੈ ਲਿਆ। ਇਹਨਾਂ ਦੇ ਵਿਚਾਲੇ ਦੋ ਅਰਥਮੈਟਿਕ ਮੀਨ ਯਾਨੀ ਕਿ ਇੱਕ A1 ਲਿਖ ਦਿੱਤਾ, ਇੱਕ A2 ਲਿਖ ਦਿੱਤਾ। ਵੈਸੇ ਤਾਂ ਇਹਨੂੰ ਕਈ ਮੈਥਡ ਦੇ ਨਾਲ ਕਰ ਸਕਦੇ ਆਪਾਂ। ਵੈਲਿਊ ਅਸਿਊਮ ਕਰਕੇ ਵੀ ਆਪਾਂ ਕਰ ਸਕਦੇ ਹਾਂ ਜੀ। ਪਹਿਲੀ ਵੈਲਿਊ ਮੇਰੇ ਕੋਲੇ ਫਸਟ ਟਰਮ ਇਹਨੂੰ ਨਾਮ ਦੇ ਦਿੱਤਾ T1 ਦਾ, ਯਾਨੀ ਕਿ ਮੇਰੇ ਕੋਲ A ਆ ਗਿਆ। T2 ਕੀ ਹੋਏਗਾ ਮੇਰੇ ਕੋਲੇ A plus D। T3 ਕੀ ਹੋਏਗਾ ਮੇਰੇ ਕੋਲੇ A plus 2D ਐਂਡ T4 ਮੇਰੇ ਕੋਲੇ ਕਿੰਨਾ ਹੋ ਜਾਏਗਾ B। ਇਹ ਨੋਟ ਕਰ ਲਓ ਜੀ। ਹੁਣ ਤੁਹਾਨੂੰ ਕੀ ਚਾਹੀਦਾ ਸੀ ਜਸਟ A plus A2 ਤੇ ਤੁਸੀਂ ਦੋਨਾਂ ਨੂੰ ਕੀ ਕਰ ਦਿਓ ਐਡ ਕਰ ਦਿਓ। ਐਡ ਕਰਕੇ ਤੁਹਾਡੇ ਕੋਲ ਕੀ ਬਣ ਜਾਏਗਾ A plus D A plus 2D। ਫਸਟ ਵਾਲਾ A ਮੈਂ ਐਜ਼ ਇਟ ਇਜ਼ ਰਹਿਣ ਦਿੱਤਾ। ਲਾਸਟ ਵਾਲੇ ਤੋਂ ਮੇਰੇ ਕੋਲ ਕੀ ਬਣ ਗਿਆ ਦੇਖੋ A plus 3D। ਫੋਰਥ ਟਰਮ ਕੀ ਹੁੰਦੀ ਹੈ ਮੇਰੇ ਕੋਲੇ A plus 3D ਤਾਂ ਯਾਨੀ ਕਿ ਉਹਦਾ ਵੈਲਿਊ ਕਿੰਨੀ ਹੈ ਮੇਰੇ ਕੋਲੇ B। ਯਾਨੀ ਕਿ ਮੇਰੇ ਕੋਲ ਕੀ ਬਣ ਗਿਆ A plus B। ਸਿਮਿਲਰ ਤੁਸੀਂ GM ਚੈੱਕ ਕਰ ਲਓ। ਇੱਕ ਮੇਰੇ ਕੋਲੇ A ਆ, ਇੱਥੇ ਇੱਕ GM ਇਨਸਰਟ ਕਰਤਾ, ਇੱਕ ਇੱਥੇ ਇਨਸਰਟ ਕਰਤਾ। ਹਾਂਜੀ, ਫਸਟ ਟਰਮ ਮੇਰੇ ਕੋਲ A ਹੀ ਹੁੰਦੀ ਆ, ਸੈਕੰਡ ਟਰਮ ਹੁੰਦੀ ਮੇਰੇ ਕੋਲ AR, ਥਰਡ ਟਰਮ ਹੁੰਦੀ AR ਸਕੁਅਰ, ਫੋਰਥ ਟਰਮ ਹੁੰਦੀ ਮੇਰੇ ਕੋਲ AR ਕਿਊਬ। ਹੁਣ ਤੁਹਾਨੂੰ ਚਾਹੀਦਾ ਸੀ G1 ਤੇ G2। ਲਓ ਜੀ, ਮੈਂ ਇੱਥੇ ਫਿਲ ਕਰ ਦਿੰਦਾ। ਮਲਟੀਪਲਾਈ ਕੀਤਾ ਕੀ ਬਣ ਗਿਆ ਮੇਰੇ ਕੋਲ AR ਸਕੁਅਰ। ਤਾਂ ਇਹ ਮੇਰੇ ਕੋਲ ਕੀ ਬਣ ਜਾਏਗਾ ਦੇਖੋ, ਇੱਕ A ਮੈਂ ਐਜ਼ ਇਟ ਇਜ਼ ਰੱਖ ਲਿਆ, ਇੱਕ ਬਣ ਗਿਆ ਮੇਰੇ ਕੋਲ AR ਕਿਊਬ। AR ਕਿਊਬ ਦੀ ਵੈਲਿਊ ਕਿੰਨੀ ਹੈ ਤੁਹਾਡੇ ਕੋਲ B। ਤਾਂ ਜੇ ਸੋਲਵ ਕਰੋਗੇ ਤੁਹਾਡੇ ਕੋਲ ਕੀ ਬਣ ਜਾਣਾ AB। ਹੁਣ ਦੋਨਾਂ ਦੀ ਵੈਲਿਊ ਫਿਲ ਕਰੋਗੇ ਤਾਂ ਅਗੇਨ ਤੁਹਾਡੇ ਕੋਲ ਫਸਟ ਆਨਸਰ ਆ ਜਾਏਗਾ। ਇਹ ਦੋ ਮੈਥਡ ਸੀ ਆਪਣੇ ਕੋਲ। ਕਰੀਏ ਸਟਾਰਟ ਇਸ ਤੋਂ ਅੱਗੇ। ਹਾਂਜੀ, S ਮੇਰੇ ਕੋਲ ਦਿੱਤਾ ਹੋਇਆ, ਆਪਾਂ ਸਮ ਫਾਈਂਡ ਕਰਨਾ ਇਨਫਾਈਨਾਈਟ ਸੀਰੀਜ਼ ਦਾ। ਤਾਂ ਆਪਾਂ ਕਿੱਦਾਂ ਫਾਈਂਡ ਕਰਦੇ ਹੁੰਦੇ ਸੀ, ਅਗਰ ਆਪਣੇ ਕੋਲੇ ਉੱਪਰ AP ਚ ਹੋਵੇ, ਯਾਨੀ ਕਿ ਦੇਖੋ ਉੱਪਰ ਮੇਰੇ ਕੋਲ AP ਬਣਨੀ ਪਈ ਆ
1 2 3 4 5 एंड सो ऑन। जब दूसरी टर्म देखिए मेरे को की बनेगी 1 1/2 1/2 स्केयर 1/2 क्यूब, ये मेरे को जीपी बन गई। जो दोनों ਨੂੰ मैं चेक करदा मेरे को ਕਿਹੜੀ बन गई अर्थमैटिक ज्योमैट्रिक सीरीज कंबाइंड। तो मेरे को एस एन का फार्मूला की होंदा सी एस इनफिनिटी a/1 - r प्लस d इंटू r 1 - r दा होल स्केयर। तो चेक करके दस दो ਇਹਦਾ आंसर कितना बन रहा है, 4 बनेगा। वैसे तो आप डिस्कस किया होया पहला ऑलरेडी क्लास दे विच, a दी वैल्यू 1 d दी वैल्यू 1 r दी वैल्यू 1/2, सारे ਨੂੰ सॉल्व कर दो जी। 1/1 - 1/2 1 इंटू 1/2 1 - 1/2 ਦਾ ਹੋਲ ਸਕੁਅਰ। हाँ जी, जो सारे ਨੂੰ सॉल्व किया ਤੁਹਾਡੇ ਕੋਲ कितना बन जाना आंसर 2 + 2 = 4, ऑप्शन नंबर बी। ओके जी, नेक्स्ट देखते हैं जी आप। हाँ जी, 1 स्क्वायर -2 स्क्वायर प्लस 3 स्क्वायर -4 स्क्वायर एंड सो ऑन। लास्ट वाली टर्म मेरे को लिखी है 11 स्क्वायर। जो इन्हों ज्यादा तुम दो मैथड ने अलग अलग सम सॉल्व कर लो तो एडा वड्डा सम नहीं बनेगा। जे तुम नहीं सॉल्व करना तो मैं दो मैथड्स ने, एक तो मैं डायरैक्ट फार्मूला भी लिखा दिना आ, तो एक मैं की कर दिना इहदा वैसे सॉल्व कर देखो। मैं ऑड वाली टर्म्स अलग कर लिया 1 स्क्वायर 3 स्क्वायर 5 स्क्वायर 7 स्क्वायर 9 स्क्वायर प्लस 11 स्क्वायर फार्मूले तो बजना था। दूसरे च मैं की कर लिया 2 बाहर कढ़ लिया सारे नैगेटिव का 2 स्क्वायर, अंदर मेरे को की बन गया 1 स्क्वायर 2 स्क्वायर 3 स्क्वायर 4 स्क्वायर ते 5 स्क्वायर बनेगा। ठीक है, तो ਇਹਦਾ सम कर दो, उधरों ਇਹਦਾ सम कर दो, 2 ਨਾਲ ਮਲਟੀਪਲਾਈ ਕਰਕੇ ਹੁਣ 2 ਸਕੁਅਰ ਬਾਹਰ ਕੱਢਿਆ ਤਾਂ ਤੁਹਾਡੇ ਕੋਲੇ ਓਵਰਆਲ ਆਨਸਰ ਕੀ ਆ ਜਾਏਗਾ 66 ਆ ਜਾਏਗਾ ਜਦੋਂ ਇਹਨਾਂ ਦੋਨੋਂ ਸੋਲਵ ਕਰੋਗੇ। ਤਾਂ ਜਿਵੇਂ 1 + 9 + 25 + 49, ठीक है, ये आप कैलकुलेशन कर सकते हैं, कोई एडी तगड़ी कैलकुलेशन है नहीं। 4 इंटू सम ऑफ फर्स्ट 5 नैचुरल नंबर का स्केयर, तो फार्मूला लगाना फार्मूला लगा दो, नहीं तो तुम इन्हू जस्ट इस तरह ही सॉल्व कर सकते हो। ठीक है, एक मैथड का ये हो गया, जो इन्हू ओवरऑल सॉल्व करोगे तो 66 आ जाएगा। और तुम ध्यान ना देखो मैथड नंबर 2 फार्मूला बेस्ड। अगर थोड़े को जस्ट ओनली ऑड टर्म्स हो, ठीक है, ऑड इतने मेरे को n स्क्वायर हो, तो फिर थोड़े को सम का फार्मूला की होगा, नोट कर लो। n इंटू 4n स्क्वायर -1 सारे डिवाइड कर देना 3 दे नाल। ठीक है, अगर सारे इधर नहीं आप नीचे लिख देना, चलो जी डिवाइडेड बाय 3। अगर मेरे को ईवन नंबर हो ओनली 2 स्क्वायर 4 स्क्वायर 6 स्क्वायर एंड सो ऑन, लास्ट वाली टर्म कोई n स्क्वायर है, ਉਹਦਾ फार्मूला ਕੀ होगा मेरे को 2m n + 1 2n + 1 डिवाइडेड बाय 3। तो मैं n किवें फाइंड करना, जो ਤੁਹਾਡੇ ਕੋਲੇ लास्ट वाला डिजिट होएगा, n की वैल्यू किवें फाइंड करनी है, मैं लास्ट डिजिट जोड़ा भी इत्थे n का बनता होया लास्ट डिवाइडेड बाय 2 ਤੁਹਾਡੇ ਕੋਲੇ n बन जाएगा। इधर मैं n किवें फाइंड करनी है, लास्ट दे विच एक ऐड कर देना डिवाइडेड बाय 2 ਤੁਹਾਡੇ ਕੋਲੇ कितना बन जाएगा n की वैल्यू आ जाएगी। देखो हुण जिवें इहदे च की है मेरे कोले लास्ट ते कितना नंबर आ 11, तो मैं की करूँगा 11 + 1 डिवाइडेड बाय 2 6, मतलब मैं n की वैल्यू कितनी लेनी है 6। तो ये जो आप चेक करा 2 4 6 इतने 10 आएगा, 10 आ जाएगा, इतने 10 फिल करा 10/2 इतने मेरे को 5 आ जाएगा। तो ये फिल करोगे अगेन आंसर थोड़ा कितना आ जाएगा 66। दोनों के जो मर्जी मैथड अप्लाई कर। क्लीयर है? हाँ जी, नैक्सट देख लो जी 53rd की बनता पाया, तुम देखो सीरीज बनती पई एक
ਜਿਹਦੀ ਫਸਟ ਟਰਮ ਮੇਰੇ ਕੋਲੇ ਕਿੰਨੀ ਆ 1, ਰੇਸ਼ੋ ਕਿੰਨੀ ਆ ਮੇਰੇ ਕੋਲੇ 3/x। ਤਾਂ ਸਮ ਕਿਵੇਂ ਫਾਈਂਡ ਕਰਾਂਗੇ ਆਪਾਂ a upon 1 minus r। ਤਾਂ ਫਿਲ ਕਰਦੇ ਹੋ ਤੁਸੀਂ 1/1 minus 3 divided by x। ਤਾਂ ਜਦੋਂ ਇਹਨੂੰ ਫੋਲੋ ਕਰਾਂਗੇ x ਉੱਪਰ ਚਲਾ ਗਿਆ, ਮੇਰੇ ਕੋਲ ਕੀ ਰਹਿ ਗਿਆ ਮਾਈਨਸ x3। ਤਾਂ ਦੇਖੋ ਮੇਰੇ ਕੋਲ x ਕੀ ਆ ਗ੍ਰੇਟਰ ਦੈਨ 0 ਆ, ਤਾਂ ਇਹ ਸਾਰਾ ਮੇਰੇ ਕੋਲ ਫਿਰ 0 ਹੋ ਜਾਏਗਾ। ਠੀਕ ਹੈ ਜੀ, ਤਾਂ ਫਿਰ ਮੇਰੇ ਕੋਲ ਡਿਨੋਮੀਨੇਟਰ ਵੀ ਗ੍ਰੇਟਰ ਦੈਨ 0 ਹੋਏਗਾ ਨਾ, ਤਾਂ ਫਿਰ ਮੇਰੇ ਕੋਲ ਕੀ ਬਣ ਗਿਆ x - 3 ਗ੍ਰੇਟਰ ਦੈਨ 0। ਤਾਂ ਫਿਰ ਮੇਰੇ ਕੋਲ x ਦੀ ਵੈਲਿਊ ਕੀ ਆ ਗਈ ਗ੍ਰੇਟਰ ਦੈਨ 3 ਆ ਗਿਆ। ਤਾਂ ਮੇਰੇ ਕੋਲ ਆਨਸਰ ਕਿਹੜਾ ਬਣ ਗਿਆ B ਬਣ ਗਿਆ। ਹਾਂਜੀ ਨੈਕਸਟ ਚੈੱਕ ਕਰਦੇ ਹਾਂ ਜੀ ਆਪਾਂ। ਵੈਸੇ ਤਾਂ ਇਹ ਕੁਐਸਚਨ ਆਪਣੇ ਕੋਲੇ ਕੀ ਆ, ਜਿਹੜੇ ਮੈਂ ਤੁਹਾਨੂੰ ਕਲਾਸ ਦੇ ਵਿੱਚ ਸਮ ਸੋਲਵ ਕਰਾਇਆ ਸੀ, ਇਹਦੀਆਂ 4 ਹੀ ਆਪਸ਼ਨ ਗਲਤ ਬਣਦੀਆਂ ਪਈਆਂ। ਮੇਰੇ ਕੋਲੇ 1 ਆ ਜੇ, ਠੀਕ ਆ, ਅਗਰ ਮੇਰੇ ਕੋਲੇ 1 ਕਿਸੇ ਵੀ ਇੰਟਰਵਲ ਦੇ ਵਿੱਚ ਦਿਖ ਜੇ ਤਾਂ ਉਹ ਯੂਨੀਫਾਰਮ ਕਨਵਰਜੈਂਸ ਨਹੀਂ ਹੁੰਦਾ, ਇਹ ਵਾਲਾ ਆਪਾਂ ਕਰਿਆ ਹੋਇਆ ਸੀਗਾ। ਠੀਕ ਹੈ ਜੀ, ਯਾਦ ਆ ਗਿਆ ਜੀ ਜੇ ਕਿਸੇ ਨੇ ਰੀਅਲ ਐਨਾਲਿਸਿਸ ਵਾਲੀ ਵੀਡੀਓ ਦੇਖੀ ਆ ਤਾਂ। ਹਾਂਜੀ ਸਰ। ਕਲੀਅਰ ਆ ਜੀ? ਹਾਂਜੀ ਸਰ। ਹਾਂਜੀ ਰੋਂਗ ਕੁਐਸਚਨ ਹੈ ਜੀ ਇਹ, ਕਿਉਂਕਿ ਹਾਲੇ ਰਿਵਾਈ ਆਈਆਂ ਨਹੀਂ ਇਹਦੀਆਂ। ਅਗਰ ਇੱਥੇ ਤੁਹਾਡੇ ਕੋਲੇ 0 ਕੋਈ ਵੀ k ਹੁੰਦਾ, k ਦੀ ਵੈਲਿਊ ਲੈਸ ਦੈਨ 1 ਹੁੰਦੀ ਤਾਂ ਇਹ ਯੂਨੀਫਾਰਮ ਕਨਵਰਜੈਂਸ ਹੁੰਦਾ ਹੈ। ਆਪਾਂ ਲਿਖਿਆ ਵੀ ਹੋਇਆ ਕਿਉਂ, ਸੋਲਵ ਵੀ ਕਰਕੇ ਦੇਖਿਆ ਸੀਗਾ। ਕਲੀਅਰ ਹੈ ਜੀ, ਹੁਣ ਜ਼ਿਆਦਾ ਇੱਥੇ ਟਾਈਮ ਨਹੀਂ ਵੇਸਟ ਕਰਦੇ। ਮੀਨ ਕੀ ਆ, ਜਿਹੜੇ ਵੀ ਇੰਟਰਵਲ ਦੇ ਵਿੱਚ ਤੁਹਾਡੇ 1 ਆ ਜੇ ਉੱਥੇ ਕਨਵਰਜੈਂਸ ਨਹੀਂ ਹੋਏ ਨੇ, ਮਤਲਬ 1 ਦਿਖ ਵੀ ਜਾਵੇ ਕਿਤੇ ਵੀ। ਹੁਣ ਇਹਦੇ ਚ ਵੀ ਦੇਖੋ ਮੇਰੇ ਕੋਲ 1 ਦੇ ਦਰਸ਼ਨ ਹੋ ਗਏ ਸੀਗੇ, ਇਹਦੇ ਚ ਵੀ 1 ਹੈਗਾ, ਇਹਦੇ ਚ ਵੀ 1 ਹੈਗਾ, ਇਹਦੇ ਚ 1 ਹੈਗਾ, ਤਾਂ ਕਿਤੇ ਵੀ ਆਪਣੇ ਕੋਲ ਇਹ ਯੂਨੀਫਾਰਮ ਕਨਵਰਜੈਂਸ ਹੈ ਨਹੀਂ। ਹਾਂਜੀ ਨੈਕਸਟ ਦੇਖਦੇ ਜੀ। ਹਾਂਜੀ ਰਿਪੀਟਡ ਕੁਐਸਚਨ ਕਿਵੇਂ ਆਪਾਂ ਲਿਖਦੇ ਹੁੰਦੇ ਆ। ਹਾਂਜੀ sin nx ਦੋਨੋਂ ਬਾਏ n, ਮੈਨੇ ਮੋਡ ਅਪਲਾਈ ਕਰ ਦਿੱਤਾ, ਇਹ ਕੀ ਬਣ ਜਾਏਗਾ ਮੇਰੇ ਕੋਲੇ ਸਮੇਸ਼ਨ ਲੈਸ ਦੈਨ ਇਕੁਅਲ ਟੂ ਬਣ ਗਿਆ। ਕਿਉਂ sin ਦੀ ਵੈਲਿਊ ਕਿਹਦੇ ਤੋਂ, ਠੀਕ ਹੈ ਮੈਂ ਵੈਸੇ ਸਾਈਡ ਤੇ ਕਰਕੇ ਲਿਖ ਦਿੰਦਾ, ਚਲੋ ਇਹਨੇ ਬਣ ਜਾਣਾ ਮੇਰੇ ਕੋਲੇ 1/np। ਕਿਉਂ sin nx ਜੋ ਮਰਜ਼ੀ ਹੋਵੇ ਇਹਦੀ ਵੈਲਿਊ ਲੈਸ ਦੈਨ ਇਕੁਅਲ ਟੂ 1 ਹੁੰਦੀ ਹੈ। ਉੱਪਰ ਇਹ ਕਦੋਂ ਕਨਵਰਜੈਂਟ ਹੁੰਦਾ, ਜਦੋਂ p ਦੀ ਵੈਲਿਊ ਗ੍ਰੇਟਰ ਦੇ ਵਿੱਚ ਕੀ ਹੈ, ਦੇਖੋ ਆਏ ਮੇਰੇ ਕੋਲੇ ਵੱਡੀ ਸੀਰੀਜ਼ ਆ, ਇਹ ਸਾਰੀ ਵੱਡੀ ਆ ਤੇ ਇਹ ਇਹਦੇ ਅੰਦਰ ਆ ਛੋਟਾ ਜਾਂ ਇਹਦੇ ਬਰਾਬਰ ਹੋਏਗਾ। ਅਗਰ ਕੋਲੇ ਕਨਵਰਜੈਂਟ ਬਣ ਜਾਂਦੀ ਹੈ ਕਿਉਂਕਿ ਉਹਦੇ ਅੰਦਰ ਆ। ਮੇਰੇ ਕੋਲੇ ਕੀ ਬਣ ਗਿਆ p ਦੀ ਵੈਲਿਊ ਗ੍ਰੇਟਰ ਦੈਨ 1 ਵਾਸਤੇ ਕੀ ਇਹ ਕਨਵਰਜੈਂਟ ਆ। ਓਕੇ ਜੀ ਨੈਕਸਟ ਦੇਖਦੇ ਹਾਂ। ਹਾਂਜੀ ਦੇਖੋ ਕੁਝ ਵੀ ਨਹੀਂ ਸੀ ਕਰਨਾ, ਇਦਾਂ ਦੇ ਕੁਐਸਚਨ ਤੁਹਾਨੂੰ ਫ੍ਰੀ ਦੇ ਮਾਰਕਸ ਹੁੰਦੇ ਆ। ਪਹਿਲਾਂ ਕੀ ਕਹਿੰਦਾ ਆਪਣੇ ਕੋਲ ਲੌਗ ਦਿੱਤਾ ਹੋਇਆ ਰੀਅਲ ਦੇ ਵਿੱਚ ਆਪਣੇ ਕੋਲੇ, ਠੀਕ ਹੈ ਜੀ, x ਰੀਅਲ ਦੇ ਵਿੱਚ, ਇਹਦੀ ਐਕਸਪੈਕਟ ਹੋਈ ਅਗਲੀ ਸਾਈਡ ਤੇ। ਲਓ ਜੀ ਹੁਣ ਜਦੋਂ ਵੀ ਤੁਸੀਂ x ਦੀ ਵੈਲਿਊ ਇਹਦੇ ਅੰਦਰ ਨੈਗੇਟਿਵ ਬਣ ਗਿਆ ਤਾਂ ਪ੍ਰੋਬਲਮ ਕ੍ਰੀਏਟ ਹੋ ਜਾਏਗੀ, ਕਿਉਂਕਿ ਨੈਗੇਟਿਵ ਡਿਫਾਈਨ ਨਹੀਂ ਹੁੰਦਾ ਤਾਂ ਕਦੇ ਵੀ 0 ਤੋਂ ਛੋਟੀ ਨਹੀਂ ਹੋਣੀ ਚਾਹੀਦੀ। ਤਾਂ ਮੇਰੇ ਕੋਲ ਇੱਥੇ x ਦੀ ਵੈਲਿਊ ਤੋਂ ਛੋਟੀ -1 ਨਹੀਂ ਹੋਣੀ ਚਾਹੀਦੀ, ਠੀਕ ਹੈ ਜੀ। x ਦੀ ਵੈਲਿਊ -1 ਤੋਂ ਕਦੇ ਵੀ ਛੋਟੀ ਨਹੀਂ ਹੋਣੀ ਚਾਹੀਦੀ। ਮੋਰ ਓਵਰ ਤੁਸੀਂ ਦੇਖੋ x ਦੀ ਵੈਲਿਊ ਜੇ ਤੁਸੀਂ ਇਹਦੇ ਚ ਕੀ ਫਿਲ ਕਰਦੇ ਹੋ, ਇਹਦੇ ਚ ਦੇਖੋ log 0 ਤੇ log 0 ਕਿੰਨਾ ਹੋ ਜਾਂਦਾ, x ਦੀ ਵੈਲਿਊ ਤੁਸੀਂ ਅਗਰ -1 ਫਿਲ ਕਰਦੇ ਹੋ ਤਾਂ log 0 ਬਣ ਜਾਂਦਾ। log 0 ਮਤਲਬ not defined, ਮਤਲਬ ਉਹ ਸਾਰੀਆਂ ਵੈਲਿਊਜ਼ ਕੱਟੀਆਂ ਜਾਣਗੀਆਂ ਜਿਹਦੇ ਵਿੱਚ ਤੁਹਾਡੇ ਕੋਲੇ 1 ਇਨਵੋਲਵ ਹੁੰਦਾ। ਦੇਖੋ ਇਹਦੇ ਚ ਵੀ 1 ਹੈਗਾ ਨੈਗੇਟਿਵ ਦਾ, ਸੈਕੰਡ ਆਪਸ਼ਨ ਚ ਵੀ 1 ਹੈਗਾ ਨੈਗੇਟਿਵ ਦਾ, ਥਰਡ ਫਸਟ ਰੀਅਲ ਕਿਹਾ ਤਾਂ ਨੈਗੇਟਿਵ ਦਾ 1 ਹੈਗਾ। ਤਾਂ ਫਸਟ ਮੇਰੇ ਕੋਲ ਕਿਹੜੀ ਆਪਸ਼ਨ ਬਚੀ, ਜਸਟ ਸੀ ਆਪਸ਼ਨ। ਕੁਝ ਕੁਐਸਚਨ ਤੇ ਆਪਾਂ ਸਿਰਫ ਲੌਜੀਕ ਲਗਾਉਣੇ ਆ ਜੀ। ਲੋ ਜੀ ਹੁਣ e ਰੇਜ਼ ਟੂ ਪਾਵਰ x, ਹੁਣ ਜੋ ਮਰਜ਼ੀ ਤੁਸੀਂ ਕਰਦੇ ਰਹੋ ਇਹਨੂੰ ਕੋਈ ਫਰਕ ਨਹੀਂ ਪੈਣਾ, ਇਹ ਵੈਲਿਊਸ ਵਾਸਤੇ ਹੀ ਡਿਫਾਈਨਡ ਆ।
ठीक है जी। ई रेस्ट हर एक वैल्यू वास्ते डिफाइन आ, क्योंकि किते इस सिंगुलैरिटी ने मतलब ये पॉइंट नहीं गा जिथे इन्हू परेशानी होवे, सारियां वैल्यू वास्ते डिफाइन आ। डिफाइंड फॉर ऑल एक्स। पहले ਦੇ ਵਿੱਚ ਕੀ ਸੀ, ਜਿੱਥੇ ਜਿੱਥੇ ਪ੍ਰੋਬਲਮ ਸੀ ਉਹ ਪੁਆਇੰਟ ਆਪਾਂ ਛੱਡ ਦਿੱਤੇ ਸੀ। ਹਾਂਜੀ, ਕੋਐਫੀਸ਼ੀਐਂਟ ਫਾਈਂਡ ਕਰਨਾ ਜੀ, ਬਹੁਤ ਸੌਖਾ ਸਮ ਸੀਗਾ। ਕਾਹਦਾ ਫਾਈਂਡ ਕਰਨਾ, ਮੈਂ x ਕਿਊਬ ਦਾ। ਲਓ ਜੀ, ਪਹਿਲਾਂ ਮੈਂ x ਕਿਊਬ ਫਾਈਂਡ ਤਾਂ ਕਰ ਲਾਂ ਕਿੱਥੇ ਕਿੱਥੇ ਆ ਰਿਹਾ। 1 - 2x + 3x ਸਕੁਅਰ ਡਿਵਾਈਡ ਚਾ e रेस्ट पावर x, ਇਹਨੂੰ ਮੈਂ ਉੱਪਰ ਲੈ ਗਿਆ, ਨੈਗੇਟਿਵ ਦਾ e रेस्ट पावर x ਹੋ ਗਿਆ। ਤੇ ਜਦੋਂ ਮੈਂ ਇਹਨੂੰ ਸੋਲਵ ਕਰੂੰਗਾ ਦੇਖੋ ਕੀ ਬਣ ਜਾਏਗਾ, 1 + 2x + 3x ਸਕੁਅਰ। e रेस्ट पावर x ਦੀ ਐਕਸਪੈਂਸ਼ਨ ਖੋਲ ਦਿੱਤੀ, ਜਿੱਥੇ ਜਿੱਥੇ ਇਹਦੀ ਪਾਵਰ ਆਡ ਹੋਏਗੀ ਉਹਦੇ ਨਾਲ ਨੈਗੇਟਿਵ ਲੱਗਦਾ ਜਾਣਾ, ਫੈਕਟੋਰੀਅਲ। ਠੀਕ ਹੈ ਜੀ, ਇਸ ਤੋਂ ਅੱਗੇ ਮੈਂ ਲਿਖਦਾ ਹੀ ਨਹੀਂ, ਕਿਉਂ? ਕਿਉਂਕਿ ਮੈਨੂੰ ਸਿਰਫ ਕਿਊਬ ਤੱਕ ਪਾਵਰ ਚਾਹੀਦੀ। ਦੇਖੋ ਕਿਊਬ ਕਦੋਂ ਆਏਗਾ, ਜਦੋਂ ਫਸਟ ਵਾਲਾ ਜਾ ਕੇ ਲਾਸਟ ਵਾਲੇ ਨਾਲ ਮਲਟੀਪਲਾਈ ਹੋਇਆ ਤਾਂ ਹੀ ਕਿਊਬ ਬਣੇਗਾ। ਤਾਂ ਯਾਨੀ ਕਿ ਮੇਰੇ ਕੋਲ ਪਹਿਲਾ ਕੋਐਫੀਸ਼ੀਐਂਟ ਦੇ ਵਿੱਚ ਐਲੀਮੈਂਟ ਕਿਹੜਾ ਆ ਗਿਆ, -1/3 ਫੈਕਟੋਰੀਅਲ। ਸੈਕੰਡ ਮੇਰੇ ਕੋਲੇ ਕਿਹਦੇ ਨਾਲ ਮਲਟੀਪਲਾਈ ਕਰਾਂ ਤੇ ਮੇਰੇ ਕੋਲੇ ਇਹਨੇ ਕੀ ਬਣ ਜੇ, ਕਿਊਬ ਬਣ ਜੇ। एक्स स्क्वायर ਨਾਲ ਮਲਟੀਪਲਾਈ ਕਰਨਾ ਪੈਣਾ, ਤਾਂ ਮੇਰੇ ਕੋਲ ਕੀ ਬਣ ਗਿਆ, ਇਧਰ ਬਣਿਆ 2, ਉਹਦੇ ਡਿਨੋਮੀਨੇਟਰ ਦੇ ਵਿੱਚ ਸੀ 2 ਫੈਕਟੋਰੀਅਲ। ਫਿਰ ਲਾਸਟ ਵਾਲੇ ਕੋਲ ਚੱਲਦੇ, ਦੇਖੋ ਮੈਂ ਕਿਹਦੇ ਨਾਲ ਮਲਟੀਪਲਾਈ ਕਰਾਂ ਤੇ ਮੇਰੇ ਕੋਲ ਕੀ ਬਣ ਜੇ, ਇਹ ਕਿਊਬ ਬਣ ਜੇ। ਮੈਨੂੰ ਇਹਦੇ ਨਾਲ ਹੀ ਮਲਟੀਪਲਾਈ ਕਰਨਾ ਪੈਣਾ, ਔਰ ਮੇਰੇ ਕੋਲ ਕੋਈ ਆਪਸ਼ਨ ਨਹੀਂ, ਯਾਨੀ ਕਿ 3 ਬਣ ਗਿਆ। ਹਾਂਜੀ, ਸੋਲਵ ਕਰਕੇ ਦੇਖੋ ਤੁਹਾਡੇ ਕੋਲ ਕਿੰਨਾ ਆਨਸਰ ਆ ਰਿਹਾ। ਹਾਂਜੀ, ਦੱਸ ਸਾਰਿਆਂ ਦਾ ਐਲਸੀਐਮ 6 ਆ ਗਿਆ, -1। ਹੁਣ ਇੱਥੇ ਮੈਂ 6 ਬਣਾਉਣਾ ਹੈ, 2 ਫੈਕਟੋਰੀਅਲ ਮੀਨਸ 2, ਤਾਂ 3 ਨਾਲ ਮਲਟੀਪਲਾਈ ਕਰਨਾ ਪੈਣਾ, ਉੱਪਰ 6 ਬਣ ਗਿਆ। ਇੱਥੇ ਮੈਂ 6 ਹੀ ਬਣਾਉਣਾ ਪੈਣਾ, ਯਾਨੀ ਕਿ -6 ਨਾਲ ਮਲਟੀਪਲਾਈ ਕਰਾਂਗੇ ਤਾਂ -18 ਹੋ ਗਿਆ। ਜੇ ਸੋਲਵ ਕਰਾਂਗੇ -13/6 -13/6। ਕਲੀਅਰ ਹੈ ਜੀ? ਹਾਂਜੀ, ਨੈਕਸਟ ਦੇਖ ਲਓ ਜੀ। ਹਾਂਜੀ, ਇਹਦਾ ਤੁਹਾਡਾ ਫੇਵਰਟ ਹੋਣਾ ਚਾਹੀਦਾ। ਹਾਂਜੀ, ਆਨਸਰ ਦੱਸ ਦਿਓ ਜੀ, ਜਸਟ ਹੁਣ ਟਾਈਮ ਵੇਸਟ ਨਹੀਂ ਕਰਦੇ ਆਪਾਂ ਇੱਥੇ। ਹੈਲੋ, ਹਾਂਜੀ ਆਵਾਜ਼ ਆ ਰਹੀ ਹੈ ਜੀ? ਓਕੇ, ਆਨਸਰ ਦੱਸ ਦਿਓ ਜੀ, ਐਨ ਨੂੰ ਜਸਟ ਵੈਲਿਊ 1 ਫਿਲ ਕਰਕੇ। x + a रेज़्ड टू पावर 1 x - a रेज़्ड टू पावर 1, ਤਾਂ ਓਵਰਆਲ ਕੀ ਬਣ ਗਿਆ ਦੇਖੋ, x + a - x - a। ਕੌਣ ਕੌਣ ਕੱਟਿਆ ਗਿਆ, x ਨਾਲ x ਕੱਟਿਆ ਗਿਆ, ਇੱਥੇ ਪਲੱਸ ਦਾ ਬਣ ਗਿਆ ਜੀ। ਤਾਂ ਮੇਰੇ ਕੋਲ ਕਿੰਨੀਆਂ ਟਰਮ ਰਹਿਣਗੀਆਂ, ਜਸਟ ਇੱਕੋ ਹੀ ਟਰਮ ਰਹੇਗੀ। ਦੇਖੋ ਹੁਣ ਕਿਹਦਾ ਆਨਸਰ ਮੇਰੇ ਕੋਲ 1 ਬਣਦਾ ਪਿਆ, ਜਸਟ ਬੀ ਆਪਸ਼ਨ ਆ। ਜਦੋਂ ਮੈਂ n ਨੂੰ 1 ਫਿਲ ਕਰਦਾ ਤਾਂ ਮੇਰੇ ਕੋਲ ਆਨਸਰ 1 ਬਣਦਾ। ਠੀਕ ਹੈ ਜੀ, ਫਸਟ ਨੇ ਮੇਰੇ ਕੋਲ ਬਣ ਜਾਣਾ ਸੀਗਾ 3/2। ਟਰਮਸ ਕਦੇ ਵੀ 3/2 ਨਹੀਂ ਹੁੰਦੀਆਂ, ਇਹ ਬਣ ਜਾਣਾ ਸੀ 0। ਟਰਮ 0 ਥੋੜੀ ਆਈ ਹੈ, ਇੱਕ ਟਰਮ ਆਈ ਹੈ। ਲਾਸਟ ਵਾਲੀ 1/2 ਵੀ ਕਦੇ ਟਰਮ ਹੋ ਹੀ ਨਹੀਂ ਸਕਦੀ, ਕਾਊਂਟਿੰਗ ਦਾ ਪੁੱਛ ਰਿਹਾ ਆਪਣੇ ਕੋਲ। ਹਾਂਜੀ, ਨੈਕਸਟ ਪਾਸਕਲ ਟ੍ਰਾਇੰਗਲ ਮੈਥਡ। ਹਾਂਜੀ, ਯਾਦ ਹੈ ਜੀ ਪਾਸਕਲ ਟ੍ਰਾਇੰਗਲ ਕਿਹੜੇ ਮੈਥਡ ਕਿੱਥੇ ਕਰੀ ਸੀ ਆਪਾਂ, ਬਾਇਨੋਮੀਅਲ ਚ। ਤਾਂ ਕਿੰਨਾ ਆਨਸਰ ਆਉਂਦਾ ਸੀ ਆਪਣੇ ਕੋਲੇ, 1। ਕੀ ਤੋਂ ਬਾਉਂਡ ਹੁੰਦੀ ਆ, 1 ਤੋਂ। ਠੀਕ ਹੈ ਜੀ, ਨੋਟ ਕਰ ਚੁੱਕੇ ਆਪਾਂ। ਓਕੇ ਜੀ, ਇਹਦਾ ਆਨਸਰ ਕਿਹੜਾ ਮੇਰੇ ਕੋਲ, ਸੀ। ਹਾਂਜੀ, ਮਿਡਲ ਟਰਮ ਫਾਈਂਡ ਕਰਨੀ ਆ, ਇਦਾਂ ਦੇ ਕੁਐਸਚਨ ਤਾਂ ਫਟਾਫਟ ਕਰ ਦਿਓ ਜੀ, ਮੈਂ ਫਿਰ ਵੀ ਕਰ ਰਿਹਾ ਜੀ ਇਹਨੂੰ। ਦੇਖੋ ਮੇਰੇ ਕੋਲ n ਦੀ ਵੈਲਿਊ 10 ਆ, ਤਾਂ ਟੋਟਲ ਟਰਮਸ ਕਿੰਨੀਆਂ ਹੋਊਗਾ, n + 1 ਹੋਊਗਾ ਟੋਟਲ ਟਰਮ, 11। ਤਾਂ ਤੁਹਾਡੇ ਕੋਲ ਕੀ ਬਣੇਗਾ, ਦੇਖ ਲਓ ਕਿੰਨੀ ਟਰਮ, ਫਸਟ ਸੈਕੰਡ ਮਿਡਲ ਵਾਲੀ ਕਿਹੜੀ ਬਣੇਗੀ, 6। ਤਾਂ ਤੁਸੀਂ ਜਸਟ T6 ਫਾਈਂਡ ਕਰਨਾ। ਤਾਂ T6 ਕਿਵੇਂ ਫਾਈਂਡ ਕਰਦੇ ਹੁੰਦੇ ਆਪਾਂ, 10c5 x रेज़्ड टू पावर 5 1/x रेज़्ड टू 5। ਤਾਂ ਸੋਲਵ ਕਰਕੇ ਕੀ ਬਣੇਗਾ ਦੇਖੋ। ਓਕੇ ਜੀ, 1 ਮਿੰਟ ਜੀ, ਇੱਥੇ 1 ਆ ਮੇਰੇ ਕੋਲ ਜੀ। ਠੀਕ ਹੈ ਜੀ, 1 रेज़्ड टू पावर 5, ਕਿਉਂਕਿ x ਨਹੀਂਗਾ ਇੱਥੇ, 1 ਆ। ਤਾਂ ਮੇਰੇ ਕੋਲ ਆਨਸਰ ਆ ਗਿਆ ਸੀ ਆਪਸ਼ਨ। ਹਾਂਜੀ, ਨੈਕਸਟ ਚੈੱਕ ਕਰ ਲਓ ਜੀ। ਹਾਂਜੀ, ਕੀ ਹੁੰਦਾ ਆਪਣੇ ਕੋਲ ਕੋਐਫੀਸ਼ੀਐਂਟ ਦਾ ਮੈਥਡ, ਅਗਰ ਮੇਰੇ ਕੋਲ ax + by रेज़्ड टू पावर n ਹੋਵੇ
ਤਾਂ ਕੀ ਹੁੰਦਾ ਮੇਰੇ ਕੋਲੇ a plus b raised to power n sum of all coefficient ਹੁੰਦਾ ਹੈ। ਹਾਂਜੀ ਕਿੰਨਾ ਆ ਗਿਆ ਜੀ, ਦੋਨਾਂ ਨਾਲ 1 1 ਲੱਗਾ ਹੋਇਆ, 1 plus 1 raised to power 5 ਤਾਂ ਮੇਰੇ ਕੋਲ ਕਿੰਨਾ ਆ ਗਿਆ 2 raised to power 5 ਆਨਸਰ 32। ਹਾਂਜੀ क्लियर है जी, फिर अगे चलिए जी। इंडिपेंडेंट टर्म फाइंड करनी है जी, लास्ट वाला हो गया, दस दो। सर सेव कर दो सारे। हाँ जी मैं सेव कर रहे हैं नाल, वीक सम कर लिए फिर सेव कर देने, फिर भी करके नाल नाल अपडेट करते रहेंगे। ठीक है सर। नेक्स्ट चेक कर लो जी, इंडिपेंडेंट ऑफ एक्स फाइंड करना मतलब जिहदे च मेरे को एक्स ना आवे। लो जी आप लिखांगे 6c आर दी वैल्यू फाइंड करनी होगी, एक्स दी पावर 6 माइनस आर 1 माइनस एक्स स्केयर ए दी पावर आर। तो ओवरऑल सॉल्व करांगे, इन्हें इसी तरह रहने देंगे, इन्हें बन जाना एक्स दी पावर 6 माइनस आर, इन्हें ऊपर चले जाना -2r। पेपर दे विच स्टैप बाय स्टैप नहीं करना, थोड़ा फास्ट कर लियो जी। इंडिपेंडेंट ऑफ एक्स मतलब मेरे को कितने भी एक्स नहीं होनी चाहिए, मतलब इसकी वैल्यू 0 बननी चाहिए, यानी कि 6 माइनस 3r इज इक्वल टू 0। तो आर की वैल्यू मेरे को कितनी आ गई 2, तो आर की वैल्यू 2 फिल कर दो जस्ट, ये आंसर देखो कितना आ रहा है जी 6c2, 6 इंटू 5 2 इंटू 1, आंसर आ गया मेरे को 15 कटिंग करके। हाँ जी नेक्स्ट देख लो जी, कल ये नाल दा सम करिया सी, कल ਜਿਹੜੀ ਆਪਾਂ ਪੀਡੀਐਫ ਸੀ ਉਹਦੇ ਚ ਧੁੰਦਲਾ ਸੀਗਾ, ਅੱਜ ਕਲੀਅਰ ਆ ਜੀ। ਦੇਖੋ 1 plus x raised to power n। ਹਾਂਜੀ ਕੋਐਫੀਸ਼ੀਐਂਟ ਫਾਈਂਡ ਕਰਨਾ ਆਪਾਂ x ਪਾਵਰ r ਦਾ ਤੇ x ਪਾਵਰ n ਮਾਈਨਸ r ਦਾ। ਤਾਂ ਦੇਖੋ ਦੋਨੋਂ ਹੀ ਮੇਰੇ ਕੋਲ ਜਦੋਂ ਆਪਾਂ ਚੈੱਕ ਕਰਾਂਗੇ, ਇਹਨੇ ਬਣ ਜਾਣਾ ਮੇਰੇ ਕੋਲ n c r, ਠੀਕ ਹੈ ਜੀ, ਇਹਨੇ x ਪਾਵਰ r, ਤਾਂ ਇਧਰ ਮੇਰੇ ਕੋਲ ਕੀ ਬਣੇਗਾ n c n ਮਾਈਨਸ r, ਇਹਨੇ ਬਣ ਜਾਣਾ x रेज टू पावर n माइनस r। ਹੁਣ ਦੇਖੋ ਕੋਐਫੀਸ਼ੀਐਂਟ ਦੋਨੋਂ, ਇਹ ਦੋਨੋਂ ਕੋਐਫੀਸ਼ੀਐਂਟ ਆ, ਹੁਣ ਧਿਆਨ ਨਾਲ ਦੇਖਿਆ ਜਾਵੇ ਤਾਂ ਇਹ ਮੇਰੇ ਕੋਲ ਕੀ ਬਣ ਗਏ, ਇੱਕ ਨੂੰ ਮੈਂ a ਦਾ ਨਾਮ ਦੇ ਦਿੱਤਾ, ਇਹਨੂੰ ਦੂਸਰੇ ਨੂੰ ਨਾਮ ਦੇ ਦਿੱਤਾ ਮੈਂ b ਦਾ। ਦੇਖੋ ਹੁਣ ਜਿੰਨੀ ਆਪਾਂ ਸਟਾਰਟਿੰਗ ਤੋਂ ਟਰਮ ਲਈਏ ਉਨੀ ਅਗਰ ਮੈਂ ਬੈਕ ਤੋਂ ਲਵਾਂ ਤਾਂ ਦੋਨੋਂ ਬਰਾਬਰ ਹੁੰਦੇ ਆ, ਯਾਨੀ ਕਿ ਕਲੀਅਰਲੀ a ਇਜ਼ ਇਕੁਅਲ ਟੂ b ਆ ਮੇਰੇ ਕੋਲ। ਬਾਕੀ ਚੈੱਕ ਕਰਨ ਦੀ ਜ਼ਰੂਰਤ ਹੈ, ਜੇ ਕਿਸੇ ਨੇ ਕਰਨਾ ਤਾਂ ਜਿਵੇਂ ਕੱਲ ਹੀ ਮੈਥਡ ਕਰਿਆ ਸੀ ਆਪਾਂ, ਲਾਸਟ ਵਾਲੀ ਵੀਡੀਓ ਚੈੱਕ ਕਰ ਲਿਓ, ਉਹਦੇ ਚ ਆਪਾਂ ਇਹਨੂੰ ਵੈਲਿਊ ਪੁੱਟ ਕਰਕੇ ਵੀ ਕਰਨਾ ਦੱਸਿਆ ਸੀ। ਹਾਂਜੀ ਹੁਣ ਸਮ ਥੋੜੇ ਜਿਹੇ ਆ ਗਏ ਥਿਓਰੈਟੀਕਲ ਸਮ, ਜਿਹੜੇ ਜ਼ਿਆਦਾ ਸੌਖੇ ਹੁੰਦੇ ਆ। ਕਹਿੰਦਾ ਵਿਚ ਆਫ ਦੀ ਫੋਲੋਇੰਗ ਇਜ਼ ਕਰੈਕਟ, ਐਵਰੀ ਬਾਉਂਡਡ ਸੈਟ ਆਫ ਰੀਅਲ ਨੰਬਰ ਹੈਜ਼ ਏ ਲਿਮਿਟ ਪੁਆਇੰਟ। ਕੋਈ ਵੀ ਬਾਉਂਡਡ ਹੋਵੇ ਤਾਂ ਉਹਦਾ ਲਿਮਿਟ ਪੁਆਇੰਟ ਹੁੰਦਾ ਆ, ਹੁੰਦਾ ਜੀ, ਪੋਸੀਬਲ ਹੈਗਾ। मैं फाइनाइट सैट ले लिया 1 2 3 4। हाँ जी जो मैं तुम लिमिट पॉइंट फाइंड करोगे तो कोई भी नहीं आएगा, फर्स्ट ऑप्शन तक कट्टी गई। सैकेंड देख लो जी, एवरी इनफाइनाइट सैट ऑफ रियल नंबर हैज ए लिमिट पॉइंट, एन ले लो रियल नंबर का सबसैट नैचुरल नंबर। हाँ जी थोड़ा नैचुरल नंबर के भी लिमिट पॉइंट कटने सिखाए हुए आ, तो लिमिट पॉइंट किन्ने आउंदे इहदे, कोई भी नहीं आता, 5 आता। सैकेंड ऑप्शन भी गई। थर्ड देखो जी, एवरी सैट ऑफ रियल नंबर हैज ए लिमिट पॉइंट, एवरी सैट की गल करता पाया, उपर थर्ड ऑप्शन नाल ही कैंसल होगी, क्यों मैं एक सैट ले लिया, इसका कोई लिमिट पॉइंट ही नहीं हैगा। थर्ड ने जी सैकेंड ऑप्शन है उस ने मेरा काम खत्म कर दिता। फोर्थ मेरे को 3 ऑप्शन कट्टिया गया तो मेरे को ठीक होएगा। वैसे पढ़ लेने जी, की है मेरे को एवरी बाउंडेड एंड इनफाइनाइट सैट ऑफ रियल नंबर हैज ए लिमिट पॉइंट, केड़ी थ्योरम है जी ये, फोर्थ वेस्टरॉस थ्योरम। हाँ जी वेस्टरॉस थ्योरम, ठीक है। ओके जी नेक्स्ट देखते हैं जी। वैसे तो ਤੁਹਾਨੂੰ ਦੇਖਦਿਆਂ ਸਾਰੀ ਪਤਾ ਲੱਗ ਗਿਆ ਕਿ ਵੀ ਕਿਹੜਾ ਕਰੈਕਟ ਆ। ਐਵਰੀ ਕਲੋਜ਼ ਐਂਡ ਬਾਉਂਡਡ ਸਬਸੈਟ ਆਫ ਰੀਅਲ ਨੰਬਰ ਇਜ਼ ਕੰਪੈਕਟ। ਹਾਂਜੀ ਮੇਰੀ ਆਵਾਜ਼ ਆ ਰਹੀ ਹੈ ਜੀ, ਕਿਉਂਕਿ ਮੇਰੇ ਕੋਲ ਨਾਲ ਦੇ ਫੋਨ ਤੇ ਬਿਲਕੁਲ ਕੁਝ ਨਹੀਂ ਸ਼ੋ ਹੋ ਰਿਹਾ। ਹਾਂਜੀ ਆਵਾਜ਼ ਆ ਰਹੀ ਹੈ ਸਰ ਥੋੜੀ ਲੇਟ ਆਉਂਦੀ ਹੈ ਸਕਰੀਨ। ਓਕੇ ਸਕਰੀਨ ਥੋੜੀ ਲੇਟ ਆਉਂਦੀ ਹੈ, क्योंकि मैंने ਉਹਦੇ ਤੇ ਸਕਰੀਨ ਵੀ ਸ਼ੋ ਨਹੀਂ ਹੋ ਰਹੀ ਨਾਲ ਵਾਲੇ ਫੋਨ ਤੇ। हाँ जी स्क्रीन शो हो रही है ना, कोई प्रॉब्लम तो नहीं?
हाँ जी सर। ਓਕੇ ਜੀ। ਕੀ ਕਹਿ ਰਿਹਾ ਮੇਰੇ ਕੋਲੇ ਕਿਹੜਾ ਕਰੈਕਟ ਆ? ਹੁਣ ਫੋਰਥ ਆਪਸ਼ਨ ਦੇਖੋ ਤੁਸੀਂ ਜਰਾ, ਡਾਇਰੈਕਟ ਕਲੋਜ਼ਡ ਐਂਡ ਬਾਉਂਡਡ ਸਬਸੈਟ ਆਫ ਰੀਅਲ ਨੰਬਰ ਇਜ਼ ਕੰਪੈਕਟ। ਕਿਹੜੀ ਥਿਓਰਮ ਮੇਰੇ ਕੋਲੇ? ਹੈਂਸ ਬੋਰਲ ਥਿਓਰਮ। ਵੈਸੇ ਤਾਂ ਮੇਰੇ ਕੋਲ ਇਹ ਠੀਕ ਹੋ ਗਿਆ, ਪਰ ਆਪਾਂ ਬਾਕੀ ਆਪਸ਼ਨ ਹੁਣ ਆਪਾਂ ਪ੍ਰੈਕਟਿਸ ਕਰ ਰਹੇ ਹਾਂ ਤਾਂ ਕਿ ਆਪਾਂ ਬਾਕੀ ਆਪਸ਼ਨਸ ਨੂੰ ਵੀ ਚੈੱਕ ਕਰਕੇ ਚੱਲੀਏ ਵੀ ਉਹ ਗਲਤ ਕਿੱਦਾਂ ਆ। ਨੈਚੁਰਲ ਨੰਬਰ ਕੰਪੈਕਟ ਆ ਕਹਿੰਦਾ। ਹਾਂਜੀ, ਨੈਚੁਰਲ ਨੰਬਰ ਕੰਪੈਕਟ ਹੁੰਦੇ ਆ। ਕੰਪੈਕਟ ਹੋਣ ਵਾਸਤੇ ਮੈਨੂੰ ਕੀ ਚਾਹੀਦਾ? ਕਲੋਜ਼ ਐਂਡ ਬਾਉਂਡਡ। अनबाउंडेड। ਹਾਂਜੀ, ਕਲੋਜ਼ ਤਾਂ ਹੈਗਾ ਆ ਮੇਰੇ ਕੋਲ ਇਹ, ਬਟ ਅਨਬਾਉਂਡਡ ਆ। ਸੈਕੰਡ ਆਪਸ਼ਨ ਗਈ, ਸੌਰੀ ਫਸਟ ਗਈ। ਸੈਕੰਡ ਦੇਖੋ ਕਿਉਂ ਗਿਆ? ਰੈਸ਼ਨਲ ਨੰਬਰ ਕਹਿੰਦਾ ਕੰਪੈਕਟ ਆ। ਰੈਸ਼ਨਲ ਨੰਬਰ ਤਾਂ ਕਲੋਜ਼ਡ ਹੀ ਨਹੀਂ ਹੁੰਦੇਗੇ, ਇਹ ਤਾਂ ਕਲੋਜ਼ ਵੀ ਨਹੀਂ ਹੈਗਾ ਤੇ ਇਹ ਬਾਉਂਡਡ ਵੀ ਨਹੀਂ ਹੈਗੇ, ਇਹ ਵੀ ਗਿਆ। ਥਰਡ ਆਪਸ਼ਨ ਦੇਖ ਲਓ ਜੀ, ਕਹਿੰਦਾ ਰੀਅਲ ਨੰਬਰ ਮੇਰੇ ਕੋਲੇ ਕੀ ਆ? ਕਲੋਜ਼ਡ ਕੰਪੈਕਟ ਆ। ਦੇਖੋ ਜੀ ਮੇਰੇ ਕੋਲੇ ਕਲੋਜ਼ ਤਾਂ ਹੋਣਗੇ ਬਟ ਨਾਟ ਬਾਉਂਡਡ, ਕਿਉਂਕਿ ਆਪਾਂ ਇਹਨੂੰ ਬਾਉਂਡ ਨਹੀਂ ਕਰ ਸਕਦੇ। ਕਲੀਅਰ ਹੈ ਜੀ? ਓਕੇ ਜੀ, ਨੈਕਸਟ ਹਮ ਦੇਖਦੇ ਹਾਂ ਜੀ। ਕਹਿੰਦਾ ਕੰਟੀਨਿਊਸ ਆ ਮੇਰੇ ਕੋਲ x is equal to 3 ਤੇ ਆਪਾਂ ਲਾਈਨ ਲਗਾਵਾਂਗੇ। x is equal to 3 ਦੀ ਗੱਲ ਕਰਦਾ ਪਿਆ। 3 ਦੇ ਰਾਈਟ ਸਾਈਡ ਤੇ ਮਤਲਬ ਜਦੋਂ 3 ਤੋਂ ਵੱਡੀ ਵੈਲਿਊ ਹੈ ਇਹਦੀ ਵੈਲਿਊ ਹੈ x 3x minus 5। ਲੈਫਟ ਸਾਈਡ ਤੇ ਵੈਲਿਊ ਹੈ ਮੇਰੇ ਕੋਲੇ x plus lambda ਤੇ 3 ਦੇ ਉੱਪਰ ਇਹਦੀ ਵੈਲਿਊ ਮੇਰੇ ਕੋਲੇ ਪੂਰੀ ਕਿੰਨੀ ਆ? 4। ਲਓ ਜੀ, ਇਹ ਮੇਰੇ ਕੋਲੇ fx ਬਣ ਗਿਆ ਜੀ। ਤੇ ਦੋਨੋਂ ਕੰਟੀਨਿਊਸ ਆ। ਆਪਾਂ ਕਿਹਦੀ ਵੈਲਿਊ ਫਾਈਂਡ ਕਰਨੀ ਹੈ? ਲੈਮਡਾ ਦੀ। ਤਾਂ ਤੁਸੀਂ ਲੈਫਟ ਲਿਮਟ ਤੇ ਰਾਈਟ ਲਿਮਟ ਜੇ ਚੈੱਕ ਕਰੋਗੇ ਤਾਂ ਬਰਾਬਰ ਆ ਜਾਏਗੀ ਕਾਦੇ? ਫੰਕਸ਼ਨ ਦੀ ਵੈਲਿਊ ਦੇ। ਤਾਂ ਮੈਂ ਸਿੱਧੀ ਲਿਮਟ ਚੈੱਕ ਕਰ ਦਿੰਦਾ, ਇਸ ਪੁਆਇੰਟ ਤੇ ਚੈੱਕ ਕਰਕੇ ਇਹਨੂੰ ਫੰਕਸ਼ਨ ਦੀ ਵੈਲਿਊ ਦੇ ਬਰਾਬਰ ਰੱਖ ਦੇਣ ਲੱਗਾ ਜੀ। ਲਿਮਟ x ਅਪਰੋਚਸ ਟੂ 3 fx ਕਿਹਦੇ ਬਰਾਬਰ ਹੁੰਦਾ? f of c ਦੇ ਬਰਾਬਰ ਹੁੰਦਾ। f of c ਕਿੰਨਾ ਮੇਰੇ ਕੋਲੇ? 4। ਤਾਂ ਵੈਲਿਊ ਫਿਲ ਕਰ ਦਿਓ। x ਦੀ ਵੈਲਿਊ 3 ਫਿਲ ਕਰਨੀ ਆ। 3 plus lambda is equal to 4। ਤਾਂ lambda ਦਾ ਆਨਸਰ ਕਿੰਨਾ ਆ ਗਿਆ? 1। ਫਸਟ ਆਨਸਰ। ਠੀਕ ਹੈ, ਤੁਸੀਂ ਦੂਸਰੇ ਨਾਲ ਕਰਕੇ ਦੇਖਦੇ, ਇਹਨੂੰ ਇਹਦੇ ਬਰਾਬਰ ਕਰਕੇ ਦੇਖਦੇ ਤਾਂ ਵੀ ਆਨਸਰ ਸੇਮ ਆਉਣਾ ਸੀ, ਕੋਈ ਦਿੱਕਤ ਨਹੀਂ। ਅਗਲਾ ਦੇਖ ਲਓ ਜੀ। ਕਹਿੰਦਾ ਵਿਚ ਵਨ ਆਫ ਦੀ ਫੋਲੋਇੰਗ ਸਟੇਟਮੈਂਟ ਇਜ਼ ਟਰੂ। ਕਿਹੜੀ ਟਰੂ ਆ? ਕਹਿੰਦਾ ਐਵਰੀ ਯੂਨੀਫਾਰਮਲੀ ਕੰਟੀਨਿਊਸ ਫੰਕਸ਼ਨ ਇਜ਼ ਡਿਫਰੈਂਸ਼ੀਏਬਲ। ਐਗਜ਼ਾਮਪਲ ਤੁਹਾਡੇ ਮਾਈਂਡ ਦੇ ਵਿੱਚ ਹੋਣੀ ਚਾਹੀਦੀ ਆ। fx is equal to mod x ਮੇਰੇ ਕੋਲੇ ਕੀ ਆ? ਯੂਨੀਫਾਰਮ ਕਨਵਰਜੈਂਟ ਆ, ਬਟ ਇਹ ਕਲੀਅਰਲੀ ਕੀ ਆ? ਨਾਟ ਡਿਫਰੈਂਸ਼ੀਏਬਲ। ਹੁਣ ਜਿੰਨੀਆਂ ਕਲਾਸ ਦੇ ਵਿੱਚ ਐਗਜ਼ਾਮਪਲਸ ਕਰਵਾਈਆਂ ਸੀ ਸਾਰੀਆਂ ਮਾਈਂਡ ਦੇ ਵਿੱਚ ਹੋਣੀਆਂ ਚਾਹੀਦੀਆਂ ਆਪਣੇ ਕੋਲ। ਸੈਕੰਡ ਦੇਖੋ ਜੀ, ਫਸਟ ਆਪਸ਼ਨ ਗਈ। ਟਰੂ ਤਾਂ ਤੁਹਾਨੂੰ ਦੇਖਦਿਆਂ ਸਾਰੀ ਪਤਾ ਲੱਗ ਗਈ ਹੋਏਗੀ, ਇਹਦੀ 4 ਆ। ਕਿਉਂ? ਐਵਰੀ ਡਿਫਰੈਂਸ਼ੀਏਬਲ ਫੰਕਸ਼ਨ ਵਿਦ ਏ ਬਾਉਂਡਡ ਡੈਰੀਵੇਟਿਵ। ਇੱਕ ਤੁਹਾਨੂੰ ਸਟੇਟਮੈਂਟ ਇਹ ਵੀ ਲਿਖਾਈ ਹੋਈ ਸੀਗੀ, ਉਹ ਮੇਰੇ ਕੋਲੇ ਕੀ ਹੁੰਦਾ? ਉਦੋਂ ਡਿਫਰੈਂਸ਼ੀਏਬਲ ਫੰਕਸ਼ਨ ਬਣ ਜਾਂਦਾ ਜਦੋਂ ਡਿਫਰੈਂਸ਼ੀਏਬਲ ਵੀ ਹੋਵੇ ਤੇ ਬਾਉਂਡਡ ਡੈਰੀਵੇਟਿਵ ਵੀ ਹੋਵੇ। ਤਾਂ ਉਹ ਮੇਰੇ ਕੋਲ ਕੀ ਬਣ ਜਾਂਦਾ? ਯੂਨੀਫਾਰਮ ਕੰਟੀਨਿਊਸ। ਚਲੋ ਫਿਰ ਵੀ ਆਪਾਂ ਸੈਕੰਡ ਚੱਲਦੇ ਹਾਂ ਜੀ। ਐਵਰੀ ਡਿਫਰੈਂਸ਼ੀਏਬਲ ਫੰਕਸ਼ਨ ਇਜ਼ ਯੂਨੀਫਾਰਮਲੀ ਕੰਟੀਨਿਊਸ। ਹਾਂਜੀ, ਹੁੰਦਾ? ਨਹੀਂ ਹੁੰਦਾ। ਕਿਉਂ? ਨਾਲ ਮੈਨੂੰ ਕੀ ਚਾਹੀਦਾ ਹੁੰਦਾ? ਬਾਉਂਡਡਨੈਸ ਵੀ ਚਾਹੀਦੀ ਹੁੰਦੀ। ਠੀਕ ਹੈ ਜੀ। ਅਗਰ ਮੇਰੇ ਕੋਲ ਅਨਬਾਉਂਡਡ ਮਿਲ ਜੇ ਫਿਰ ਮੇਰੇ ਕੋਲ ਕੀ ਹੋ ਜਾਂਦੀ ਆ? ਪ੍ਰੋਬਲਮ ਕ੍ਰੀਏਟ ਹੋ ਜਾਂਦੀ ਹੈ। ਅੱਗੇ ਦੇਖ ਲਓ ਜੀ। ਐਵਰੀ ਮੋਨੋਟੋਨਿਕਲ ਫੰਕਸ਼ਨ ਇਜ਼ ਯੂਨੀਫਾਰਮਲੀ ਕਨਵਰਜੈਂਟ। ਹੁੰਦਾ ਜੀ? ਇਹ ਵੀ ਨਹੀਂ ਹੁੰਦਾ। ਥਰਡ ਆਪਸ਼ਨ ਵੀ ਮੇਰੇ ਕੋਲ ਕੈਂਸਲ ਹੋ ਗਈ। ਤਾਂ ਮੇਰੇ ਕੋਲ ਲਾਸਟ ਵਾਲੀ ਆਪਸ਼ਨ ਬਚੀ ਜਸਟ। ਠੀਕ ਹੈ ਜੀ, ਡੀ ਆਪਸ਼ਨ। ਲਓ ਜੀ, y is equal to tan ਇਨਵਰਸ। ਆਪਾਂ ਫਾਰਮੂਲਾ ਲਗਾ ਦਿੰਨੇ ਜੀ ਇੱਥੇ ਉੱਪਰ। ਮੈਂ ਡਾਇਰੈਕਟ ਲਗਾ ਦੇਣ ਲੱਗਾ 2 sin x by 2 sin 2 ਇਹਦਾ ਫਾਰਮੂਲਾ ਲਗਾ ਦਿੱਤਾ ਜੀ, cos x by 2 ਡਿਵਾਈਡਡ ਬਾय ਇਹਦੇ ਬਣ ਜਾਣਾ 2 cos ਸਕੁਅਰ x by 2। ਲਓ ਜੀ, cos ਨਾਲ cos ਕੱਟਿਆ ਗਿਆ, 2 ਨਾਲ 2 ਕੱਟਿਆ ਗਿਆ, ਤਾਂ ਤੁਹਾਡੇ ਕੋਲੇ ਕੀ ਰਹਿ ਗਿਆ? tan ਇਨਵਰਸ। ਹਾਂਜੀ, ਬ੍ਰੈਕਟ ਦੇ ਅੰਦਰ tan x by 2। ਦੇਖੋ ਜਦੋਂ ਤੁਹਾਡੇ ਕੋਲ ਇੱਥੋਂ ਡਾਇਰੈਕਟ ਹੀ ਦੇਖ ਗਿਆ, ਤੁਹਾਡੇ ਕੋਲ tan ਬਚ ਗਿਆ, ਜਸਟ x by 2 ਰਹਿ ਗਿਆ, ਤਾਂ ਤੁਸੀਂ ਡਾਇਰੈਕਟ ਡੈਰੀਵੇਟਿਵ ਕਰ ਦੇਣਾ। ਮੈਂ ਤਾਂ ਹੁਣ ਇਹਨੂੰ ਕੰਪਲੀਟ ਕਰ ਦਿੰਦਾ ਇੱਕ ਵਾਰ। ਤਾਂ ਆਨਸਰ ਕਿੰਨਾ ਬਣ ਜਾਏਗਾ? 1/2। ਆਪਸ਼ਨ ਨੰਬਰ ਬੀ। ਠੀਕ ਹੈ, ਪੇਪਰ ਦੇ ਵਿੱਚ ਤੁਸੀਂ ਐਵੇਂ ਸਜਾ ਕੇ ਨਹੀਂ ਕਰਨਾ। ਮੈਂ ਸਾਫ਼-ਸਾਫ਼ ਤਾਂ ਕਰ ਰਿਹਾ ਕਿਉਂਕਿ ਤਾਂ ਕਿ ਤੁਹਾਨੂੰ ਇਹ ਦਿਖ ਜਾਵੇ ਤੇ ਇਹਦੀ ਆਪਣੀ PDF ਸਹੀ ਸੇਵ ਹੋ ਜਾਏ। ਹਾਂਜੀ,
ਕਿਹੜਾ ਮੇਰੇ ਕੋਲ ਇਹ ਫੰਕਸ਼ਨ ਗ੍ਰੇਟੈਸਟ ਇੰਟੀਜਰ ਫੰਕਸ਼ਨ ਆ ਜੀ। ਹਾਂਜੀ ਗ੍ਰਾਫ ਯਾਦ ਆ ਜੀ, ਇਹਦਾ ਆਪਣੇ ਕੋਲ ਸਟੈਪ ਫੰਕਸ਼ਨ ਬਣਦਾ ਹੈ ਆਪਣੇ ਕੋਲ। ਹਾਂਜੀ 0 ਤੋਂ 1 ਤੱਕ ਇਹਦੀ ਵੈਲਿਊ 0, 1 ਤੋਂ ਲੈਸ ਤੱਕ, ਠੀਕ ਹੈ ਜੀ। ਫਿਰ ਇਹਦੀ ਵੈਲਿਊ 1, ਫਿਰ ਉਸ ਤੋਂ ਅੱਗੇ ਇਹਦੀ ਵੈਲਿਊ 2, ਇਧਰ ਇਹਦੀ ਵੈਲਿਊ -1, ਠੀਕ ਹੈ ਜੀ। ਇਧਰੋਂ 2 ਤੇ ਛੱਡ ਦੇਣਾ, ਇਧਰੋਂ ਤੁਸੀਂ ਕਾਹਤੇ ਛੱਡ ਦੇਣਾ 0 ਤੇ ਛੱਡ ਦੇਣਾ, ਠੀਕ ਹੈ ਜੀ। ਇਸ ਤਰ੍ਹਾਂ ਚੱਲਦਾ ਜਾਣਾ ਸਾਰਾ। ਹੁਣ ਦੇਖੋ ਕਿਹੜੇ ਕਿਹੜੇ ਪੁਆਇੰਟ ਤੇ ਇਹ ਨਾਨ ਡਿਫਰੈਂਸ਼ੀਏਬਲ ਸੀਗਾ। ਪਹਿਲਾਂ ਤਾਂ ਕੰਟੀਨਿਊਸ ਚੈੱਕ ਕਰ ਲਓ, ਹਰ ਇੱਕ ਪੁਆਇੰਟ ਤੇ ਕੰਟੀਨਿਊਸ ਨਹੀਂ ਗਾ ਹੈਗਾ। ਕਿਉਂ? ਜਦੋਂ ਤੁਸੀਂ 1 ਤੇ ਚੈੱਕ ਕਰਦੇ ਹੋ ਜਾਂ 2 ਤੇ ਚੈੱਕ ਕਰਦੇ ਹੋ ਨਹੀਂ ਕੰਟੀਨਿਊਸ ਹੁੰਦਾ, ਕਿਉਂਕਿ ਬ੍ਰੇਕ ਪੈ ਰਹੀ ਇਸ ਪੁਆਇੰਟਾਂ ਤੇ ਆਪਣੇ ਕੋਲੇ ਗ੍ਰਾਫ ਦੇ ਵਿੱਚ। ਫਸਟ ਆਪਸ਼ਨ ਕੈਂਸਲ। ਡਿਫਰੈਂਸ਼ੀਏਬਲ ਹਰ ਇੱਕ ਵੈਲਿਊ ਵਾਸਤੇ ਤਾਂ ਹੈ ਨਹੀਂਗਾ, ਕਿਉਂਕਿ ਕੰਟੀਨਿਊਸ ਨਹੀਂ ਹੈਗਾ ਹਰ ਇੱਕ ਵੈਲਿਊ ਵਾਸਤੇ। ਥਰਡ ਕੰਟੀਨਿਊਸ ਨੋਵੇਅਰ, ਕੰਟੀਨਿਊਸ ਹੈਗਾ ਜੀ ਇੰਨੀ ਪੁਆਇੰਟ ਦੇ ਉੱਪਰ ਤਾਂ ਕੰਟੀਨਿਊਸ ਦਾ ਕੋਈ ਪ੍ਰੋਬਲਮ ਨਹੀਂ, ਤਾਂ ਥਰਡ ਆਪਸ਼ਨ ਵੀ ਕੈਂਸਲ ਹੋ ਗਈ। ਫੋਰਥ ਆਪਸ਼ਨ ਮੇਰੇ ਕੋਲ ਕੀ ਬਣਦੀ ਪਈ ਆ, ਕਹਿੰਦਾ ਤੁਸੀਂ ਛੱਡ ਦਿਓ ਕਿਹੜੇ ਪੁਆਇੰਟ, ਇੰਟੀਜਰ ਛੱਡ ਦਿਓ। ਹਾਂਜੀ ਇੰਟੀਜਰ ਛੱਡ ਦਾਂਗੇ ਤਾਂ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ, ਬਾਕੀ ਹਰ ਇੱਕ ਜਗ੍ਹਾ ਤੇ ਇਹ ਡਿਫਰੈਂਸ਼ੀਏਬਲ ਕੰਟੀਨਿਊਸ ਵੀ ਹੈਗਾ ਜੀ। ਕਲੀਅਰ ਹੈ ਜੀ? ਹਾਂਜੀ ਕਲੀਅਰ ਹੈ, ਸਮ ਦੇਖ ਗਿਆ ਜੀ ਤਾਂ ਕਿ ਮੈਂ ਅੱਗੇ ਚੱਲ ਸਕਾਂ। ਹਾਂਜੀ ਸਰ। ਓਕੇ ਜੀ, ਰਿਪਲਾਈ ਕਰਦੇ ਰਿਹਾ ਕਰੋ ਨਾਲ ਤਾਂ ਕਿ ਮੈਨੂੰ ਪਤਾ ਲੱਗਦਾ ਰਹਿੰਦਾ ਵੀ ਆਵਾਜ਼ ਵਗੈਰਾ ਸਹੀ ਜਾਂਦੀ ਹੈ। ਹਾਂਜੀ y = tan ਇਨਵਰਸ cot x ਦਿੱਤਾ ਹੋਇਆ, ਤਾਂ ਬੜਾ ਸੌਖਾ ਇਹਦਾ ਸਮ ਆਪਣੇ ਕੋਲੇ। ਕਿਵੇਂ ਕਰਾਂਗੇ ਆਪਾਂ ਇਹਨੂੰ ਚੇਂਜ ਕਰ ਦਾਂਗੇ ਜਸਟ, ਠੀਕ ਹੈ ਜੀ। ਇਹਨੂੰ ਕਰ ਦਈਏ ਚੇਂਜ tan π/2 - x। ਕਿਉਂ? ਹੁਣ ਜਦੋਂ π/2 ਹੈ ਇਹਨੇ cot ਦੇ ਵਿੱਚ ਵਾਪਸ ਚੇਂਜ ਹੋ ਜਾਣਾ, ਤਾਂ ਦੇਖੋ ਦੋਨੋਂ ਕੱਟੇ ਗਏ। ਹੁਣ ਤੁਸੀਂ ਜਸਟ ਇਹਦਾ ਡੈਰੀਵੇਟਿਵ ਫਾਈਂਡ ਕਰਨਾ, ਤਾਂ ਡੈਰੀਵੇਟਿਵ ਕੀ ਆ ਜਾਏਗਾ ਤੁਹਾਡੇ ਕੋਲੇ? ਰਹਿ ਜਾਣਾ ਸੀ ਇੱਥੋਂ ਜਸਟ y ਦੀ ਵੈਲਿਊ π/2 - x, ਤਾਂ ਤੁਹਾਡੇ ਕੋਲੇ -1 ਰਹਿ ਗਿਆ ਜੀ। ਆਨਸਰ ਤੁਹਾਡੇ ਕੋਲੇ ਕਿਹੜਾ? ਡੀ। ਠੀਕ ਹੈ, ਪੇਪਰ ਦੇ ਕੋਈ ਵੀ ਆਪਾਂ ਪੇਪਰ ਨਹੀਂ ਛੱਡਣਾ, ਜ਼ਿਆਦਾਤਰ ਪੇਪਰ ਦੇ ਨਾਲ ਦੇ ਹੀ ਕੁਐਸਚਨ ਆ ਰਹੇ ਨੇ ਆਪਣੇ ਕੋਲੇ। ਠੀਕ ਹੈ ਜੀ, ਸਕਰੀਨ ਦੇ ਉੱਪਰ ਪੂਰਾ ਸ਼ੋ ਹੋ ਗਿਆ ਜੀ? ਹੁਣ ਹੋਇਆ ਸਰ। ਓਕੇ ਜੀ, ਹੁਣ ਹੋ ਗਿਆ ਸੀ ਨਾ, ਮਤਲਬ ਮੈਂ ਫਿਰ ਥੋੜਾ ਤਾਂ ਹੀ ਸ਼ਾਇਦ ਨੈਟਵਰਕ ਦੇ ਵਿੱਚ ਪ੍ਰੋਬਲਮ ਆ, ਥੋੜਾ ਜਿਹਾ ਸਲੋ ਚੱਲਦਾ ਪਿਆ। ਓਕੇ ਜੀ, ਡੈਰੀਵੇਟਿਵ ਫਾਈਂਡ ਕਰਨਾ ਜੀ। ਡੈਰੀਵੇਟਿਵ ਫਾਈਂਡ ਕਰਨਾ ਤਾਂ ਕੋਈ ਔਖਾ ਕੰਮ ਨਹੀਂਗਾ। ਕੀ ਕਰਨਾ ਆਪਾਂ? dx/dy ਫਾਈਂਡ ਕਰਨਾ। ਆਪਾਂ ਕੀ ਲਿਖ ਦਿੰਦੇ, ਪਹਿਲਾਂ ਇਹਦਾ ਡੈਰੀਵੇਟਿਵ ਫਾਈਂਡ ਕੀਤਾ 1/2√x, x ਦਾ ਬਣ ਜਾਣਾ dx/dy। ਡਿਫਰੈਂਸ਼ੀਏਟ ਕਿਧਰ ਕਿਵੇਂ ਕੀਤਾ ਆਪਾਂ? ਡਿਫਰੈਂਸ਼ੀਏਟ ਵਿਦ ਰਿਸਪੈਕਟ ਟੂ y। ਅਗਲੇ ਬੰਨੇ ਕੀ ਬਣ ਜਾਣਾ? ਪਲੱਸ ਸਾਈਨ 1/2 ਨਾਲ √y। ਹੁਣ y ਦਾ 1 ਬਣ ਜਾਣਾ =0। ਤਾਂ ਸੋਲਵ ਕਰੋਗੇ ਤਾਂ ਤੁਹਾਡੇ ਕੋਲੇ ਕੀ ਬਣ ਜਾਣਾ? ਇਹਨੂੰ ਲੈਫਟ ਰਾਈਟ ਸਾਈਡ ਤੇ ਲੈ ਕੇ 1/2√y, ਆ ਜਿਹੜਾ ਥੱਲੇ ਆ ਇਹਨੂੰ ਉੱਪਰ ਮਲਟੀਪਲਾਈ ਕਰ ਦਿੱਤਾ ਜੀ ਡਿਨੋਮੀਨੇਟਰ ਦੇ ਵਿੱਚ। 2 ਨਾਲ 2 ਕੈਂਸਲ ਹੋ ਗਿਆ। ਹੁਣ ਤੁਸੀਂ ਐਕਚੁਅਲ ਦੇ ਵਿੱਚ ਆਨਸਰ ਕੀ ਬਣ ਗਿਆ ਤੁਹਾਡੇ ਕੋਲ? ਦੇਖੋ dx/dy, ਤੁਹਾਨੂੰ y ਦੀ ਵੈਲਿਊ ਦਿੱਤੀ ਹੋਈ ਆ, ਠੀਕ ਹੈ ਜੀ। y ਦੀ ਵੈਲਿਊ ਦਿੱਤੀ ਹੋਈ ਆ, ਤਾਂ ਫਿਰ ਆਪਾਂ ਕਿਵੇਂ ਕਰਾਂਗੇ? ਹਾਂਜੀ ਇੱਕ ਸੈਕਿੰਡ ਜੀ, ਮੈਨੂੰ ਫੋਨ ਆ ਰਿਹਾ ਕਿਸੇ ਦਾ, ਕਾਊਂਟ ਕਰ ਲਾਂਗੇ। ਹਾਂਜੀ ਹੈਲੋ। ਹਾਂਜੀ ਵਧੀਆ ਮਸਤੀ। ਹਾਂਜੀ 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 ਅੱਛਾ ਜੀ। ਹਾਂਜੀ ਠੀਕ ਹੈ ਜੀ। ਹਾਂਜੀ ਹਾਂਜੀ ਠੀਕ ਹੈ ਜੀ।
ਠੀਕ ਹੈ ਜੀ। ਹਾਂ ਉਹਨੂੰ ਪਤਾ ਹੈ ਸਰ। ਅੱਛਾ ਠੀਕ ਹੈ ਮੈਡਮ। ਹਾਂਜੀ ਠੀਕ ਹੈ ਜੀ। y ਦੀ ਵੈਲਿਊ ਵਿੱਚ 1 ਫਿਲ ਕਰ ਦਿਓ ਤਾਂ ਦੇਖੋ ਕਿੰਨਾ ਆਨਸਰ ਆ ਰਿਹਾ ਜੀ। ਜਦੋਂ y ਦੀ ਵੈਲਿਊ 1 ਫਿਲ ਕਰਾਂਗੇ ਤਾਂ ਤੁਹਾਡੇ ਕੋਲ ਕੀ ਆ ਜਾਣਾ dx/d y 3 - 1/1 ਬਾਹਰ ਨੈਗੇਟਿਵ। -2 ਆ ਰਿਹਾ ਹੈ। ਹਾਂਜੀ -2 ਦਾ ਆਨਸਰ ਹੈ ਹੀ ਨਹੀਂ ਆਪਣੇ ਕੋਲੇ ਵਿੱਚ ਆਪਸ਼ਨ ਦੇ ਵਿੱਚ, ਤਾਂ ਮੇਰੇ ਕੋਲੇ ਕੀ ਆ ਸਾਰੀਆਂ ਆਪਸ਼ਨਸ ਗਲਤ ਨੇ, ਕੁਐਸਚਨ ਰੋਂਗ ਹੈ ਜੀ। ਠੀਕ ਹੈ ਜੀ, ਰੋਂਗ ਕੁਐਸਚਨ, ਯਾਨੀ ਕਿ ਸਾਰਿਆਂ ਨੂੰ ਮਾਰਕਸ ਮਿਲੇ ਹੋਣਗੇ। ਅੱਗੇ ਚੱਲਦੇ ਹਾਂ ਜੀ ਨੈਕਸਟ ਕੁਐਸਚਨ ਤੇ। ਦੋ ਵਾਰ ਡੈਰੀਵੇਟਿਵ ਕਰਨਾ ਜੀ। ਆਈ ਹੋਪ ਇਹਦਾ ਫਟਾਫਟ ਕਰਕੇ ਆਨਸਰ ਦੱਸ ਦਿਓ ਜੀ। y a sin mx b cos mx। ਹਾਂਜੀ ਜਦੋਂ ਡੈਰੀਵੇਟਿਵ ਕੀਤਾ ਤਾਂ ਕੀ ਬਣ ਜਾਣਾ ਤੁਹਾਡੇ ਕੋਲ, ਚੈੱਕ ਕਰ ਲਓ ਜੀ। ਫਸਟ ਟਾਈਮ ਇਹਨੇ ਬਣ ਜਾਣਾ am cos mx ਮਾਈਨਸ b sin mx ਨਾਲ m ਆ ਜਾਏਗਾ ਜੀ। ਫਿਰ ਡੈਰੀਵੇਟਿਵ ਕਰੋਗੇ, ਜਦੋਂ ਡੈਰੀਵੇਟਿਵ ਡਬਲ ਟਾਈਮ ਕਰੋਗੇ ਤਾਂ ਤੁਹਾਡੇ ਕੋਲੇ ਮਾਈਨਸ ਬਾਹਰ ਆ ਜਾਏਗਾ, ਇੱਕ m ਸਕੁਅਰ ਬਾਹਰ ਆ ਜਾਏਗਾ, ਤੇ ਅੰਦਰ ਵੀ ਤੁਹਾਡੇ ਕੋਲੇ ਬਚ ਜਾਏਗਾ a sin mx b cos mx। ਉਹਦੀ ਵੈਲਿਊ ਕਿੰਨੀ ਹੈ ਤੁਹਾਡੇ ਕੋਲੇ y ਦਿੱਤੀ ਹੋਈ ਹੈ ਜੀ, ਤਾਂ ਤੁਹਾਡੇ ਕੋਲੇ ਆਨਸਰ ਕਿਹੜਾ ਬਣ ਗਿਆ d। ਠੀਕ ਹੈ ਜੀ, ਨੋਟ ਕਰ ਲਓ ਜੀ। ਨੈਕਸਟ ਦੇਖਦੇ ਹਾਂ ਜੀ ਆਪਾਂ। ਅਗੇਨ ਡੈਰੀਵੇਟਿਵ ਦਾ ਸਮ ਆ ਜੀ, ਡੈਰੀਵੇਟਿਵ ਕਰਨਾ ਫਟਾਫਟ ਕਰ ਦਿਓ ਜੀ। dy/dx ਕਰ ਦਿੱਤਾ ਮੈਂ ਡਾਇਰੈਕਟ ਹੀ, 1 ਦਾ 0, ਪ੍ਰੋਡਕਟ ਰੂਲ ਲੱਗ ਗਿਆ, x ਦਾ 1 e raised to power y as it is plus x as it is e raised to power y dy/dx। ਹੁਣ dy/dx ਵਾਲੀਆਂ ਟਰਮਸ ਇੱਕ ਸਾਈਡ ਤੇ ਕਰ ਲਓ, ਦੂਸਰੇ ਇੱਕ ਸਾਈਡ ਤੇ। dy/dx ਮੈਂ ਕਾਮਨ ਨਿਕਾਲ ਲਿਆ, ਇਧਰ ਹੈਗਾ 1 ਮਾਈਨਸ x e raised to power y e raised to power y। ਹਾਂਜੀ ਕੀ ਬਣ ਗਿਆ ਤੁਹਾਡੇ ਕੋਲੇ dy/dx e raised to power y 1 minus x e raised to power। ਦੇਖੋ ਮੇਰੇ ਕੋਲ ਕਿਤੇ ਵੀ x ਨਹੀਂ ਮਿਲਦਾ ਪਿਆ, ਤਾਂ ਮੈਂ ਕੀ ਕਰਦਾ ਫਿਰ ਇੱਥੋਂ y is equal to 1 plus x e raised to power y, ਇੱਥੇ ਇਹਦੀ ਵੈਲਿਊ ਫਾਈਂਡ ਕਰ ਦਿੰਦਾ ਮੈਂ। x e raised to power y ਕਿੰਨਾ ਬਣ ਜਾਏਗਾ ਮੇਰੇ ਕੋਲੇ y minus 1। ਤਾਂ ਇੱਥੇ ਫਿਲ ਕਰ ਦਿਓ ਜਰਾ ਜੀ। ਜਦੋਂ ਆਪਾਂ ਫਿਲ ਕੀਤਾ ਮੇਰੇ ਕੋਲ ਕੀ ਬਣ ਗਿਆ, ਮਾਈਨਸ ਬਾਹਰ ਆ y minus 1। ਤਾਂ ਜਦੋਂ ਇਹਨੂੰ ਸੋਲਵ ਕਰੋਗੇ ਤੁਹਾਡੇ ਕੋਲ ਕੀ ਬਣ ਜਾਣਾ e raised to power y 2 minus y। ਆਨਸਰ ਮੇਰਾ A ਬਣ ਗਿਆ ਜੀ। ਹਾਂਜੀ ਨੈਕਸਟ ਚੈੱਕ ਕਰ ਲਓ ਜੀ। ਕਲੀਅਰ ਹੈ ਜੀ ਪਿਛਲਾ। ਠੀਕ ਹੈ ਜੀ, ਲਾਸਟ ਤੇ ਕੁਐਸਚਨ ਕਰਦੇ ਹਾਂ ਜੀ ਇੱਕ ਵਾਰ, ਥੋੜਾ ਲੈਂਥੀ ਆ ਤੇ ਆਪੇ ਬਾਕੀ ਸਾਰਾ ਸੇਵ ਕਰ ਲਾਂਗੇ ਫਿਰ ਲਾਸਟ ਕਰਦਾ। ਹਾਂਜੀ 76 ਕੀ ਬਣੇਗਾ ਤੁਹਾਡੇ ਕੋਲੇ y x raised to power x। ਕੀ ਆਨਸਰ ਬਣਦਾ ਹੁੰਦਾ, ਜਸਟ log ਅਪਲਾਈ ਕਰ ਦਿਓ ਇਹਦੇ ਤੇ, log y x log x। ਤਾਂ ਇੰਟੀਗ੍ਰੇਸ਼ਨ ਇਹਦਾ ਡੈਰੀਵੇਟਿਵ ਕਰ ਦੇਣਾ ਕਾਹਦੇ ਨਾਲ, ਪ੍ਰੋਡਕਟ ਰੂਲ ਦੇ ਨਾਲ। ਤਾਂ ਤੁਹਾਡੇ ਕੋਲੇ ਆਨਸਰ ਕਿਹੜਾ ਬਣੇਗਾ D ਵਾਲਾ ਜੀ। ਇਹਨੇ ਬਣ ਜਾਣਾ y, ਹਾਂਜੀ log ਦਾ ਕੀਤਾ 1/y dy/dx 1 log x प्लस, ठीक है log x इस तरह जी, थोड़ा ऊपर लिखा है ऊपर नहीं का, फिर x एज इट इज 1 और दोनों कट्टे गए dy/dx। ये बन गया मेरे को y 1 प्लस log x। तो y की वैल्यू कितनी है थोड़े को ऊपर फिल कर दो, x रेज़ टू पावर x। कितनी बार ये सम आ चुका है जी डी। हाँ जी नैक्सट चेक कर लो जी, ਕਿਹੜੇ ਤੇ ਆਪਾਂ ਰੋਲਸ ਥਿਓਰਮ ਅਪਲਾਈ ਕਰ ਸਕਦੇ ਹਾਂ। ਹੁਣ ਰੋਲਸ ਥਿਓਰਮ ਮੇਰੇ ਕੋਲੇ ਕੀ ਆ, ਇੰਟਰਵਲ ਦਿੱਤਾ ਹੋਇਆ -1 ਤੋਂ ਲੈ ਕੇ 1 ਤੱਕ, ਉੱਪਰੋਂ ਪਤਾ ਲੱਗ ਗਿਆ ਜੀ। ਹੁਣ ਸਾਰੇ ਦੇਖੋ ਪਹਿਲਾ ਫੰਕਸ਼ਨ ਤਾਂ ਮੇਰੇ ਕੋਲੇ ਕੀ ਆ, ਕੰਟੀਨਿਊਸ ਹੀ ਨਹੀਂ ਹੈਗਾਗਾ। ਆਪਾਂ ਕਾਦੇ ਤੇ ਅਪਲਾਈ ਕਰਦੇ ਹੁੰਦੇ ਆ, ਜਦੋਂ ਮੇਰੇ ਕੋਲੇ fx ਕੀ ਹੋਵੇ, ਪਹਿਲੀ ਆਪਸ਼ਨ ਹੁੰਦੀ ਹੈ ਕੰਟੀਨਿਊਸ। ਠੀਕ ਹੈ ਜੀ,
ਕੰਟੀਨਿਊਸ, ਕਿਉਂਕਿ ਇਹਦੇ ਚ ਇੰਟੈਗਰਲ ਵੈਲਿਊ ਆਂਗਾ, ਹੁਣੇ ਆਪਾਂ ਪੜ੍ਹ ਕੇ ਆਏ ਸੀ ਇੰਟੈਗਰਲ ਵੈਲਿਊਜ਼ ਤੇ ਮੇਰੇ ਕੋਲ ਕੀ ਹੁੰਦਾ ਹੈ ਕੰਟੀਨਿਊਸ ਨਹੀਂ ਹੁੰਦਾ, ਤਾਂ ਫਸਟ ਤਾਂ ਮੈਂ ਵੈਸੇ ਹੀ ਛੱਡ ਦਿੱਤਾ। ਸੈਕੰਡ ਦੇਖ ਲਓ, ਇਹ ਤਿੰਨੋਂ ਮੇਰੇ ਕੋਲੇ ਕੰਟੀਨਿਊਸ ਆ, ਡਿਫਰੈਂਸ਼ੀਏਬਲ ਵੀ ਆ, ਕਿਉਂ? ਕਿਉਂਕਿ ਮੇਰੇ ਕੋਲੇ ਸਾਰੀਆਂ ਕੀ ਆ ਪੋਲੀਨੋਮੀਅਲਸ, ਜਾਂ ਆਪਣੇ ਕੋਲੇ ਕੀ ਆ ਕੁਆਡ੍ਰੇਟਿਕ ਇਕੁਏਸ਼ਨਸ ਕਹਿ ਸਕਦੇ ਆਪਾਂ, ਠੀਕ ਆ। ਪਹਿਲੀ ਮੇਰੇ ਕੋਲੇ ਲੀਨੀਅਰ ਇਕੁਏਸ਼ਨ ਆ, ਸੈਕੰਡ ਮੇਰੇ ਕੋਲੇ क्यूबिक आ, ये मेरे को क्वाड्रेटिक आ। आप जस्ट की चेक करांगे f ऑफ a इज इक्वल टू f ऑफ b, जिहदे च मेरे को ये बराबर आ गया, वो मेरा आंसर होएगा। यानी कि हुण मेरे को a दी वैल्यू -1 आ, b दी वैल्यू 1 आ, तो तुसीं चेक करोगे ओनली d ही इदां दी ऑप्शन आ जिथे मेरे को f ऑफ -1 ते f ऑफ 1 बराबर आ रहे, होर किसी च भी बराबर नहीं आ रहे, क्योंकि x स्क्वायर मेरे को की हुंदा ईवन फंक्शन हुंदा जी, -1 दा स्क्वायर ते 1 दा स्क्वायर बराबर हुंदे हमेशा। आंसर मेरा किहड़ा डी। बाकी दोनों ऑप्शन तुसी चेक करके देख लियो, बराबर नहीं होंगे। मैं सैकंड फिर भी चेक करके दिखा देना, -1 ते 1 आ जाएगा, जेडे मेरे को बराबर नहीं होंगे। हाँ जी, किसी ने ट्राई किया जी ये क्वेश्चन? जे ट्राई किया तो दस दो यार। हाँ जी बोल दो भाई। हाँ जी जुझार सर ट्राई किया क्वेश्चन? सर पेपर जी कढ़िया सी, उस तो बाद नहीं कढ़िया सर। हाँ ओके जी, पेपर च कढ़िया सी, उस तो बाद नहीं कढ़िया सी। क्वेश्चन रॉन्ग आ वैसे तो अपने कोले, ठीक है। रीजन की है रॉन्ग दा, वो भी तुहानू दस देना। एक्चुअल जेड़ा आंसर आंदा पहले तो आपां ओह आंसर कढदे हां, फिर अगे चलदे हां जी। कहना इस तरह मैं उपर नू वर्टिकल थ्रो कीता, किनू? स्टोन नू। अपने को इक्वेशन ऑफ मोशन कितनी दी हुई है? पहले तो ये इक्वेशन ऑफ मोशन गलत दी हुई है अपने को। असल च एक्चुअल इक्वेशन ऑफ मोशन जी होंगी आ ut -1/2 gt स्क्वायर होंदा जी। चलो आप मान लिया भी ये मेरे को करव दे दी, चलो करव कुछ ना कुछ होर भी हो सकती है, कोई वड्डी प्रॉब्लम नहीं अपने को। आप ये अकॉर्डिंग सॉल्व करने की कोशिश करते हैं। ऊपर जाके वेलोसिटी 0 हो जाती है, वेलोसिटी 0 होने का मतलब की है ds/dt इज इक्वल टू 0। तो ये तो मैं सॉल्व करदा, ये बन गया मेरे को ds/dt u, हाँ जी 2gt। तो मैं इथों t की वैल्यू फाइंड कर लांगा, तो जो मैं इज इक्वल टू 0 रखा तो t की वैल्यू आ जाएगी मेरे को u/2g। हुण कहना हाइट कितनी तय की? हाइट तो मैंने आह एस ही दसेगा ना कितनी हाइट है ऊपर तो लैके। एस दे विच इहनूं फिल कर दो जरा, जो मैं एस दे विच फिल किया t की वैल्यू u इंटू u/2g माइनस g एज इट इज, इहदा स्क्वायर कर दो जी। लो जी ये बन जाए मेरे को u स्क्वायर 2g, एक जी ना एक जी, ओके जी पहले आप कर ही दईए जी। ये बन जाना जी u स्क्वायर बाय 4g स्क्वायर, एक जी ना एक जी कटिया गया। हम तुम जो एलसीएम लाओगे तो देखो कितना बन गया 4g, इधर बन जाएगा थोड़े को 2u स्क्वायर माइनस u स्क्वायर। तो ये थोड़े को बनना चाहिए सी u स्क्वायर बाय 4g, ठीक है। अगर तुम इस दे नाल सॉल्व करते हो ये सारा सम एज इट इज, तां थोड़ा आंसर बनेगा सी, ठीक है। तां थोड़ा बनेगा आंसर सी, इथे 1/2 मिसिंग आ, ठीक है, नोट कर लो। हजे एरिया मैरिटोरियस ਦੀਆਂ ਜਿਹੜੀਆਂ ਰਿਵਾਈਜ਼ਡ ਆਨਸਰ ਕੀ ਅਪਡੇਟ ਨਹੀਂ ਹੋਈਆਂ ਗਿਆ, ਜਿਹੜੀਆਂ ਆਨਸਰ ਕੀ ਆ ਉਹਦੇ ਅਕੋਰਡਿੰਗ ਉਹਨਾਂ ਨੇ ਇਹਦੇ ਨਾਲ ਸੋਲਵ ਕਰਕੇ ਲਗਾਇਆ ਹੋਇਆ, ਠੀਕ ਹੈ ਜੀ। ਕਲੀਅਰ? हाँ जी सर ठीक है। ओके जी। हाँ जी की कह रहा मेरे को देखो, कहता एच मेरे को एक फंक्शन आ ਜਿਹੜਾ ਮੇਰੇ ਕੋਲੇ ਕਾਦੇ ਤੋਂ ਬਣਿਆ ਹੋਇਆ fx प्लस f माइनस x ਤੋਂ। कहना मेरे को ਇਹਦਾ एक्सट्रीम पॉइंट फाइंड करना जी। एक्सट्रीम पॉइंट किस तरह फाइंड करांगे देखो जरा, ਇਹਦਾ डेरिवेटिव करांगे फिर इज इक्वल टू 0 करांगे। लो जी मैं डेरिवेटिव कर लगा ਇਹਦਾ, ਇਹ बन जाना h डैश, इधर बन जाएगा f डैश x प्लस f डैश x नाल अंदर माइनस आ, माइनस x का बन जाएगा मेरे को -1। ਹੁਣ ਇਹਨੂੰ इज इक्वल टू 0 फिल करना पएगा, ਤਾਂ ਹੀ मैं स्टेशनरी पॉइंट ਕੱਢ ਸਕਦਾ ਮੀਨਿੰਗ ਜਿੱਥੇ पॉजिटिव टू नेगेटिव ਜਾਂ नेगेटिव टू पॉजिटिव चेंज ਹੁੰਦਾ एक्सट्रीम पॉइंट। लो जी f डैश x माइनस f डैश माइनस x इज इक्वल टू 0। और मेरे को की बन गया f डैश x इज इक्वल टू f डैश माइनस x। तो तुसीं दसो ये दोनों आपस च बराबर कदों हुंदे आ? ਜਦੋਂ मैं किसी फंक्शन दे विच
-x ਫਿਲ ਕਰਦਾ ਤੇ ਉਹ ਮਾਈਨਸ ਉਹਦੇ ਤੇ ਅਫੈਕਟ ਨਾ ਕਰੇ, ਉਦੋਂ ਮੇਰੇ ਕੋਲ ਈਵਨ ਫੰਕਸ਼ਨ ਹੁੰਦਾ ਹੈ। ਜਦੋਂ ਮੇਰੇ ਕੋਲ ਮਾਈਨਸ ਅਫੈਕਟ ਨਾ ਕਰੇ ਮੀਨਸ ਸੇਮ ਫੰਕਸ਼ਨ ਆ ਜੇ, ਤਾਂ ਇੱਥੋਂ ਮੇਰੇ ਕੋਲ ਕੀ ਪਤਾ ਲੱਗ ਗਿਆ, f' ਮੇਰੇ ਕੋਲ ਕੀ ਆ, ਈਵਨ ਫੰਕਸ਼ਨ। ਠੀਕ ਹੈ, ਸਿੰਪਲ ਸੀ ਆ ਕੁਐਸਚਨ ਬਿਲਕੁਲ। ਹਾਂਜੀ ਨੈਕਸਟ ਦੇਖ ਲਓ ਜੀ, ਏਰੀਆ ਆਫ ਓਕੇ ਸਾਈਡ ਆਫ ਇਕੁਇਲੇਟਰਲ ਟ੍ਰਾਇੰਗਲ। ਤੇ ਏਰੀਆ ਆਫ ਇਕੁਇਲੇਟਰਲ ਟ੍ਰਾਇੰਗਲ ਕੀ ਹੁੰਦਾ ਮੇਰੇ ਕੋਲੇ, 3/4 ਜਿਹੜੀ ਸਾਈਡ ਆ ਉਹਦਾ ਸਕੁਅਰ, ਸਾਈਡ ਮੇਰੇ ਕੋਲੇ a ਆ p ਆ, ਉਹਦਾ ਸਕੁਅਰ ਬਣ ਗਿਆ। ਚੇਂਜ ਕਰ ਰਿਹਾ ਏਰੀਆ, ਯਾਨੀ ਕਿ dA/dt ਦੀ ਵੈਲਿਊ ਤੁਹਾਨੂੰ ਕਿੰਨੀ ਦਿੱਤੀ ਹੋਈ ਆ, k ਦਿੱਤਾ ਹੋਇਆ, ਠੀਕ ਹੈ, k ਯੂਨਿਟ ਪਰ ਸੈਕਿੰਡ। ਤਾਂ ਤੁਸੀਂ ਰੇਟ ਆਫ ਇਨਕਰੀਜ਼ ਆਫ ਏਰੀਆ ਫਾਈਂਡ ਕਰਨਾ ਜੀ। ਆਪਾਂ ਕਰ ਦਿੰਦੇ ਹਾਂ ਜੀ ਇਹਨੂੰ ਵਿਦ ਰਿਸਪੈਕਟ ਟੂ t ਡੈਰੀਵੇਟਿਵ ਕਰਾਂਗੇ, ਤੁਹਾਡੇ ਕੋਲ ਕੀ ਬਣ ਜਾਣਾ, 3/4 into 2p। ਹੁਣ ਇਹ ਵਿਦ ਰਿਸਪੈਕਟ ਟੂ p ਕਰਨਾ ਸੀ, p ਮੇਰੇ ਕੋਲ ਹੈ ਨਹੀਂ ਸੀਗਾ, ਤਾਂ ਕਰਕੇ ਮੈਨੂੰ ਕੀ ਲਿਖਣਾ ਪਿਆ, dt/dp, ਔਰ ਸੌਰੀ dt/ ਇੱਕ ਮਿੰਟ ਵਿਦ ਰਿਸਪੈਕਟ ਟੂ ਕਾਹਦਾ ਚੇਂਜ ਕਰਦੇ ਆਪਾਂ ਉਹਨੂੰ, ਇਹ ਨਾਲ ਤੁਹਾਡੇ ਕੋਲ ਕੀ ਬਣ ਜਾਣਾ, dp/dt। ਲਓ ਜੀ, ਤਾਂ ਕੀ ਆਂਸਰ ਆ ਗਿਆ ਮੇਰੇ ਕੋਲ, 3/4 2p into p। ਓਕੇ ਸਾਈਡ ਆ ਤਾਂ ਇੱਥੇ ਆਪਾਂ ਸਾਈਡ ਲਿਖ ਦਿੰਦੇ ਹਾਂ, ਆਂਸਰ ਆ ਗਿਆ ਜੀ। ਦੇਖੋ 2 ਨਾਲ 2 ਕੈਂਸਲ ਹੋ ਗਿਆ, 3/2 ਇਹਦੀ ਵੈਲਿਊ ਸੀ k, ਤਾਂ pk ਬਣ ਗਿਆ ਜੀ। ਆਂਸਰ ਮੇਰਾ ਕਿਹੜਾ ਬਣ ਗਿਆ, C। ਠੀਕ ਹੈ ਜੀ, ਚਲਿਏ ਅੱਗੇ। ਹਾਂਜੀ ਨੈਕਸਟ ਦੇਖ ਲਓ ਜੀ, ਆਪਾਂ ਚੈੱਕ ਕਰਨਾ ਕਿਹੜੇ ਇੰਟਰਵਲ ਦੇ ਵਿੱਚ ਡਿਕਰੀਜ਼ਿੰਗ ਹੈ। ਡਿਕਰੀਜ਼ਿੰਗ ਚੈੱਕ ਕਰਨ ਦਾ ਆਪਾਂ ਮਤਲਬ ਕਿ ਆਪਾਂ f' ਚੈੱਕ ਕਰਨਾ ਕਿੱਥੇ ਮੇਰੇ ਕੋਲ ਲੈਸ ਦੈਨ ਇਕੁਅਲ ਟੂ 0। ਠੀਕ ਹੈ ਜੀ, ਆਪਾਂ ਇਹਦਾ ਜਸਟ ਡੈਰੀਵੇਟਿਵ ਕਰਦੇ ਹਾਂ। ਆਪਾਂ f' ਕਿੰਨਾ ਬਣ ਗਿਆ ਮੇਰੇ ਕੋਲ ਜੀ, 6x² 18x + 12, ਇਹੀ ਬਣ ਗਿਆ ਜੀ। ਹੁਣ ਤੁਸੀਂ ਜਸਟ ਕੀ ਕਰੋ, ਪਹਿਲਾਂ ਤਾਂ ਉਹ ਇੰਟਰਵਲ ਲੱਭੋ ਜਿਹਦੇ ਵਿੱਚ ਮੈਂ ਸਭ ਤੋਂ ਸੌਖੀ ਵੈਲਿਊ ਫਿਲ ਕਰ ਸਕਾਂ। ਮੇਰੇ ਕੋਲ ਪਹਿਲੇ ਦੇ ਵਿੱਚ ਵੀ ਦੇਖੋ 0 ਹੈਗਾ, ਸੈਕੰਡ ਦੇ ਵਿੱਚ 0 ਹੈ ਨਹੀਂਗਾ, ਥਰਡ ਦੇ ਵਿੱਚ 0 ਹੈਗਾ, ਫੋਰਥ ਦੇ ਵਿੱਚ 0 ਹੈਗਾ, ਤਾਂ ਮੈਂ 0 ਹੀ ਫਿਲ ਕਰਦਾ, ਮੇਰਾ ਕੰਮ ਖਤਮ ਹੋ ਜਾਣਾ ਜੀ। f' ਕਿੰਨਾ ਬਣ ਗਿਆ ਤੁਹਾਡੇ ਕੋਲ, 12, ਮਤਲਬ ਪੋਜ਼ਿਟਿਵ, ਮਤਲਬ ਜਿਹੜੇ ਇੰਟਰਵਲ ਦੇ ਵਿੱਚ ਤਾਂ 0 ਹੈਗਾ ਉੱਥੇ ਮੇਰੇ ਕੋਲ ਨੈਗੇਟਿਵ ਬਣਦਾ ਹੀ ਨਹੀਂ ਪਿਆਗਾ। ਠੀਕ ਹੈ, ਸਾਰੇ ਪੁਆਇੰਟਸ ਵਾਸਤੇ ਨੈਗੇਟਿਵ ਬਣਨਾ ਚਾਹੀਦਾ। ਮਤਲਬ ਤੁਹਾਡੇ ਕੋਲੇ ਦੇਖੋ ਫਸਟ ਆਪਸ਼ਨ, ਥਰਡ ਆਪਸ਼ਨ ਐਂਡ ਫੋਰਥ ਆਪਸ਼ਨ ਤਿੰਨੋਂ ਹੀ ਕੱਟ ਕਰ ਦਿੱਤੀਆਂ 0 ਨੇ, ਤਾਂ ਤੁਹਾਡੇ ਕੋਲ ਕਿਹੜੀ ਆਪਸ਼ਨ ਰਹਿ ਗਈ, ਓਨਲੀ B ਆਪਸ਼ਨ। ਹੁਣ ਸਾਰਾ ਨਹੀਂ ਸੀ ਸੋਲਵ ਕਰਨਾ ਹੈ, ਡਨ ਹੈ ਜੀ। ਕਲੀਅਰ ਹੈ, ਕਿਸੇ ਨੂੰ ਨਹੀਂ ਪਤਾ ਲੱਗਾ ਦੱਸ ਦਿਓ। ਓਕੇ, ਇਹ ਤਾਂ ਹੁਣ ਤੁਹਾਨੂੰ ਯਾਦ ਕਰ ਹੋ ਗਿਆ ਹੁਣ, ਰੱਟੇ ਵੱਜ ਗਏ ਹੋਣੇ ਆ ਜੀ। ਮੈਕਸਿਮਮ ਵੈਲਿਊ, ਹਾਂਜੀ ਇਹ ਤਾਂ ਹੁਣ ਤੁਹਾਨੂੰ ਸੁੱਤੇ ਪਿਆ ਨੂੰ ਵੀ ਜੇ ਤੁਹਾਨੂੰ ਪੇਪਰ ਦੇ ਵਿੱਚ ਕੁਐਸਚਨ ਆ ਜਾਏ ਤਾਂ ਤੁਸੀਂ ਇਹਨੂੰ ਠੀਕ ਕਰਨ ਦੇ, ਠੀਕ ਹੈ, ਗਲਤੀ ਨਹੀਂ ਹੋਏਗੀ ਕਦੇ। ਹਾਂਜੀ ਹੁਣ ਕੀ ਕਹਿ ਰਿਹਾ, ਕਹਿੰਦਾ ਜੇ ਨਾਰਮਲ ਫਾਈਂਡ, ਥੋੜਾ ਜਿਹਾ ਲੰਬਾ ਕੁਐਸਚਨ ਹੈ ਇਹ ਪਰ ਆਪਾਂ ਕਰਦੇ ਹਾਂ। ਦੇਖੋ ਕਹਿੰਦਾ ਨਾਰਮਲ ਆਫ ਦੀ ਕਰਵ, ਨਾਰਮਲ ਆਪਾਂ ਤਾਂ ਫਾਈਂਡ ਕਰਾਂਗੇ, ਪਹਿਲਾਂ ਮੈਂ ਕੀ ਚੈੱਕ ਕਰ ਲਾਂ, ਇਹਦਾ dy/dx ਮਤਲਬ ਮੇਰੇ ਕੋਲ ਸਲੋਪ ਪਤਾ ਹੋਏਗੀ, ਤਾਂ ਮੈਂ ਸਲੋਪ ਫਾਈਂਡ ਕਰਨ ਲੱਗਾ ਜੀ, dy/dx। ਹਾਂਜੀ ਤੇ ਫਾਈਂਡ ਕਰ ਦਿਓ ਜਰਾ, ਉੱਪਰ ਤੁਹਾਡੇ ਕੋਲੇ ਬਣ ਜਾਣਾ a cos θ, ਕਿਉਂਕਿ ਵਿਦ ਰਿਸਪੈਕਟ ਟੂ y ਉੱਪਰ ਕਰਾਂਗੇ, ਡਿਨੋਮੀਨੇਟਰ ਦੇ ਵਿੱਚ a ਐਜ਼ ਇਟ ਇਜ਼, ਤੇ ਤੁਹਾਡੇ ਕੋਲੇ ਬਣ ਜਾਣਾ -sin θ। ਇਹ ਨਾ ਇਹ ਕੈਂਸਲ ਹੋ ਗਿਆ, ਤਾਂ ਤੁਹਾਡੇ ਕੋਲੇ dy/dx ਕਿੰਨਾ ਬਣ ਗਿਆ, ਹਾਂਜੀ -cos θ ਓਵਰ sin θ। ਕਲੀਅਰ ਹੈ ਜੀ। ਹੁਣ ਇਹ ਤੁਹਾਡੇ ਕੋਲ ਸਲੋਪ ਆਈ ਕਾਦੀ, ਟੈਂਜੈਂਟ ਦੀ, ਤੁਹਾਨੂੰ ਚਾਹੀਦੀ ਹੋਏਗੀ ਸਲੋਪ ਆਫ ਨਾਰਮਲ। ਜੀ ਸਲੋਪ ਆਫ ਨਾਰਮਲ ਕਿਵੇਂ ਫਾਈਂਡ ਕਰਦੇ ਹੁੰਦੇ ਆਪਾਂ, ਇਹਨੂੰ ਉਲਟਾ ਕਰ ਦਿਓ, ਯਾਨੀ ਕਿ -1/dy/dx, ਤਾਂ ਉਹਨੂੰ ਸੋਲਵ ਕਰੋਗੇ ਤਾਂ ਤੁਹਾਡੇ ਕੋਲ ਇਹਨੇ ਬਣ ਜਾਣਾ sin ਓਵਰ cos, ਯਾਨੀ ਕਿ which is equal to tan।
ਤਾਂ ਹੁਣ ਇਕੁਏਸ਼ਨ ਆਫ ਨਾਰਮਲ ਕਿਵੇਂ ਫਾਈਂਡ ਕਰਾਂਗੇ? ਮੇਰੇ ਕੋਲੇ ਪੁਆਇੰਟ ਵੀ ਗਿਵਨ ਆ ਤੇ ਸਲੋਪ ਵੀ ਮਿਲ ਗਈ। ਉਹ ਹੁੰਦੀ ਮੇਰੇ ਕੋਲੇ y ਮਾਈਨਸ ਪੁਆਇੰਟ ਕਿੰਨਾ ਮੇਰੇ ਕੋਲੇ a sin ਥੀਟਾ। ਇੱਧਰ ਮੇਰੇ ਕੋਲੇ ਕੀ ਬਣ ਗਿਆ tan ਥੀਟਾ x ਮਾਈਨਸ ਪੁਆਇੰਟ ਮੇਰਾ ਕਿਹੜਾ a1 ਪਲੱਸ cos ਥੀਟਾ। ਬਸ ਇੰਨਾ ਕੀ ਕਰਨਾ ਸੀ। ਹੁਣ ਮੈਂ ਕੀ ਕਰਨਾ, ਇਹਨੂੰ ਇਹਦੇ ਡਿਨੋਮੀਨੇਟਰ ਦੇ ਵਿੱਚ ਸੈਂਡ ਕਰ ਦੇਣ ਲੱਗਾ ਸੀ। ਮੇਰੇ ਕੋਲ ਕੀ ਬਣੇਗਾ y a sin ਥੀਟਾ ਡਿਨੋਮੀਨੇਟਰ ਦੇ ਵਿੱਚ x ਮਾਈਨਸ a1 ਪਲੱਸ cos ਥੀਟਾ। ਇਹ ਹੋਏਗਾ ਮੇਰੇ ਕੋਲੇ tan ਥੀਟਾ। ਹੁਣ ਮੈਂ ਸਾਰੇ ਪੁਆਇੰਟ ਵਾਰੀ ਫਿਲ ਕਰਕੇ ਦੇਖਣੇ ਆ ਵੀ ਇਹ ਮੇਰੇ ਕੋਲੇ ਲੈਫਟ ਸਾਈਡ ਕੀ ਬਣਦੀ, ਮੇਰੇ ਕੋਲੇ tan ਥੀਟਾ ਬਣਦਾ ਕਿ ਨਹੀਂ। ਲਓ ਜੀ, ਸਭ ਤੋਂ ਪਹਿਲਾ ਪੁਆਇੰਟ ਹੈਗਾ ਮੇਰੇ ਕੋਲੇ 0 0। ਲਓ ਜੀ 0 0 ਫਿਲ ਕੀਤਾ ਮੈਂ, x ਦੀ ਵੈਲਿਊ 0 y ਦੀ ਵੈਲਿਊ 0। ਤਾਂ ਲਓ ਜੀ ਮੇਰੇ ਕੋਲੇ ਬਣ ਜਾਣਾ ਮਾਈਨਸ a sin ਥੀਟਾ ਡਿਨੋਮੀਨੇਟਰ ਦੇ ਵਿੱਚ a1 ਪਲੱਸ cos ਥੀਟਾ। ਰਾਈਟ ਸਾਈਡ ਤੇ tan ਥੀਟਾ ਬਣਨਾ ਚਾਹੀਦਾ ਜੀ। ਦੇਖੋ a ਨਾਲ a ਤਾਂ ਕੈਨਸਲ ਹੋ ਜਾਏਗਾ। ਹੁਣ ਦੇਖੋ ਉੱਪਰ ਤੁਹਾਡੇ ਕੋਲੇ ਸਿੱਧਾ ਤਾਂ tan ਥੀਟਾ ਨਹੀਂ ਬਣੇਗਾ, ਇਹਨੂੰ ਸੋਲਵ ਕਰਕੇ ਬਣਨਾ ਪਏਗਾ। ਤਾਂ ਉਹ ਮੇਰੇ ਕੋਲੇ θ/2 ਦੇ ਵਿੱਚ ਆਨਸਰ ਆ ਰਿਹਾ, ਮਤਲਬ ਫਸਟ ਆਨਸਰ ਹੈ ਨਹੀਂਗਾ। ਠੀਕ ਹੈ, ਫਸਟ ਆਪਸ਼ਨ ਕੈਨਸਲ ਹੋ ਗਈ, ਅੱਗੇ ਸੋਲਵ ਕਰਨ ਦੀ ਜ਼ਰੂਰਤ ਹੀ ਨਹੀਂ। ਬੀ ਆਪਸ਼ਨ ਦੇਖੋ ਕੀ ਫਿਲ ਕਰਨਾ ਤੁਸੀਂ, x ਨੂੰ a y ਨੂੰ 0। y 0 ਫਿਲ ਕੀਤਾ ਤਾਂ ਤੁਹਾਡੇ ਕੋਲੇ ਬਣ ਗਿਆ ਮਾਈਨਸ a sin ਥੀਟਾ ਐਜ਼ ਇਟ ਇਜ਼। ਡਿਨੋਮੀਨੇਟਰ ਦੇ ਵਿੱਚ ਕੀ ਬਣ ਗਿਆ ਤੁਹਾਡੇ ਕੋਲੇ a, ਤਾਂ ਮੈਂ ਕਾਮਨ ਹੀ ਕੱਢ ਲੈਣਾ, ਮੈਂ ਇੱਕ ਸਟੈਪ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਜੀ। ਅੰਦਰ ਰਹਿ ਜਾਣਾ ਤੁਹਾਡੇ ਕੋਲੇ 1 ਮਾਈਨਸ ਇਹ ਬਾਹਰ ਨਿਕਲ ਚੁੱਕਿਆ 1 ਪਲੱਸ cos ਥੀਟਾ। ਇਹਨੂੰ ਚੈੱਕ ਕਰਨਾ tan ਥੀਟਾ ਬਣਦਾ ਹੈ ਕਿ ਨਹੀਂ। ਲਓ ਜੀ a ਨਾਲ a ਕੈਨਸਲ ਹੋ ਗਿਆ, ਤੁਹਾਡੇ ਕੋਲੇ ਬਣ ਗਿਆ ਮਾਈਨਸ sin ਥੀਟਾ। ਜਦੋਂ ਇਹ ਬ੍ਰੈਕਟ ਖੋਲੀ ਨੈਗੇਟਿਵ ਨੇ ਪਲੱਸ ਨੇ ਨੈਗੇਟਿਵ ਕੱਢ ਦਿੱਤਾ ਤੇ ਅੰਦਰ ਤੁਹਾਡੇ ਕੋਲੇ ਬਣ ਜਾਣਾ ਮਾਈਨਸ cos ਥੀਟਾ। ਲਓ ਜੀ ਮਾਈਨਸ ਨਾਲ ਮਾਈਨਸ ਕੈਨਸਲ ਹੋ ਗਏ, tan ਥੀਟਾ ਇਜ਼ ਇਕੁਅਲ ਟੂ tan ਥੀਟਾ ਆ ਗਿਆ। ਤੁਹਾਡੇ ਕੋਲੇ ਆਨਸਰ ਕਿਹੜਾ ਬਣ ਗਿਆ B। ਅੱਗੇ ਜਾਣ ਦੀ ਜ਼ਰੂਰਤ ਹੀ ਨਹੀਂ, ਕਿਉਂ ਕਿ ਅਗਰ B ਆਪਸ਼ਨ ਸੈਟੀਸਫਾਈਡ ਹੋਗੀ ਤਾਂ B ਮੇਰਾ ਆਨਸਰ ਆ। क्लियर? चलिए अगे जी। हाँ जी सर। ओके जी, ये तो हुण रट्टा लग गया होगा किवें फाइंड करना आपां इहनूं। बहुत सम करे इहदे नाल दे तां आपां e रेज़ टू पावर जो तुहाडे कोले लिमिट होवे x अप्रोचेस टू 0 फंक्शन माइनस, ठीक है आपां की लिखदे हुंदे सी fx इहदी पावर gx। ਤਾਂ ਰੂਲ ਮੈਨੂੰ ਕੀ ਕਹਿੰਦਾ ਹੁੰਦਾ ਸੀਗਾ, e रेज़ टू पावर लिमिट जो ਤੁਹਾਡੇ ਕੋਲੇ x अप्रोचेस टू सम ਸੀ ਹਾਂਜੀ fx -1 into gx। ਸੋਲਵ ਕਰ ਦਿਓ ਜੀ, ਕੀ ਬਣ ਗਿਆ ਤੁਹਾਡੇ ਕੋਲੇ 1 plus 2x, ਠੀਕ ਹੈ ਜੀ 1 minus 3x minus 1। ਹਾਂਜੀ ਤੁਹਾਡੇ ਕੋਲੇ ਸਿਰਫ ਕੈਲਕੂਲੇਸ਼ਨ ਰਹਿ ਗਈ ਸੋਲਵ ਕਰਨਾ। ਜਦੋਂ ਤੁਸੀਂ ਸੋਲਵ ਕਰੋਗੇ ਤਾਂ ਤੁਹਾਡੇ ਕੋਲੇ ਕੀ ਬਣ ਜਾਣਾ, चेक कर ही लेना जो एक स्टेप और कर देना। 1 plus 2x minus 1 plus 3x अपॉन 1 minus 3x। देखो जी नेगेटिव ते पॉजिटिव 1 कट्टे गए, ऊपर बनना ही 5x, इन्हें मैं x कट दी दोवें, तो मेरे को जस्ट ऊपर की रह गया, हाँ जी देख लो जी 5 रह गया, नीचे मेरे को 1 minus 3x रह गया। x ਨੂੰ 0 ਫਿਲ ਕਰ ਰਹੇ ਹੋ ਤਾਂ ਤੁਹਾਡੇ ਕੋਲੇ ਕੀ ਬਣ ਜਾਣਾ e raised to power 5। ਆਨਸਰ D। ਹਾਂਜੀ ਨੈਕਸਟ ਦੇਖ ਲਓ ਜੀ, ਕਲਾਸ ਦੇ ਵਿੱਚ ਉਸ ਦਿਨ ਜਿਸ ਦਿਨ ਆਪਾਂ ਲਾਸਟ ਸੀਕੁਐਂਸ ਸੀਰੀਜ਼ ਕਰੀ ਸੀ, ਇਹ ਸਮ ਕਰਿਆ ਸੀ ਨਾ। ਲਾਸਟ ਟਾਈਮ ਵੀ ਆਪਾਂ ਕਲਾਸ ਦੇ ਵਿੱਚ ਵੀ ਐਜ਼ ਇਟ ਇਜ਼ ਕਰਿਆ ਸੀ। ਦੇਖੋ ਇਸ ਵਾਰ ਪੇਪਰ ਦੇ ਵਿੱਚ ਆਇਆ ਹੋਇਆ -1 ਓਵਰ n ਨੂੰ ਆਪਾਂ ਬਾਅਦ ਚ ਦੇਖਦੇ ਹਾਂ, ਪਹਿਲਾਂ ਆਪਾਂ ਅੰਦਰ ਦੇਖਦੇ ਹਾਂ ਮੇਰੇ ਕੋਲ ਕੀ ਹੈ, ਇਹਨੂੰ ਤਾਂ ਆਪਾਂ ਬਾਅਦ ਚ ਚੈੱਕ ਕਰਦੇ। ਇਹ ਬਣ ਗਿਆ ਮੇਰੇ ਕੋਲ 1 plus 1 over n, ਇਹ ਤਾਂ ਮੈਂ ਲਿਮਿਟ ਅਪਲਾਈ ਕਰ ਦਿੰਦਾ n approaches to 0। ਤਾਂ ਤੁਹਾਡੇ ਕੋਲੇ ਕੀ ਬਣੇਗਾ, ਜਸਟ 1 ਬਣੇਗਾ ਕਿਉਂਕਿ 1 over ਇਨਫਿਨਿਟੀ ਪੁੱਟ ਕੀਤਾ ਤਾਂ ਇਹਨੇ 0 ਬਣ ਜਾਣਾ। ਹੁਣ ਮਾਈਨਸ ਆ, ਦੇਖੋ ਜੇ ਤਾਂ ਮੇਰੇ ਕੋਲੇ n ਈਵਨ ਹੋਇਆ, ਠੀਕ ਹੈ -1 over n ਨੇ ਕੀ ਬਣਾ ਦੇਣਾ, ਜੇ n ਈਵਨ ਆ ਇਹ ਮੇਰੇ ਕੋਲੇ ਆਨਸਰ ਕਿੰਨਾ ਬਣ ਜਾਣਾ 1। ਜੇ ਮੇਰੇ ਕੋਲੇ n ऑड ਹੋਇਆ ਤਾਂ ਆਨਸਰ ਬਣਨਾ ਕਿੰਨਾ ਬਣ ਜਾਣਾ -1। ਬਹੁਤ ਦੂਰ ਜਾ ਕੇ ਤਾਂ ਮੇਰੇ ਕੋਲੇ ਦੋ ਲਿਮਿਟ ਪੁਆਇੰਟ ਆ ਗਏ, ਕਿਹੜੇ ਕਿਹੜੇ -1 ਤੇ 1। ਹੁਣ ਆਪਾਂ ਲਿਮਿਟ ਇਨਫੀਰੀਅਰ ਫਾਈਂਡ ਕਰਨਾ, ਇਹਨਾਂ ਦੋਵਾਂ ਦੇ ਵਿੱਚੋਂ ਛੋਟੀ ਲਿਮਿਟ ਕਿਹੜੀ ਆ -1। ਤਾਂ ਲਿਮਿਟ ਇਨਫੀਰੀਅਰ ਛੋਟੀ ਲਿਮਿਟ ਦੇਖਣੀ ਹੁੰਦੀ ਹੈ ਸੈਟ ਆਫ ਲਿਮਿਟ ਪੁਆਇੰਟਸ ਚ, ਉਹ ਮੇਰੇ ਕੋਲ ਬਣ ਗਈ -1। ਕਲੀਅਰ?
ਹਾਂਜੀ ਸਕਰੀਨ ਤੇ ਸਾਰਾ ਸਮ ਸ਼ੋ ਹੋ ਗਿਆ, ਪਲੀਜ਼ ਰਿਪਲਾਈ ਕਰ ਦਿਓ। हाँ जी सर। ਓਕੇ ਜੀ। ਹਾਂਜੀ ਦੱਸਣ ਦੀ ਜ਼ਰੂਰਤ ਆ ਜੀ, ਕਿਵੇਂ ਕਰਾਂਗੇ? ਬਾਈ ਆਪਸ਼ਨ, ਬਾਈ ਆਪਸ਼ਨ ਕਿਵੇਂ ਕਰਾਂਗੇ? ਡੈਰੀਵੇਟਿਵ ਕਰਕੇ। ਕਿਹਦਾ ਡੈਰੀਵੇਟਿਵ ਇਹਦੇ ਬਰਾਬਰ ਹੁੰਦਾ? ਕਲੀਅਰਲੀ ਦਿਖਦਾ ਪਿਆ ਮੈਨੂੰ। ਮੈਂ ਬੀ ਆਪਸ਼ਨ ਫਸਟ ਕੋਲੇ ਜਾਣਾ ਤਾਂ ਚਲੇ ਜਾਓ ਤੁਸੀਂ, ਲਓ ਇਹ ਬਣ ਜਾਣਾ 1/x। 1/x ਥੋੜੀ ਹੈ ਮੇਰੇ ਕੋਲੇ, ਫਸਟ ਤਾਂ ਵੈਸੇ ਕੈਂਸਲ ਹੋ ਗਈ। ਸੈਕੰਡ ਕੋਲੇ ਜਾਓ, x 1/x ਪਲੱਸ log x ਪਲੱਸ 0, x ਨਾਲ x ਕੱਟਿਆ ਗਿਆ ਜੀ, ਲਓ ਮੇਰੇ ਕੋਲੇ 1 ਪਲੱਸ log x ਬਣ ਗਿਆ। ਤੁਹਾਡਾ ਆਨਸਰ ਆ ਗਿਆ ਜੀ ਫਟਾਫਟ। ਕਿੰਨਾ ਟਾਈਮ ਲੱਗਾ ਪੇਪਰ ਦੇ ਵਿੱਚ? ਵੱਧ ਤੋਂ ਵੱਧ 1 ਜਾਂ 2 ਸੈਕਿੰਡ। ਇੱਕ ਜਾਂ ਸਰ ਟਿਕ ਵਾਲੇ ਕੁਐਸਚਨ ਨੇ। ਹਾਂਜੀ ਨੈਕਸਟ, ਕਿਵੇਂ ਡੈਰੀਵੇਟਿਵ ਕਰਕੇ? ਅਗੇਨ ਡੈਰੀਵੇਟਿਵ ਕਿਵੇਂ ਕਰਨਾ? ਤੁਸੀਂ ਸੈਕੰਡ ਆਪਸ਼ਨ ਦਾ ਆਨਸਰ ਬਣ ਦਿਓ। ਹਾਂਜੀ ਕਰ ਦਿਓ ਜਰਾ ਜੀ। ਡੈਰੀਵੇਟਿਵ ਕੀਤਾ ਮੈਂ ਤੁਹਾਡੇ ਕੋਲ ਬਣ ਜਾਣਾ 1/1 ਮਾਈਨਸ x ਮਾਈਨਸ 1 ਦਾ ਹੋਲ ਸਕੁਅਰ। ਇਹਦਾ ਡੈਰੀਵੇਟਿਵ ਕਰਾਂਗੇ ਤਾਂ ਮੇਰੇ ਕੋਲ 1 ਹੀ ਬਣ ਜਾਣਾ। ਜੇ ਤੁਸੀਂ ਉਹਨੂੰ ਸੋਲਵ ਕਰੋਗੇ ਤਾਂ ਤੁਹਾਡੇ ਕੋਲ ਕੀ ਬਣ ਜਾਣਾ? 2x ਮਾਈਨਸ x ਸਕੁਅਰ। ਤਾਂ ਯਾਨੀ ਕਿ ਇਹ ਮੇਰੇ ਕੋਲ, ਮੈਂ ਸੈਕੰਡ ਆਪਸ਼ਨ ਦਾ ਕਰ ਰਿਹਾ ਜੀ, ਆਪਸ਼ਨ ਬੀ। ਦੇਖੋ ਇਹ ਮੇਰਾ ਆਨਸਰ ਬਣ ਜਾਏਗਾ। ਹੁਣ ਜ਼ਿਆਦਾ ਟਾਈਮ ਆਪਾਂ ਇੱਥੇ ਵੇਸਟ ਨਹੀਂ ਕਰਦੇ। ਥਰਡ ਦੇਖ ਲਓ ਜੀ। ਦੋ ਤਰੀਕਿਆਂ ਨਾਲ ਕਰ ਸਕਦੇ ਹਾਂ। ਹੁਣ ਆਪਾਂ ਦੋ ਸਮ ਆਪਾਂ ਬਾਈ ਆਪਸ਼ਨ ਸੋਲਵ ਕਰ ਲਿਆ, ਇਹਨੂੰ ਆਪਾਂ ਦੂਸਰੇ ਮੈਥਡ ਨਾਲ ਸੋਲਵ ਕਰਨੇ ਆ। ਲਓ ਜੀ ਠੀਕ ਹੈ, ਇਹਨੂੰ ਵੀ ਤੁਸੀਂ ਬਾਈ ਡੈਰੀਵੇਟਿਵ ਕਰ ਸਕਦੇ ਹੋ, ਕੋਈ ਵੱਡੀ ਗੱਲ ਨਹੀਂ, ਤੁਹਾਡੀ ਮਰਜ਼ੀ ਹੈ। ਜੇ ਤੁਸੀਂ ਉਦਾਂ ਕਰਨਾ ਤਾਂ ਉਦਾਂ ਕਰ ਲਓ। ਲਓ ਜੀ ਇਹਦੇ ਮੈਂ ਫੈਕਟਰ ਬਣਾ ਲਏ। ਇੱਕ ਲਿਖਤਾ ਮੈਂ x ਮਾਈਨਸ 1, ਇੱਕ ਲਿਖਤਾ ਮੈਂ x ਮਾਈਨਸ 2। ਕਾਦੇ ਡੈਰੀਵੇਟਿਵ, ਕਾਦੇ ਮੈਂ ਮੈਥਡ ਬਣਾਏ ਨੇ ਫੈਕਟਰ? ਇਹ 1/x ਸਕੁਅਰ ਪਲੱਸ x ਮਾਈਨਸ 2। ਹਾਂਜੀ ਪਾਰਸ਼ਲ ਫ੍ਰੈਕਸ਼ਨ ਦੇ ਨਾਲ ਸੋਲਵ ਕਰ ਲੱਗੇ ਜੀ। ਜਦੋਂ ਇਹਨੂੰ ਸੋਲਵ ਕਰਾਂਗੇ ਤਾਂ ਤੁਹਾਡੇ ਕੋਲ ਕੀ ਬਣ ਜਾਣਾ? a ਇੱਥੇ ਪਲੱਸ ਬਣੇਗਾ, ਮੇਬੀ ਹਾਂਜੀ ਪਲੱਸ ਬਣੇਗਾ। ਇੱਥੇ ਰਹਿ ਜਾਣਾ ਤੁਹਾਡੇ ਕੋਲ x ਪਲੱਸ 2। ਇੱਥੇ ਤੁਹਾਡੇ ਕੋਲ ਰਹਿ ਜਾਣਾ b ਨਾਲ ਜਦੋਂ ਮਲਟੀਪਲਾਈ ਹੋਇਆ ਇਹਨੇ ਰਹਿ ਜਾਣਾ ਮੇਰੇ ਕੋਲ x ਮਾਈਨਸ 1 ਇਜ਼ ਇਕੁਅਲ ਟੂ 1। ਹੁਣ ਤੁਸੀਂ ਦੇਖੋ ਇੱਥੇ x ਦੀ ਵੈਲਿਊ ਕਿੰਨੀ ਫਿਲ ਕਰੋ? 1 ਫਿਲ ਕਰ ਦਿਓ ਤਾਂ ਤੁਹਾਡੇ ਕੋਲ a ਦੀ ਵੈਲਿਊ ਕਿੰਨੀ ਆ ਜਾਏਗੀ? 1/3। ਇਹ ਚ ਫਿਲ ਕਰ ਦਿਓ ਸਾਰੇ ਚ। x ਨੂੰ ਤੁਸੀਂ -2 ਫਿਲ ਕਰ ਦਿਓ ਤਾਂ ਤੁਹਾਡੇ ਕੋਲ b ਦੀ ਵੈਲਿਊ ਕਿੰਨੀ ਆ ਜਾਏਗੀ? -1/3। ਇਹਦੇ ਚ ਫਿਲ ਕਰਕੇ ਇੰਟੀਗ੍ਰੇਸ਼ਨ ਕਰ ਦਿਓ ਜਸਟ। ਲਓ ਜੀ ਮੇਰੇ ਕੋਲ ਰਿਕੁਆਇਰਡ ਆਨਸਰ ਕਿੰਨਾ ਬਣ ਗਿਆ? 1/3 ਬਾਹਰ ਨਿਕਾਲ ਲਿਆ, 1/x ਮਾਈਨਸ 1 dx ਮਾਈਨਸ 1/3 ਬਾਹਰ ਨਿਕਾਲ ਲਿਆ, x ਪਲੱਸ 2 dx। ਲਓ ਜੀ ਹੁਣ ਮੈਂ ਸਾਰੇ ਚੋਂ 1/3 ਬਾਹਰ ਨਿਕਾਲ ਲਿਆ। ਇਹ ਬਣ ਗਿਆ ਮੇਰੇ ਕੋਲ log x ਮਾਈਨਸ 1 ਦਾ ਮੋਡੂਲਸ, ਤਾਂ log x ਪਲੱਸ 2 ਨਾਲ ਮੇਰੇ ਕੋਲ ਇੰਟੀਗ੍ਰੇਸ਼ਨ ਯਾਨੀ ਕਿ ਕਾਂਸਟੈਂਟ k ਲਗਾ ਦਿਓ। ਲਓ ਜੀ ਆਨਸਰ ਮੇਰਾ ਆ ਗਿਆ ਜੀ। mn ਦਾ ਫਾਰਮੂਲਾ ਲੱਗ ਗਿਆ ਮੇਰੇ ਕੋਲ, log x ਮਾਈਨਸ 1 x plus 2 plus sum k। ऑप्शन मेरे को थर्ड। क्लियर है जी? सारा सम शो हो गया स्क्रीन पे? हाँ जी सर। ओके हाँ जी। हुण कितना कॉन्फिडेंस आया हुण तक? आपां जिन्ना सिलेबस कवर कीता, पेपर देख के किवें लगदा बई करे होए चो या? हाँ जी सर बिल्कुल। जिन्ना ਆਪਾਂ ਕਰਿਆ ਆ ਉਹਦੇ ਵਿੱਚੋਂ ਹੀ ਆਲਮੋਸਟ ਸਾਰੇ ਕੁਐਸਚਨਸ ਨੇ, ਜਿਹੜੀਆਂ ਆਪਾਂ ਟ੍ਰਿਕਸ ਕਰੀਆਂ ਤੇ ਉਹਦੇ ਵਿੱਚੋਂ ਹੀ ਕੁਐਸਚਨ ਮਿਲ ਹੀ ਜਾ ਰਹੇ ਨੇ। ਹਾਂਜੀ ਕਿਵੇਂ ਸੋਲਵ ਕਰਨਾ ਸੀ? ਜਸਟ ਪਹਿਲਾਂ ਤਾਂ ਇਹਨੂੰ x ਮਾਈਨਸ 1 ਇਜ਼ ਇਕੁਅਲ ਟੂ 0 ਫਿਲ ਕਰ ਲਓ ਤੇ ਇੱਥੇ ਆਪਣੇ ਕੋਲੇ ਬ੍ਰੇਕ ਪੁਆਇੰਟ ਮਿਲ ਗਿਆ। ਬ੍ਰੇਕ ਪੁਆਇੰਟ ਮਿਲਣ ਦਾ ਮਤਲਬ ਕੀ ਆ? 1 ਤੋਂ ਪਿੱਛੇ ਪਿੱਛੇ ਦੀ ਵੈਲਿਊ ਦੇ ਅੱਗੇ ਨੈਗੇਟਿਵ ਸਾਈਨ ਲਗਾ ਦੇਈਦਾ ਸੀ, 1 ਦੇ ਅਗਲੇ ਬੰਨੇ ਆਪਾਂ ਇਹਦੇ ਪੋਜ਼ਿਟਿਵ ਸਾਈਨ ਲਗਾ ਦੇਈਦਾ ਸੀ। ਤਾਂ ਫਿਲ ਕਰਦੇ ਇਹਨੂੰ ਮੈਂ ਬ੍ਰੇਕ ਕਰ ਦੇਣਾ 0 ਤੋਂ ਲੈ ਕੇ 1 ਤੱਕ ਬ੍ਰੇਕ ਕਰੂੰਗਾ ਤਾਂ ਮੇਰੇ ਕੋਲ ਨੈਗੇਟਿਵ ਸਾਈਨ ਲੱਗੇਗਾ dx। फिर मैं 1 तो स्टार्ट करूंगा तो 2 तक जाएगा तो मेरे को पॉजिटिव साइन लगेगा। हुण इंटीग्रेशन रह गया, इन्हें सॉल्व कर दो। इंटीग्रेशन की बन जाएगी माइनस एज इट इज x माइनस 1 दा होल स्क्वायर डिवाइडेड बाय 2 लिमिट 0 तो 1। सेकंड x माइनस 1 दा होल स्क्वायर डिवाइडेड बाय 2 लिमिट्स 1 तो लेके 2 तक।
ਇਹਨੂੰ ਸੋਲਵ ਕਰ ਦਿਓ ਜੀ। ਸੋਲਵ ਕਰਕੇ ਤੁਹਾਡੇ ਕੋਲੇ ਕਿਹੜੀ ਆਪਸ਼ਨ ਆ ਜਾਏਗੀ, ਇਹ ਆਨਸਰ ਆ ਜਾਏਗਾ। ਠੀਕ ਹੈ ਜੀ, ਹੁਣ ਮੈਂ ਜ਼ਿਆਦਾ ਟਾਈਮ ਵੇਸਟ ਨਹੀਂ ਕਰਦਾ ਕਿਉਂਕਿ ਇਹਨੂੰ ਕੈਲਕੂਲੇਸ਼ਨ ਕਰਨੀ ਤੁਹਾਨੂੰ ਆਉਂਦੀ ਹੈ। ਠੀਕ ਹੈ ਜੀ, ਬ੍ਰੇਕ ਕਰਨ ਤੇ ਹੀ ਦਿੱਕਤ ਆਉਂਦੀ ਹੈ, ਬ੍ਰੇਕ ਆਪਾਂ ਕਰ ਲਿਆ। ਹਾਂਜੀ, ਕੁਐਸਚਨ ਨੰਬਰ, ਬਹੁਤ ਵੇਰਾ ਕੁਐਸਚਨ ਆਪਾਂ ਕਲਾਸ ਦੇ ਵਿੱਚ ਵੀ ਕਰਿਆ, ਫਿਰ ਅਗੇਨ ਡਿਸਕਸ ਕਰ ਰਹੇ ਹਾਂ ਜੀ। ਹਾਂਜੀ, ਕਿਵੇਂ ਲਿਖਾਂਗੇ ਆਪਾਂ ਇਹਨੂੰ, ਲਿਮਿਟ n approaches to infinity 1 over n as it is, summation k ਦੀ ਵੈਲਿਊ 1 ਤੋਂ ਲੈ ਕੇ n ਤੱਕ, ਇਹਨੂੰ ਲਿਖਦਾ ਮੈਂ sin k ਪਾਈ ਓਵਰ 2n, k ਪਾਈ ਓਵਰ 2n। ਦੇਖੋ ਜਦੋਂ ਇਹਨੂੰ ਖੋਲੋਗੇ ਤਾਂ ਤੁਹਾਡੇ ਕੋਲੇ ਦੂਸਰੇ ਵੱਲ ਜਿਹੜੀ ਆ ਐਕਸਪੈਂਸ਼ਨ ਆ ਸਾਰੀ ਇਹੀ ਬਣ ਜਾਏਗੀ। ਠੀਕ ਹੈ ਜੀ, n ਤੱਕ ਇਹ ਜਾਏਗਾ, ਸਮੇਸ਼ਨ 1 ਤੋਂ ਲੈ ਕੇ n ਤੱਕ। ਹੁਣ ਤੁਹਾਨੂੰ ਪਤਾ ਆ ਇਹਨੂੰ ਆਪਾਂ ਕਿਵੇਂ ਲਿਖਦੇ ਹੁੰਦੇ ਸੀ, ਜਿਹੜੀ ਹੁੰਦੀ ਆ ਮੇਰੇ ਕੋਲੇ ਸਮੇਸ਼ਨ, ਉਹਨੂੰ ਮੈਂ ਲਿਖਦਾ ਹੁੰਦਾ ਸੀ ਇੰਟੀਗ੍ਰੇਸ਼ਨ। 1 ਓਵਰ n ਨੂੰ ਮੈਂ ਕੀ ਲਿਖਦਾ ਹੁੰਦਾ ਸੀ, dx। ਠੀਕ ਹੈ ਜੀ, ਹੁਣ ਰਹਿ ਗਿਆ ਮੇਰੇ ਕੋਲੇ ਇਹ ਵਾਲਾ, ਇਹਨੂੰ ਮੈਂ ਕੀ ਲਿਖੂੰਗਾ, ਸਾਈਨ ਐਜ਼ ਇਟ ਇਜ਼। ਜਿੱਥੇ ਤੁਹਾਡੇ ਕੋਲੇ k ਓਵਰ n ਮਿਲ ਜਾਂਦਾ ਸੀ ਉਹਨੂੰ ਆਪਾਂ ਲਿਖਣਾ ਸੀ x। ਇਹਨੇ ਮੇਰੇ ਕੋਲੇ k ਓਵਰ n ਦੀ ਵੈਲਿਊ ਬਣ ਗਈ ਮੇਰੇ ਕੋਲੇ x ਨਾਲ π/2 ਐਜ਼ ਅ ਕਾਂਸਟੈਂਟ ਸੀ। ਹੁਣ ਰਹਿ ਗਿਆ ਮੇਰੇ ਕੋਲੇ ਲਿਮਿਟ ਫਿਲ ਕਰਨ ਦਾ ਕੰਮ। ਲਿਮਿਟ ਕਿੱਥੋਂ ਸਟਾਰਟ ਹੋ ਰਹੀ ਆ, 1 ਤੋਂ। 1 ਨੂੰ ਡਿਵਾਈਡ ਕਰ ਦਿਓ n ਦੇ ਨਾਲ, ਕਿੱਥੋਂ ਤੱਕ ਜਾ ਰਹੀ ਹੈ ਮੇਰੇ ਕੋਲ ਉੱਪਰਲੀ ਲਿਮਿਟ n, n ਨੂੰ ਡਿਵਾਈਡ ਕਰ ਦਿਓ n ਦੇ ਨਾਲ, ਤਾਂ ਲਿਮਿਟ ਅਪਰੋਚ ਕਰਾ ਦਿਓ ਇਨਫਿਨਿਟੀ ਨੂੰ, ਤਾਂ ਲਿਮਿਟ ਅਪਰੋਚ ਕਰਵਾ ਦਿਓ ਇਨਫਿਨਿਟੀ ਨੂੰ। ਉੱਪਰ ਤੁਹਾਡੇ ਕੋਲੇ 1 ਬਣ ਜਾਏਗਾ, ਨੀਚੇ ਤੁਹਾਡੇ ਕੋਲੇ 0 ਬਣ ਜਾਏਗੀ, ਲਿਮਿਟ ਬਣ ਗਈ ਤੁਹਾਡੇ ਕੋਲੇ 0 to 1। ਹਾਂਜੀ, ਹੁਣ ਸੋਲਵ ਕਰੋਗੇ ਤਾਂ ਦੇਖੋ ਕੀ ਬਣਦਾ ਪਿਆ। ਸਾਈਨ ਦੀ ਇੰਟੀਗ੍ਰੇਸ਼ਨ cos ਆਏਗੀ, ਅੱਗੇ c ਆ ਗਿਆ ਤਾਂ c ਮਤਲਬ ਨੈਗੇਟਿਵ ਲਗਾਉਣਾ, π/2 into x। ਡਿਨੋਮੀਨੇਟਰ ਦੇ ਵਿੱਚ ਇਹਨੇ ਬਣ ਜਾਣਾ ਸੀ π/2, ਤੇ ਵੈਲਿਊ ਫਿਲ ਕਰਨੀ 0 ਤੋਂ ਲੈ ਕੇ 1 ਤੱਕ। ਤੇ ਆਨਸਰ ਦੱਸ ਦਿਓ ਜੀ ਹੁਣ ਕਿੰਨਾ ਆ ਰਿਹਾ। ਜਦੋਂ ਤੁਸੀਂ 1 ਫਿਲ ਕਰੋਗੇ ਤਾਂ ਇਹਨੇ 0 ਬਣ ਜਾਣਾ, ਤੇ ਜਦੋਂ 0 ਫਿਲ ਕਰੋਗੇ ਤਾਂ +2 ਓਵਰ π, ਤਾਂ cos 0 ਕਿੰਨਾ ਹੁੰਦਾ ਮੇਰੇ ਕੋਲੇ 1। ਆਨਸਰ ਆ ਗਿਆ ਮੇਰੇ ਕੋਲੇ 2 ਓਵਰ π। ਆਨਸਰ ਮੇਰੇ ਕੋਲੇ ਹੈਗਾ ਇਹਦਾ B। ਕਲੀਅਰ ਹੈ ਜੀ, ਤਾਂ ਕਿ ਅੱਗੇ ਚੱਲ ਸਕੀਏ ਜੀ। ਓਕੇ ਜੀ, ਕੁਐਸਚਨ ਨੰਬਰ 91। i ਦਾ ਨਾਮ ਦੇ ਦਿੱਤਾ ਇਹਨੂੰ, 0 to π/2 ਆ, log ਇਹਨੂੰ ਲਿਖਦਾ sin x ਓਵਰ cos x। mn ਫਾਰਮੂਲਾ ਲਗਾ ਦਿੰਦੇ ਜੀ ਆਪਾਂ ਇੱਥੇ, 0 to π/2, ਇਹਨੇ ਬਣ ਜਾਣਾ ਮੇਰੇ ਕੋਲ log sin x ਮਾਈਨਸ log cos x ਨਾਲ dx। ਇਹਨੂੰ ਨੰਬਰ ਦੇ ਦਿਓ 1। ਫਿਰ ਆਪਣੇ ਕੋਲ ਇੱਕ ਫਾਰਮੂਲਾ ਹੁੰਦਾ f of a plus b minus x ਕਿਹਦੇ ਬਰਾਬਰ ਹੁੰਦਾ, ਮੇਰੇ ਕੋਲੇ f of x ਦੇ ਬਰਾਬਰ ਹੁੰਦਾ। ਇਹੀ ਫਾਰਮੂਲਾ ਆਪਾਂ ਇਹਨੂੰ ਚੇਂਜ ਕਰਕੇ ਲਗਾ ਦਿੰਦੇ ਹਾਂ। i ਕੀ ਬਣ ਗਿਆ ਮੇਰੇ ਕੋਲੇ 0 to π/2 log sin π/2 plus 0 minus x minus log cos π/2 plus 0 minus x ਨਾਲ dx। ਜਦੋਂ ਇਹਨੂੰ ਸੋਲਵ ਕਰੋਗੇ ਤਾਂ ਤੁਹਾਡੇ ਕੋਲ ਕੀ ਬਣ ਜਾਣਾ, ਦੇਖੋ π/2 ਤੋਂ ਲੈ ਕੇ 0, ਇਹਨੇ ਬਣ ਜਾਣਾ log cos x, ਅਗਲੇ ਨੇ ਬਣ ਜਾਣਾ ਮੇਰੇ ਕੋਲ log sin x dx। ਤਾਂ ਇਹਨੂੰ ਨੰਬਰ ਦੇ ਦਿਓ 2। ਇਹ ਵੀ i ਆ, ਇਹ ਵੀ i ਆ, ਤਾਂ ਦੋਨਾਂ ਨੂੰ ਮੈਂ ਐਡ ਕਰ ਦਿੱਤਾ, 1 + 2 ਕਰਿਆ, ਤਾਂ ਦੋਨੋਂ ਕੱਟੇ ਗਏ। ਦੇਖੋ 2i = 0 ਰਹਿ ਗਿਆ। ਇਹ ਨੈਗੇਟਿਵ ਸੀ, ਉੱਪਰ ਪੋਜ਼ਿਟਿਵ ਆ, ਕੱਟਿਆ ਗਿਆ। ਇਹ ਪੋਜ਼ਿਟਿਵ ਆ, ਇਹ ਨੈਗੇਟਿਵ ਆ, ਦੋਨੋਂ ਕੱਟੇ ਗਏ, ਤਾਂ i ਦੀ ਵੈਲਿਊ ਕਿੰਨੀ ਬਣ ਗਈ 0। ਲਓ ਜੀ, ਆਨਸਰ ਮੇਰੇ ਕੋਲ ਕਿਹੜਾ ਬਣ ਗਿਆ। ਕੁਐਸਚਨ ਨੰਬਰ 92, ਏਰੀਆ ਬਾਉਂਡਡ ਬਾਈ ਦੀ ਕਰਵ x square = 4y। ਲਓ ਜੀ, x ਡੈਸ਼ ਤੇ x ਲਿਖ ਲਿਆ, y ਡੈਸ਼ ਤੇ y ਲਿਖ ਲਿਆ ਜੀ। ਲਿਖਿਆ x = 0 and x axis in square unit। ठीक है जी, लो जी कर दो स्टार्ट। हुण x square = 4y, मतलब मेरे को इधर हमेशा पॉजिटिव आंसर आएगा, इधर मेरे को बनेगा 4y। तो देखो y पॉजिटिव कितने कितने होंदा मेरे को इस क्वाड्रेंट दे विच। लाइन कितनी है मेरे को, एक x = 2,
ਲਓ ਜੀ x = 2 ਤੁਸੀਂ ਆਹ ਵਾਲਾ ਏਰੀਆ ਫਾਈਂਡ ਕਰਨਾ। ਇਹ ਕਿਹੜੀ ਕਰਵ ਦੇ ਥੱਲੇ ਆ ਗਿਆ ਤੁਹਾਡੇ ਕੋਲ x² = 4y ਹੈ। ਤਾਂ ਲਿਮਿਟਸ ਕਾਦੀਆਂ ਮੇਰੇ ਕੋਲ ਗਿਵਨ ਆ x ਦੀਆਂ, ਤਾਂ ਮੇਰੇ ਕੋਲ ਏਰੀਆ ਕੀ ਆਏਗਾ, ਠੀਕ ਹੈ, ਨਾਲ x ਐਕਸਿਸ ਦੇ ਵਿੱਚ, ਯਾਨੀ ਕਿ ਫਸਟ ਕੁਆਡਰੈਂਟ ਦੇ ਵਿੱਚ ਜਸਟ ਚੈੱਕ ਕਰਨਾ ਹੈ। ਲਿਮਿਟਸ 0 ਤੋਂ ਲੈ ਕੇ 2, ਅਗਰ ਮੈਂ ਇੱਥੇ dx ਲਿਖੂੰਗਾ ਤਾਂ ਇੱਥੇ ਮੈਂ y ਲਿਖਦਾ ਹੁੰਦਾ, ਤਾਂ y ਦੀ ਵੈਲਿਊ ਉੱਪਰੋਂ ਨਿਕਾਲ ਲਈਏ ਤਾਂ y ਮੇਰੇ ਕੋਲ ਕਿੰਨਾ ਆ ਗਿਆ x² / 4। ਤਾਂ ਇਹਨੂੰ ਸੋਲਵ ਕਰ ਦਿਓ, ਦੇਖੋ ਕਿੰਨਾ ਆਨਸਰ ਆ ਰਿਹਾ ਜੀ। ਤਾਂ ਜਦੋਂ ਸੋਲਵ ਕਰੋਗੇ ਤਾਂ ਤੁਹਾਡੇ ਕੋਲ ਆਨਸਰ ਆ ਜਾਏਗਾ 2/3। ਠੀਕ ਹੈ, ਮੈਂ ਹੁਣ ਅੱਗੇ ਨਹੀਂ ਕਰ ਰਿਹਾ, ਤੁਸੀਂ ਅੱਗੇ ਨੂੰ ਕਰ ਦਿਓ। ਜੇ ਇੰਟੀਗ੍ਰੇਸ਼ਨ ਕਰ ਦਿੰਦਾ ਫਿਰ ਵੀ ਮੈਂ ਇਹਨੇ ਬਣ ਜਾਣਾ 3/4, ਜਸਟ ਲਿਮਿਟ ਫਿਲ ਕਰਨ ਵਾਲੀਆਂ ਰਹਿ ਗਈਆਂ। ਕਲੀਅਰ ਹੈ ਜੀ। ਮੈਂ ਪੇਜ ਸੇਵ ਕਰ ਲਈਏ, ਇਹਨਾਂ ਹੋਵੇ ਕਈ ਵਾਰ ਮਾਰਨਿੰਗ ਵਾਂਗੂ ਯਾਦ ਹੀ ਭੁੱਲ ਜਾਏ। ਕੁਐਸਚਨ ਦੇ ਵਿੱਚ ਛੋਟੀ ਜਿਹੀ ਇੱਕ ਮਿਸਟੇਕ ਆ, ਉਹ ਮਿਸਟੇਕ ਕੀ ਆ, ਨੀਚੇ ਮੇਰੇ ਕੋਲ ਇੱਥੇ ਫਾਈਨਾਈਟ ਹੋਣਾ ਚਾਹੀਦਾ, ਨੀਚੇ ਮੇਰੇ ਕੋਲ ਕੀ ਹੋਣਾ ਚਾਹੀਦਾ, ਇੱਥੇ ਫਾਈਨਾਈਟ ਨੰਬਰ ਹੋਣਾ ਚਾਹੀਦਾ ਸੀਗਾ। ਠੀਕ ਹੈ, ਇਹਨਾਂ ਨੇ 0 ਲਿਖ ਦਿੱਤਾ, ਫਿਰ ਅਗਰ 0 ਲਿਖਦੇ ਆ ਤਾਂ ਇਹਦੀ ਕੋਈ ਵੀ ਆਪਸ਼ਨ ਮੇਰੇ ਕੋਲ ਟਰੂ ਨਹੀਂ ਬਣਦੀ। ਠੀਕ ਹੈ ਜੀ, ਨੋਟ ਕਰ ਲਓ ਕਿਉਂ, ਉਹਦਾ ਰੀਜ਼ਨ ਵੀ ਮੈਂ ਦੱਸਦਾ। ਸਪੋਜ਼ ਕਰੋ ਤੁਹਾਡੇ ਕੋਲ p ਦੀ ਵੈਲਿਊ 1 ਆ, p ਦੀ ਵੈਲਿਊ 1 ਲੈ ਕੇ ਇਹਨੂੰ ਮੈਂ ਸੋਲਵ ਕਰਦਾ, ਤੁਹਾਡੇ ਕੋਲੇ ਬਣ ਜਾਣਾ 0 to infinity 1/x ਕੀ ਰਹੇਗਾ ਜਸਟ। ਜਦੋਂ ਤੁਸੀਂ ਇਹਨੂੰ ਸੋਲਵ ਕਰੋਗੇ ਤੁਹਾਡੇ ਕੋਲੇ ਬਣ ਜਾਣਾ log x, ਲਿਮਿਟ ਫਿਲ ਕਰਨੀ ਹੈ 0 ਤੋਂ ਲੈ ਕੇ ਇਨਫਿਨਿਟੀ, ਤਾਂ log ਇਨਫਿਨਿਟੀ ਕਿੰਨਾ ਹੁੰਦਾ ਤੇ log 0 ਕਿੰਨਾ ਹੁੰਦਾ, ਦੋਨੋਂ ਨਾਟ ਡਿਫਾਈਨ ਆ ਜੀ। ਤਾਂ ਆਨਸਰ ਮੇਰੇ ਕੋਲੇ ਦੇਖੋ, ਕਨਵਰਜੈਂਟ ਦਾ ਮਤਲਬ ਕੀ ਆ, ਜਿਹੜਾ ਇਹਦਾ ਸੋਲੂਸ਼ਨ ਆ ਉਹ ਫਾਈਨਾਈਟ ਆਉਣਾ ਚਾਹੀਦਾ, ਮਤਲਬ ਆਨਸਰ ਮੇਰਾ ਫਾਈਨਾਈਟ ਆ ਜਾਏ ਕਨਵਰਜੈਂਟ ਦਾ ਮਤਲਬ। ਤਾਂ ਇਹ ਮੇਰੇ ਕੋਲ ਨਹੀਂ ਆਇਆ, ਫਸਟ ਆਪਸ਼ਨ ਗਈ। ਸੈਕੰਡ ਆਪਸ਼ਨ ਦੇਖੋ, 0 to infinity, ਮੈਂ 0 ਤੋਂ ਲੈ ਕੇ ਕਰਦਾ ਪਿਆ, ਮੈਂ 1, ਇਹ ਕਿਵੇਂ ਆਉਂਦਾ, 1 ਤੋਂ ਵੱਡੀ ਵੈਲਿਊ ਮੈਂ 2 ਲੈ ਲੈਣਾ ਜੀ, x, ਹਾਂਜੀ ਨੇ ਪਾਣੀ ਨਹੀਂ ਚਾਲਿਆ, ਇਹਨੇ ਕਿੰਨਾ ਬਣ ਜਾਣਾ 0 to infinity x ਦਾ ਨੈਗੇਟਿਵ ਦਾ ਸਕੁਅਰ ਬਣ ਜਾਣਾ ਜੀ। ਹੁਣ ਜਦੋਂ ਤੁਸੀਂ ਇਹਦੀ ਇੰਟੀਗ੍ਰੇਸ਼ਨ ਕਰੋਗੇ, ਇਹਨੇ ਬਣ ਜਾਣਾ ਇਹਦੀ ਪਾਵਰ 1 ਇਨਕਰੀਜ਼ ਡਿਵਾਈਡਡ ਬਾਈ ਨਿਊ ਪਾਵਰ 0 ਤੋਂ ਲੈ ਕੇ ਇਨਫਿਨਿਟੀ। ਤਾਂ ਓਵਰਆਲ ਤੁਹਾਡੇ ਕੋਲ ਫਿਰ ਕੀ ਬਣ ਗਿਆ, 1/x ਬਣ ਗਿਆ 0 ਤੋਂ ਲੈ ਕੇ ਇਨਫਿਨਿਟੀ। ਜਦੋਂ ਇਨਫਿਨਿਟੀ ਫਿਲ ਕਰਿਆ ਤੁਹਾਡੇ ਕੋਲ ਕੋਈ ਦਿੱਕਤ ਨਹੀਂ, ਇਹਨੇ 0 ਬਣ ਜਾਣਾ, ਪਰ ਜਦੋਂ ਤੁਸੀਂ ਇਹਦੇ ਵਿੱਚ 0 ਫਿਲ ਕੀਤਾ, ਇਹਨੇ ਫਿਰ ਨਾਟ ਡਿਫਾਈਨ ਬਣ ਗਿਆ, ਨਾਟ ਡਿਫਾਈਨ ਬਣ ਗਿਆ। ਇਸੇ ਕਰਕੇ ਮੈਂ ਕੀ ਕਹਿ ਰਿਹਾ, ਇੱਥੇ ਤੁਹਾਡੇ ਕੋਲ ਕੀ ਹੋਣਾ ਚਾਹੀਦਾ, ਫਾਈਨਾਈਟ ਆਉਣਾ ਚਾਹੀਦਾ, ਤਾਂ ਹੀ ਤੁਹਾਡੇ ਕੋਲੇ ਆਪਸ਼ਨ ਨੰਬਰ ਸੈਕੰਡ ਬਣੇਗੀ, ਨਹੀਂ ਤਾਂ ਨਹੀਂ ਬਣਦੀ। ਠੀਕ ਹੈ, ਇੱਥੇ ਕਰੈਕਟ ਕਰਕੇ ਰੱਖ ਲਿਓ। ਬਾਕੀ ਸਾਰੀਆਂ ਸਿਮਿਲਰ, ਤੁਸੀਂ ਕੋਈ ਵੀ ਇਹਦੇ ਚ ਦੇਖੋਗੇ ਤਾਂ ਤੁਹਾਡੇ ਕੋਲੇ ਕੀ ਆ, ਫੇਲ ਹੋਈ ਜਾ ਰਿਹਾ ਹੈ। ਜਿਹੜਾ ਮਰਜ਼ੀ ਇਸੇ ਤਰ੍ਹਾਂ ਤੁਸੀਂ ਚੈੱਕ ਕਰ ਲਿਓ, p ਦੀ ਵੈਲਿਊ ਗ੍ਰੇਟਰ ਲੈਸ ਦੈਨ -1 ਕੋਈ ਵੀ ਲੈ ਲਓ। ਠੀਕ ਹੈ ਜੀ, -2 ਲੈ ਲਓ ਕੋਈ, ਜੇ ਤੁਸੀਂ -2 ਲਾਓਗੇ ਤਾਂ ਇਹਨੇ ਨੈਗੇਟਿਵ ਹੈ ਤਾਂ ਇਹਨੇ ਉੱਪਰ ਚਲਾ ਜਾਣਾ। ਓਕੇ, ਜਦੋਂ ਇਹਦੀ ਇੰਟੀਗ੍ਰੇਸ਼ਨ ਕਰੋਗੇ ਤਾਂ x³ / 3 ਬਣ ਜਾਣਾ 0 ਤੋਂ ਲੈ ਕੇ ਇਨਫਿਨਿਟੀ। ਦੇਖੋ ਇਹ ਤਾਂ ਮੇਰੇ ਕੋਲ ਅਗੇਨ ਇਨਫਿਨਿਟੀ ਆ ਗਿਆ। ਠੀਕ ਹੈ ਜੀ, ਕੋਈ ਪ੍ਰੋਬਲਮ ਹੀ ਨਹੀਂ। ਮੇਰੇ ਕੋਲ ਥਰਡ ਤੇ ਫੋਰਥ ਆਪਸ਼ਨ ਵੀ ਸਿਮਿਲਰ ਕੈਂਸਲ ਹੋਊਗਾ, ਕਿਉਂ, ਕਿਉਂਕਿ ਲੈਸ ਦੈਨ 0 ਕਿਹਾ ਸੀ, ਮੈਂ 2 ਲੈ ਲਿਆ ਸੀ ਲੈਸ ਦੈਨ, ਉਹਦੇ ਨਾਲ ਆਪਣੇ ਆਪ ਹੀ ਉਹ ਆਪਸ਼ਨ ਖਤਮ। ਮੇਰੇ ਹਿਸਾਬ ਨਾਲ ਇਹ ਕੁਐਸਚਨ ਸਟਾਰ ਆ, ਰੀਜ਼ਨ ਤੁਹਾਨੂੰ ਦੱਸ ਦਿੱਤਾ ਕਿਉਂ ਹੈ, ਵੈਲਿਡ ਰੀਜ਼ਨ ਦੇ ਨਾਲ ਆਪਾਂ ਡਿਸਕਸ਼ਨ ਕਰ ਰਹੇ ਹਾਂ। ਹਾਂਜੀ ਜੀ ਸਰ, ਇਹਦੀਆਂ ਦੂਸਰੀਆਂ ਰਿਵਾਈਜ਼ਡ ਆਨਸਰ ਕੀ ਆਈਆਂ ਕਿ ਨਹੀਂ ਹਾਲੇ ਤੱਕ? ਨਹੀਂ ਸਰ, ਨਹੀਂ ਆਈਆਂ, ਮੈਂ ਚੈੱਕ ਕੀਤੀਆਂ ਸੀ। ਓਕੇ, ਰਿਵਾਈਜ਼ ਨਹੀਂ ਆਈਆਂ, ਸਿੰਪਲ ਪਹਿਲੀਆਂ ਹੀ ਆਈਆਂ ਹੋਈਆਂ ਹਾਲੇ ਤੱਕ। ਹਾਂਜੀ ਸਰ, ਪਹਿਲੀ ਵਾਲੀ ਹੈਗੀ। ਮੇ ਬੀ ਮੈਨੂੰ ਲੱਗਦਾ ਪਾਉਣ ਨਾ ਪਾਉਣ ਉਹਨਾਂ ਦਾ ਕੋਈ ਪਤਾ ਨਹੀਂ, ਆਲਸੀ ਹੈਗੇ ਨੇ ਉਹ। ਵਾਹ ਸਰ, ਹੁਣ ਤਾਂ ਰਿਜ਼ਲਟ ਹੀ ਕੱਟਤਾ ਉਹਨਾਂ ਨੇ। ਹਾਂ, ਗਲਤੀ ਕਰਤਾ। ਓਕੇ ਜੀ, ਰੈਮਨ ਇੰਟੀਗ੍ਰੇਬਿਲਿਟੀ ਕੰਡੀਸ਼ਨ ਆਫ ਕੰਟੀਨਿਊਟੀ ਸਫੀਸ਼ੀਐਂਟ ਕੰਡੀਸ਼ਨ ਆ ਜੀ, ਨੋਟ ਕਰ ਲਓ, ਜਸਟ ਇਹ ਰਿਜ਼ਲਟ ਆ ਮੇਰੇ ਕੋਲ। ਠੀਕ ਹੈ, ਇਹਨੂੰ ਹੁਣ ਆਪਾਂ ਕੁਝ ਪ੍ਰੂਫ ਨਹੀਂ ਕਰ ਸਕਦੇ, ਐਜ਼ ਇਟ ਇਜ਼। ਹਾਂਜੀ, ਕੀ ਆ ਮੇਰੇ ਕੋਲ, ਦੇਖੋ ਕਹਿੰਦਾ ਫੰਕਸ਼ਨ ਇਸ ਤਰ੍ਹਾਂ ਦਾ ਦਿੱਤਾ ਹੋਇਆ ਮੇਰੇ ਕੋਲੇ ਨਾ, 0 ਤੇ ਚੈੱਕ ਕਰੋ। ਜਦੋਂ ਮੈਂ 0 ਤੇ ਚੈੱਕ ਕੀਤਾ, ਇਹ ਕੀ ਬਣ ਗਿਆ sin x/x, x ਅਪਰੋਚਸ ਟੂ 0 ਤੇ ਚੈੱਕ ਕਰਾਂਗੇ ਕਿਉਂਕਿ 0 ਤੇ ਬ੍ਰੇਕ ਹੋ ਰਿਹਾ, ਤੇ ਇਹਦਾ ਆਨਸਰ ਕਿੰਨਾ ਆਉਂਦਾ 1। ਆਪਾਂ ਨੂੰ ਕੀ ਦਿੱਤਾ ਹੋਇਆ, k ਦੀ ਵੈਲਿਊ 1 ਨਹੀਂ ਹੈਗੀ। ਠੀਕ ਹੈ, x ਦੀ ਵੈਲਿਊ 0 ਆ। ਹੁਣ ਅਗਰ ਮੈਂ k ਦੀ ਵੈਲਿਊ 1 ਰੱਖ ਦੇਵਾਂ ਤਾਂ ਮੇਰੇ ਕੋਲ ਕੀ ਹੋ ਜਾਏਗਾ, ਕੰਟੀਨਿਊਸ ਫੰਕਸ਼ਨ ਹੋ ਜਾਏਗਾ। ਹੁਣ ਅਗਰ ਆਪਾਂ ਕੰਟੀਨਿਊਟੀ ਬਣਾ ਸਕਦੇ ਹੋਈਏ, ਕਿਸੇ ਤੋਂ ਆਪਾਂ ਰਿਮੂਵ ਕਰ ਸਕੇ, ਹੁਣ ਦੇਖੋ ਇਹ ਰਿਮੂਵ ਹੋ ਜਾਏਗਾ ਨਾ, ਅਗਰ k ਦੀ ਵੈਲਿਊ 1 ਰੱਖ ਦਾਂਗੇ ਤਾਂ ਮੇਰੇ ਕੋਲ ਕਿਹੜੀ ਆ ਗਈ, ਰਿਮੂਵੇਬਲ ਡਿਸਕੰਟੀਨਿਊਟੀ।
ठीक है जी। कॉन्टिन्यूस तो है ही नहीं गा, क्यों? क्योंकि ये दोनों बराबर नहीं आए, क्योंकि के की वैल्यू 1 नहीं है। ठीक है जी। चलिए किस हाँ जी, ਕਿਵੇਂ ਕਰੋਗੇ ਕੁਐਸਚਨ ਨੂੰ? ਮੈਂ ਤੁਹਾਡੇ ਤੋਂ ਸੁਣਨਾ ਚਾਹਣਾ ਜੀ। ਹੁਣ ਆਪਾਂ ਇੰਨੇ ਸਵਾਲ ਕਰ ਚੁੱਕੇ ਹਾਂ, ਹੁਣ ਦਿਮਾਗ ਦੇ ਵਿੱਚ ਆਈਡੀਆ ਸਟ੍ਰਾਈਕ ਕਰਨਾ ਚਾਹੀਦਾ ਹੈ। ਹਾਂਜੀ ਜੁਝਾਰ ਸਰ, ਆ ਰਿਹਾ ਕੋਈ ਆਈਡੀਆ? हाँ जी सर, मैं पेपर च भी ਕੀਤਾ ਸੀ। ਹਾਂਜੀ x ਦੀ ਵੈਲਿਊ ਸਾਰੇ ਨੈਗੇਟਿਵ ਰੱਖ ਨਹੀਂ ਸਕਦੇ। ਸਿੰਪਲ ਫੰਡਾ ਆ। ਪਹਿਲਾਂ ਦੇਖੋ x ਰੀਅਲ ਨੰਬਰ ਆ, ਨੈਗੇਟਿਵ ਤਾਂ ਆਪਾਂ ਲੈ ਹੀ ਨਹੀਂ ਸਕਦੇ। ਕਿਉਂ? ਜਦੋਂ ਹਾਂਜੀ ਲੌਗ ਦੇ ਹਾਂਜੀ ਵਿੱਚ ਦੇਖੋ ਨੈਗੇਟਿਵ ਆ ਗਿਆ ਤਾਂ ਪੋਸੀਬਲ ਨਹੀਂਗਾ, ਯਾਨੀ ਕਿ ਫਸਟ ਆਪਸ਼ਨ ਗਈ। ਜੇ ਫਸਟ ਗਈ ਤਾਂ ਫਿਰ ਥਰਡ ਫੋਰਥ ਤਾਂ ਆਪਣੇ ਆਪ ਹੀ ਗਈ ਨੈਗੇਟਿਵ ਨਾ, ਵੀ ਉਹਦੇ ਚ ਵੀ ਲੈਸ ਦੇਨ ਗਿਆ। ਦੋ ਆਪਸ਼ਨ ਗਈਆਂ, x ਇਜ਼ ਇਕੁਅਲ ਟੂ 0 ਰਹਿ ਗਈ ਤਾਂ ਸੌਖੀ ਆਪਾਂ ਫਿਲ ਕਰਦੇ ਹਾਂ। ਮੈਂ 0 ਫਿਲ ਕੀਤਾ, 0/1 log 1 ਰਹਿ ਗਿਆ। ਇਧਰ ਕਿੰਨਾ ਬਣ ਗਿਆ ਮੇਰੇ ਕੋਲੇ 0। ਹੁਣ ਦੇਖੋ 0 ਲੈਸ ਦੈਨ 0, ਹਾਂਜੀ 0 ਲੈਸ ਦੈਨ 0 ਹੈਗੀ, ਇਧਰ 0 ਗ੍ਰੇਟਰ ਦੈਨ 0 ਪੋਸੀਬਲ ਹੈਗਾ ਮੇਰੇ ਕੋਲੇ ਜੀ। 0 0 ਤੋਂ ਛੋਟੀ ਵੀ ਹੋਵੇ, 0 0 ਤੋਂ ਵੱਡੀ ਵੀ ਹੋਵੇ, ਤਾਂ ਆਪਸ਼ਨ ਬੀ ਵੀ ਕੈਨਸਲ ਹੋ ਗਈ। ਤਾਂ ਜਿਹੜੀ ਮੇਰੇ ਕੋਲੇ ਓਨਲੀ ਵੈਲਿਡ ਕੁਐਸਚਨ ਕਿਹੜਾ ਬੱਚੀ? ਆਪਸ਼ਨ ਸੀ। ਦੇਖੋ ਇਨਕੁਐਲਿਟੀ ਵਾਲਾ ਸਮ ਆ ਜਾਏ ਤਾਂ ਤੁਹਾਨੂੰ ਕਦੇ ਵੀ ਗਲਤ ਨਹੀਂ ਹੋਣਾ ਚਾਹੀਦਾ, ਕਿਉਂਕਿ ਤੁਹਾਡੇ ਕੋਲੇ ਆਨਸਰ ਗਿਵਨ ਹੁੰਦੇ ਆ। ਅਗਰ ਆਪਾਂ ਆਨਸਰ ਗਿਵਨ ਤੋਂ ਵੀ ਆਪਾਂ ਗਲਤ ਕਰਾਂਗੇ ਫਿਰ ਗੜਬੜ ਹੋ ਜਾਏਗੀ। ਹਾਂਜੀ ਸਰ, ਇਦਾਂ ਕਲੀਅਰ ਹੈ ਜੀ? ਅਟੈਂਪਟ ਕੀਤਾ ਚਲਿਏ ਸੀ। ਓਕੇ ਜੀ। ਕਿਉਂਕਿ ਉਸ ਤਰ੍ਹਾਂ ਆਪਾਂ ਇਹਨੂੰ ਸੋਲਵ ਨਹੀਂ ਕਰ ਸਕਦੇ। ਕੋਈ ਕਹਿੰਦਾ ਵਿਚ ਆਫ ਦੀ ਫੋਲੋਇੰਗ ਇਜ਼ ਕਰੈਕਟ, ਕਿਹੜਾ ਕਰੈਕਟ ਹੋਏਗਾ ਆਪਣੇ ਕੋਲੇ? ਹਾਂਜੀ, ਬਾਉਂਡਡ ਵੇਰੀਏਸ਼ਨ ਹੋਵੇ ਤਾਂ ਮੇਰੇ ਕੋਲੇ ਕੰਟੀਨਿਊਸ ਹੋਏਗਾ, ਜ਼ਰੂਰੀ ਨਹੀਂਗਾ, ਆਪਾਂ ਰਿਜ਼ਲਟ ਨੋਟ ਕਰ ਚੁੱਕੇ ਹਾਂ। ਦੂਸਰਾ, ਕੰਟੀਨਿਊਸ ਹੋਇਆ ਤਾਂ ਬਾਉਂਡਡ ਵੇਰੀਏਸ਼ਨ ਹੋਏਗਾ, ਨਹੀਂ ਹੋਏਗਾ। ਕਿਹੜੀ ਐਗਜ਼ਾਮਪਲ ਕਰੀ ਸੀ ਆਪਾਂ? √x sin 1/x। ਠੀਕ ਹੈ, ਬਾਉਂਡਡ ਵੀ ਆ ਤੇ ਕੰਟੀਨਿਊਸ ਵੀ ਆ, ਬਟ ਮੇਰੇ ਕੋਲੇ ਕੀ ਆ? ਇਹ ਬਾਉਂਡਡ ਵੇਰੀਏਸ਼ਨ ਹੈ ਨਹੀਂਗਾ, ਇਹ ਮੇਰੇ ਕੋਲ ਦੋਨੋਂ ਆਪਸ਼ਨ ਕੱਟ ਦਿੰਦਾ। ਠੀਕ ਹੈ, ਅਗਰ ਬਾਉਂਡਡ ਵੇਰੀਏਸ਼ਨ ਹੋਵੇ ਤਾਂ ਵੀ ਮੇਰੇ ਕੋਲੇ ਜ਼ਰੂਰੀ ਨਹੀਂਗਾ ਉਹ ਕੰਟੀਨਿਊਸ ਹੈਗਾ। ਥਰਡ ਦੇਖ ਲਓ, ਐਵਰੀ ਸੈਟ ਇਜ਼ ਲਬੇਗ ਇੰਟੀਗਰਲ। ਲਬੇਗ ਇੰਟੀਗਰਲ ਦਾ ਮਤਲਬ ਕੀ ਆ? ਜਿੱਦਾਂ ਆਪਾਂ ਪਹਿਲਾਂ ਲੈਂਥ ਫਾਈਂਡ ਕਰਦੇ ਸੀ ਮੈਜ਼ਰੇਬਲ ਦੇ ਵਿੱਚ, ਮੀਨਿੰਗ ਕੀ ਆ? ਮੇਰੇ ਕੋਲੇ ਇੰਟੀਗ੍ਰੇਸ਼ਨ ਮੈਂ ਉਹਦੀ ਫਾਈਂਡ ਕਰ ਸਕਦਾ, ਜ਼ਰੂਰੀ ਨਹੀਂਗਾ ਆਪਾਂ ਹਰ ਇੱਕ ਸੈਟ ਦੀ ਕਰ ਸਕੀਏ। ਐਵਰੀ ਬੋਰਲ ਸੈਟ, ਬੋਰਲ ਸੈਟ ਮਤਲਬ ਕੈਂਟਰ ਸੈਟ ਦੀ ਗੱਲ ਕਰਦਾ ਪਿਆ ਮੇਰੇ ਕੋਲੇ। ਕੈਂਟਰ ਸੈਟ ਤੁਹਾਨੂੰ ਲਿਖਾਇਆ ਸੀ ਜਦੋਂ ਆਪਾਂ ਲਬੇਗ ਇੰਟੀਗਰਲ ਕੀਤਾ ਸੀ, ਉਹਦੀਆਂ ਸਾਰੀਆਂ ਪ੍ਰੋਪਰਟੀਜ਼ ਲਿਖਾ ਦਿੱਤੀਆਂ ਸੀ। ਮੇਰੇ ਕੋਲੇ ਕੀ ਹੁੰਦਾ? ਇਹ ਮੇਰੇ ਕੋਲੇ ਕੀ ਹੈ? ਮੈਜ਼ਰੇਬਲ ਹੁੰਦਾ। ਇਹਨੂੰ ਆਪਾਂ ਮੈਜ਼ਰ ਕਰ ਸਕਦੇ ਹਾਂ। ਇਹਦਾ ਮੈਜ਼ਰ ਕਿੰਨਾ ਆਉਂਦਾ ਨਾਲ ਇਹ ਵੀ ਦੱਸਿਆ ਸੀਗਾ ਮੈਂ, 0 ਆਉਂਦਾ ਸੀਗਾ। ਠੀਕ ਹੈ ਜੀ, ਚਲਿਏ ਅੱਗੇ। ਕੈਂਟਰ ਸੈਟ ਆਪਣੇ ਕੋਲ। ਨੈਕਸਟ ਦੇਖ ਲਓ ਜੀ। ਹੁਣ ਕਈ ਵਾਰ ਕੀ ਹੁੰਦਾ ਆਪਣੇ ਕੋਲੇ ਕੁਝ ਚੀਜ਼ਾਂ ਹੀ ਆਪਣਾ ਬਚਾ ਕਰ ਜਾਂਦੀਆਂ। ਮੈਂ ਤੁਹਾਨੂੰ ਮੋਨੋਟੋਨਿਕਲ ਕਨਵਰਜੈਂਸ ਸੀਕੁਐਂਸ ਲਿਖਾਈ ਸੀ, ਇਹ ਕਾਹਦੇ ਵਾਸਤੇ ਹੁੰਦੀ ਸੀ ਮੇਰੇ ਕੋਲੇ? ਯਾਦ ਕਰੋ ਜੀ ਜਰਾ। ਇਨਕਰੀਜ਼ਿੰਗ ਵਾਸਤੇ ਇੰਕਰੀਜ਼ਿੰਗ ਹੁੰਦੀ ਸੀ। ਸੀਕੁਐਂਸ ਵਾਸਤੇ ਸਰ। ਹਾਂਜੀ, ਰਿਜ਼ਲਟ ਲਿਖਿਆ, ਆਪਣਾ ਕੰਮ ਆ ਗਿਆ, ਇਨਕਰੈਕਟ ਪੁੱਛਿਆ ਸੀ ਤਾਂ ਮੇਰਾ ਆਨਸਰ ਡੀ ਆ। ਠੀਕ ਹੈ ਜੀ। ਹੁਣ ਇਹਦੀ ਬਾਕੀ ਹਾਲੇ ਆਪਾਂ ਦੋ ਆਪਸ਼ਨ ਥੋੜਾ ਜਿਹਾ ਲਿਖਿਆ ਸੀ, ਐਵਰੀਵੇਅਰ ਆਪਾਂ ਆਲਮੋਸਟ ਐਵਰੀਵੇਅਰ ਬਾਰੇ ਆਪਾਂ ਸਾਰਾ ਨਹੀਂ ਸੀ ਪੜਿਆ, ਕਿਉਂਕਿ ਲਬੇਗ ਕਾਫੀ ਵੱਡਾ ਆਪਾਂ ਆਪਣੇ ਕੰਮ ਜੋਗਾ ਪੜਿਆ ਸੀਗਾ। ਫਸਟ ਆਪਣੀ ਆਪਸ਼ਨ ਬਣਦੀ ਪਈ ਆ, ਦੇਖੋ ਕੀ ਸੀਗਾ? ਐਫ ਮੇਰੇ ਕੋਲੇ ਰਾਈਮਨ ਇੰਟੈਗਰਲ ਹੈ। ਅਗਰ ਰਾਈਮਨ ਇੰਟੈਗਰਲ ਹੈ ਤਾਂ ਮੇਰੇ ਕੋਲੇ ਲਬੇਗ ਇੰਟੈਗਰਲ ਪੱਕਾ ਹੁੰਦਾ ਆ। ਅਗਰ ਲਬੇਗ ਇੰਟੈਗਰਲ ਹੈਗਾ ਤਾਂ ਫਿਰ ਮੇਰੇ ਕੋਲੇ ਜ਼ਰੂਰੀ ਨਹੀਂਗਾ ਮੇਰੇ ਕੋਲੇ ਰਾਈਮਨ ਇੰਟੈਗਰਲ ਹੋਵੇ। ਰੀਜ਼ਨ ਵੀ ਤੁਹਾਨੂੰ ਦੱਸਿਆ ਸੀ ਕਿਉਂ। ਜਿਹੜਾ ਸਪੋਜ਼ ਕਰੋ ਮੇਰੇ ਕੋਲੇ ਰਾਈਮਨ ਆ, ਇੱਥੇ ਮੇਰੇ ਕੋਲੇ ਰਾਈਮਨ ਹੋਏਗਾ, ਇੱਥੇ ਮੇਰੇ ਕੋਲੇ ਅਪਰ ਸਮ ਹੋਏਗਾ, ਇਹਦਾ ਇੱਥੇ ਲੋਅਰ ਹੋਏਗਾ, ਤਾਂ ਰਾਈਮਨ ਦਾ ਲੋਅਰ ਸਮ ਲਬੇਗ ਦਾ ਮੇਰੇ ਕੋਲੇ ਇੱਥੇ ਹੋਏਗਾ। ਲੋਅਰ ਸਮ ਇੱਥੇ ਹੋਏਗਾ, ਅਪਰ ਸਮ ਮੇਰੇ ਕੋਲੇ ਇੱਥੇ ਹੋਏਗਾ। ਦੇਖੋ ਅਗਰ ਇਹ ਦੋਨੋਂ ਚੀਜ਼ਾਂ ਬਰਾਬਰ ਹੋਊਗਾ, ਅਗਰ ਬਰਾਬਰ ਹੁੰਦੀਆਂ ਤਾਂ ਹੀ ਮੇਰੇ ਕੋਲ ਰੀਮਨ ਇੰਟੀਗ੍ਰੇਸ਼ਨ ਹੋਣੇ, ਯਾਨੀ ਕਿ ਸੁੰਗੜ ਕੇ ਇੱਕੋ ਪੁਆਇੰਟ ਤੇ ਆਊਗਾ, ਤਾਂ ਫਿਰ ਮੇਰੇ ਕੋਲ ਇਹ ਲਬੇਗ ਤਾਂ ਆਪਣੇ ਆਪ ਹੀ ਬਣ ਗਿਆ ਨਾ। ਇਸ ਤਰੀਕੇ ਨਾਲ ਆਪਾਂ ਇਹਨੂੰ ਕਰਦੇ। ਹਾਂਜੀ, ਡਾਇਗਰਾਮ ਸ਼ੋ ਹੋ ਗਈ ਸਾਰੀ, ਤਾਂ ਕਿ ਮੈਂ ਅਗਲੇ ਪੇਜ ਤੇ ਜਾ ਸਕਾਂ। ਹਾਂਜੀ ਚਲੋ ਚलिए जी, डायग्राम अगर कंप्लीट शो हुआ तो दस दो मड़ा। हाँ जी सर। ओके जी। 99 ਸਮ ਕੀ ਕਹਿ ਰਿਹਾ ਮੇਰੇ ਕੋਲੇ? fx ਦਿੱਤਾ ਹੋਇਆ ਮੇਰੇ ਕੋਲੇ। ਹਾਂਜੀ ਯਾਦ ਹੈ ਜੀ, ਕਲਾਸ ਦੇ ਵਿੱਚ ਇਹ ਵੀ ਕਰਿਆ ਸੀ। ਕਿਵੇਂ ਆਪਾਂ ਪੁੱਟ ਕਰਨਾ? x ਨੂੰ ਫਿਟ ਕਰਨਾ ਆਪਾਂ r cos θ,
y ਨੂੰ ਫਿਲ ਕਰਨਾ ਆਪਾਂ r sin ਥੀਟਾ। ਤੇ ਜਦੋਂ ਫਿਲ ਕਰਾਂਗੇ ਤਾਂ ਮੇਰੇ ਕੋਲੇ ਕੀ ਕਰਦਾ, ਫਿਰ ਆਪਾਂ ਲਿਮਿਟ r ਅਪਰੋਚਸ ਟੂ 0 ਕਰਦੇ ਹੁੰਦੇ ਆ। ਇੱਧਰ ਮੇਰੇ ਕੋਲੇ ਫੰਕਸ਼ਨ x ਤੇ y ਦੋਨੋਂ r cos ਥੀਟਾ ਹੁਣ ਆਪਾਂ ਨਹੀਂ ਲਿਖਦੇ ਕਿਉਂਕਿ ਆਪਾਂ ਪੇਪਰ ਦੇ ਹਿਸਾਬ ਨਾਲ ਕਰਦੇ ਪਏ ਆ। ਇਹ ਬਣ ਗਿਆ ਮੇਰੇ ਕੋਲੇ r cos ਥੀਟਾ r sin ਥੀਟਾ। ਡਿਨੋਮੀਨੇਟਰ ਦੇ ਵਿੱਚ r ਸਕੁਅਰ ਕਾਮਨ ਆ ਗਿਆ, ਅੰਦਰ sin ਸਕੁਅਰ ਪਲੱਸ cos ਸਕੁਅਰ ਬਣ ਗਿਆ 1। ਤਾਂ r ਸਕੁਅਰ ਨਾਲ r ਸਕੁਅਰ ਕੱਟਿਆ ਗਿਆ ਤੇ ਮੇਰੇ ਕੋਲ r ਫਿਲ ਕਰਨ ਨੂੰ ਹੀ ਨਹੀਂ, ਮੇਰੇ ਕੋਲ ਕੀ ਬਚ ਗਿਆ ਜਸਟ cos ਥੀਟਾ ਤੇ sin ਥੀਟਾ। ਆਪਾਂ ਚਾਹੁੰਦੇ ਹੁੰਦੇ ਮੇਰੇ ਕੋਲੇ ਥੀਟਾ ਨਾ ਬਚੇ, ਤਾਂ ਥੀਟਾ ਬਚ ਗਿਆ ਤਾਂ ਮੇਰੇ ਕੋਲੇ ਕੰਟੀਨਿਊਸ ਹੈ ਨਹੀਂਗਾ। ਅਗਰ ਕੰਟੀਨਿਊਸ ਨਹੀਂ ਹੈਗਾ ਤਾਂ ਡਿਫਰੈਂਸ਼ੀਏਬਲ ਵੀ ਨਹੀਂ ਹੈਗਾਗਾ। ਤੇ ਲਾਸਟ ਆਪਸ਼ਨ ਦੇਖੋ ਕੰਟੀਨਿਊਸ ਆ, ਕਹਿੰਦਾ ਨਹੀਂ। 3 ਆਪਸ਼ਨ ਕੱਟ ਕਰ ਦਿੱਤੀਆਂ ਤਾਂ ਆਨਸਰ ਮੇਰੇ ਕੋਲ ਕਿਹੜਾ ਬਣ ਗਿਆ, ਸੀ। ਜੇ ਕਿਸੇ ਨੇ ਸੀ ਟਰਾਈ ਕਰਨਾ ਤਾਂ ਪਾਰਸ਼ਲ ਸਮ ਉਹਦਾ ਚੈੱਕ ਕਰਕੇ ਦੇਖ ਲਿਓ ਐਗਜ਼ਿਸਟ ਹੁੰਦਾ ਕਿ ਨਹੀਂ। ਤੁਸੀਂ ਕਰ ਲਈ, ਯਾਨੀ ਕਿ ਤੁਸੀਂ ਇਹ ਫਾਈਂਡ ਕਰਨਾ ਜੀ f of x ਤੇ f of y ਪਾਰਸ਼ਲ ਸਮ ਚੈੱਕ ਕਰਨ ਦਾ ਮੈਥਡ ਤੁਹਾਨੂੰ ਲਿਖਾਇਆ ਹੋਇਆ। ਇਹ ਵੈਸੇ ਜ਼ਰੂਰਤ ਹੀ ਨਹੀਂ, 3 ਆਪਸ਼ਨਸ ਕੈਂਸਲ ਹੋਊਗਾ, ਇੱਕ ਆਪਸ਼ਨ ਬਚ ਗਈ, ਉਹ ਮੇਰਾ ਆਨਸਰ ਹੋਏਗਾ। ਚਲੋ ਜੀ ਨੈਕਸਟ ਦੇਖਦੇ ਹਾਂ ਜੀ। ਕਹਿੰਦਾ ਵਿਚ ਆਫ ਦੀ ਫੋਲੋਇੰਗ ਇਜ਼ ਕਰੈਕਟ। ਦੇਖੋ ਤੁਹਾਡੇ ਕੋਲੇ ਮੈਟ੍ਰਿਕ ਸਪੇਸ ਪੁੱਛ ਲੇ, ਟਪੋਲੋਜੀ ਪੁੱਛ ਲੇ, ਜੋ ਆਪਾਂ ਸੈਟ ਥਿਊਰੀ ਦੀਆਂ ਆਪਾਂ ਬੇਸਿਕਸ ਪੜ੍ਹੀਆਂ ਉਹ ਨਹੀਂ ਚੇਂਜ ਹੋਣੀਆਂ। ਕਲੋਜ਼ ਬਾਉਂਡਡ ਵਗੈਰਾ ਜੋ ਵੀ ਪੜਿਆ ਉਹ ਥੋੜਾ ਜਿਹਾ ਐਕਸਟੈਂਡ ਹੁੰਦੀਆਂ ਜਾਣਗੀਆਂ, ਬਾਕੀ ਸਾਰਾ ਸੇਮ ਹੋਏਗਾ। ਦੇਖੋ ਕਹਿੰਦਾ ਐਵਰੀ ਪਾਰਟ ਆਫ ਏ ਮੈਟ੍ਰਿਕ ਸਪੇਸ ਇਜ਼ ਕਲੋਜ਼ਡ। ਫਾਈਨਾਈਟ ਸਬਸੈਟ ਦੀ ਗੱਲ ਕਰਦਾ ਪਿਆ, ਫਾਈਨਾਈਟ ਸਬਸੈਟ। ਹੁਣ ਫਾਈਨਾਈਟ ਸਬਸੈਟ ਛੱਡ ਦਿਓ, ਤੁਸੀਂ ਫਾਈਨਾਈਟ ਸੈੱਟ ਕੋਲੇ ਪਹੁੰਚ ਜਾਓ ਭੱਜ ਕੇ। ਤਾਂ ਮੇਰੇ ਕੋਲ ਫਾਈਨਾਈਟ ਸੈੱਟ ਤੁਹਾਨੂੰ ਯਾਦ ਆ, ਥੋੜਾ ਜਿਹਾ ਪੜਿਆ ਸੀ ਆਪਾਂ। ਕੋਈ ਵੀ ਤੁਸੀਂ 1 2 3 ਲੈ ਲਓ, 4 ਲੈ ਲਓ, ਇਹਦੇ ਲਿਮਿਟ ਪੁਆਇੰਟ ਕਿੰਨੇ ਆਉਣਗੇ? ਕੋਈ ਵੀ ਨਹੀਂ ਆਉਂਦਾ ਹੁੰਦਾ। ਰੀਜ਼ਨ ਕਿਉਂ? ਕਿਉਂਕਿ ਆਪਾਂ ਕਿਸੇ ਵੀ ਪੁਆਇੰਟ ਦੇ ਲਾਗੇ ਤੱਕ ਕੋਈ ਪੁਆਇੰਟ ਨਹੀਂ ਆਉਂਦਾ। ਵੈਸੇ ਵੀ ਲਿਮਿਟ ਪੁਆਇੰਟ ਦੀ ਡੈਫੀਨੇਸ਼ਨ ਆ ਵੀ ਜਿਹੜੇ ਪੁਆਇੰਟ, ਜਿਹੜਾ ਲਿਮਿਟ ਪੁਆਇੰਟ ਹੋਏਗਾ ਉਹਦੇ ਆਸੇ-ਪਾਸੇ ਇਨਫਾਈਨਾਈਟ ਮਿਲਣਗੇ। ਪਰ ਇਹ ਤਾਂ ਖੁਦ ਫਾਈਨਾਈਟ ਸੈੱਟ ਆ, ਤਾਂ ਇਨਫਾਈਨਾਈਟ ਪੁਆਇੰਟ ਕਿੱਥੋਂ ਦੇ ਦੇਗਾ ਆਪਾਂ ਨੂੰ? ਤਾਂ ਦੇਖੋ ਅਗਰ ਮੈਂ ਸੈੱਟ ਤੇ ਉਹਦੇ ਲਿਮਿਟ ਪੁਆਇੰਟ ਸੈੱਟ ਦੇ ਵਿੱਚ ਪਾ ਦਾਂ, ਅਗਰ ਸੈੱਟ ਦੇ ਬਰਾਬਰ ਆ ਜੇ ਉਹਨੂੰ ਮੈਂ ਬੋਲਦਾ ਹੁੰਦਾ ਕਲੋਜ਼ ਸੈੱਟ। ਦੇਖੋ ਕਲੋਜ਼ ਬਣ ਗਿਆ, ਕੋਈ ਫਰਕ ਹੀ ਨਹੀਂ ਪਿਆ। ਲਓ ਜੀ ਆਨਸਰ ਕਿਹੜਾ ਮੇਰੇ ਕੋਲੇ ਬੀ ਆ। ਬਾਕੀ ਕੱਟਣੀਆਂ ਵੀ ਸਿੱਖ ਲਓ, ਜਿੰਨੇ ਕ ਆਪਾਂ ਕਰੇ ਆ ਉਹਨਾਂ ਚ ਆਪਾਂ ਕੱਟ ਵੀ ਸਕਦੇ ਆ। ਕੀ ਕਹਿੰਦਾ ਪਿਆ, ਮੈਟ੍ਰਿਕ ਸਪੇਸ ਛੱਡ ਦਿਓ, ਆਪਾਂ ਇਹਨੂੰ ਸੈੱਟ ਦੇ ਵਿੱਚ ਲੈ ਜਾਣਾ ਆਪਣੇ ਹਿਸਾਬ ਦੇ ਨਾਲ। ਇੰਟਰਸੈਕਸ਼ਨ ਆਫ ਆਰਬਿਟਰੇਰੀ ਫੈਮਿਲੀ ਆਫ ਓਪਨ ਸੈੱਟ। ਆਰਬਿਟਰੇਰੀ ਮਤਲਬ ਫਾਈਨਾਈਟ ਵੀ ਹੋ ਸਕਦੇ ਆ ਤਾਂ ਇਨਫਾਈਨਾਈਟ ਵੀ ਹੋ ਸਕਦੇ ਆ। ਓਪਨ ਸੈੱਟ ਕਦੋਂ ਓਪਨ ਹੁੰਦੇ ਸੀਗੇ? ਜਦੋਂ ਉਹ ਕੱਲੇ ਫਾਈਨਾਈਟ ਹੋਵੇ, ਉਹਨਾਂ ਦੀ ਫਾਈਨਾਈਟ ਕਲੈਕਸ਼ਨ ਹੋਵੇ। ਹੁਣ ਆਰਬਿਟਰੀ ਦਾ ਮਤਲਬ ਇਨਫਾਈਨਾਈਟ ਵੀ ਹੈਗਾ ਸੀ, ਮਤਲਬ ਫਸਟ ਆਪਸ਼ਨ ਕੈਂਸਲ ਹੋ ਗਈ। ਥਰਡ ਆਪਸ਼ਨ ਕਹਿੰਦਾ ਰੀਅਲ ਨੰਬਰ ਲਾਈਨ ਇਜ਼ ਕੰਪੈਕਟ। ਨਹੀਂ ਹੁੰਦੀ, ਰੀਜ਼ਨ ਕੀ ਆ? ਬਾਉਂਡਡ ਨਹੀਂ ਹੁੰਦਾ ਮੇਰੇ ਕੋਲੇ। ਠੀਕ ਆ, ਨਹੀਂ ਕੰਪੈਕਟ ਹੁੰਦੀ, ਰੀਜ਼ਨ ਬਾਉਂਡਡ ਨਹੀਂ ਗਾ ਮੇਰੇ ਕੋਲੇ। ਹਾਂਜੀ ਫੋਰਥ, यूनियन ऑफ 2 कनेक्टेड सेट्स इज कनेक्टेड। पॉसिबल है जी? मैं एक ले लिया 0 1, सेकंड ले लिया मैं 5 10। तो रियल नंबर लाइन ते 0 1, ਅੱਗੇ ਜਾ ਕੇ ਮੇਰੇ ਕੋਲ ਕਿਤੇ 5 10। ਇਸ ਪੁਆਇੰਟ ਤੋਂ ਤੁਸੀਂ ਇਸ ਪੁਆਇੰਟ ਤੇ ਜਾਣਾ ਆ, ਜਾ ਸਕਦੇ ਹੋ ਬਿਨਾ ਪੈਨ ਉਠਾਏ? ਜਾਣਾ ਤਾਂ ਇੱਧਰ ਨਹੀਂ ਪੈਣਾ ਨਾ, ਇਹ ਤਾਂ ਰਸਤਾ ਹੀ ਨਹੀਂ ਹੈਗਾ ਮੇਰੇ ਕੋਲੇ। ਤਾਂ ਮੇਰੇ ਕੋਲ ਕੀ ਬਣ ਜਾਏਗਾ? ਨਾਟ ਕਨੈਕਟਡ। ਠੀਕ ਹੈ ਜੀ। ਹੁਣ ਇਸ ਗੱਲੋਂ ਨਹੀਂ ਡਰਨਾ ਵੀ ਮੇਰੇ ਕੋਲ ਮੈਟ੍ਰਿਕ ਸਪੇਸ ਦਾ ਕੁਐਸਚਨ ਆ ਗਿਆ ਜਾਂ ਕੁਝ ਹੋਰ ਆ ਗਿਆ, ਤਾਂ ਕੋਈ ਦਿੱਕਤ ਨਹੀਂ। ਜੋ ਆਪਾਂ ਪੜ੍ਹ ਚੁੱਕੇ ਆ ਸੈੱਟ ਥਿਊਰੀ, ਉਹ ਸੈੱਟ ਥਿਊਰੀ ਤੇ ਬਾਹਰੋਂ ਕੁਝ ਨਹੀਂ ਜਾ ਸਕਦਾ ਆਪਣੇ ਕੋਲੇ। ਹਾਂਜੀ ਅੱਗੇ ਦੱਸ ਦਿਓ ਜੀ। ਕਹਿੰਦਾ ਵਿਚ ਆਫ ਦੀ ਫੋਲੋਇੰਗ ਇਜ਼ ਇਨਕਰੈਕਟ। ਹਾਂਜੀ ਇਹਦੀ ਐਜ਼ ਇਟ ਇਜ਼ ਆਪਾਂ ਨੂੰ ਸਟੇਟਮੈਂਟ ਹੀ ਪੜ੍ਹਨੀ ਪੈਣੀ ਹੈ ਜੀ। ਦੇਖੋ ਕੀ ਹੈ ਮੇਰੇ ਕੋਲੇ, every closed subset of a finite dimension norm linear space is compact। ਠੀਕ ਹੈ, ਕਲੋਜ਼ ਕਿਆ ਜ਼ਰੂਰੀ ਨਹੀਂਗਾ ਮੇਰੇ ਕੋਲੇ ਬਾਉਂਡਡ ਵੀ ਹੋਵੇ। ਠੀਕ ਹੈ, ਕੰਪੈਕਟ ਵਾਸਤੇ ਮੈਨੂੰ ਕੀ ਚਾਹੀਦਾ ਹੁੰਦਾ? ਕਲੋਜ਼ ਪਲੱਸ ਬਾਉਂਡਡ ਚਾਹੀਦਾ ਹੁੰਦਾ। ਠੀਕ ਹੈ, ਜਸਟ ਉਹਨੇ ਕਲੋਜ਼ ਦਿੱਤਾ ਆ, ਹੋ ਸਕਦਾ ਮੇਰੇ ਕੋਲੇ ਕੀ ਹੋਵੇ? ਕੰਪੈਕਟ ਨਾ ਹੋਵੇ, ਬਾਉਂਡਡ ਨਾ ਹੋਵੇ, ਸੌਰੀ। ਠੀਕ ਹੈ ਜੀ, ਤਾਂ ਮੇਰੇ ਕੋਲੇ ਆਪਸ਼ਨ ਨੰਬਰ ਕਿਹੜੀ ਆ? ਡੀ ਰੋਂਗ ਆ। ਹਾਂਜੀ ਨੈਕਸਟ ਦੇਖ ਲਓ ਜੀ। ਤੁਸੀਂ ਐਂਗਲ ਫਾਈਂਡ ਕਰਨਾ A ਤੇ B ਦੇ ਬਿਟਵੀਨ। ਤਾਂ ਤੁਸੀਂ ਕੀ ਕਰੋ, ਦੇਖੋ A ਮੋਡੂਲਸ B ਦਾ
ਸਕੁਅਰ ਕਰ ਦਿਓ, ਇਧਰ ਕੀ ਬਣ ਜਾਏਗਾ c ਮੋਡੂਲਸ ਦਾ ਸਕੁਅਰ। ਤਾਂ ਜਦੋਂ ਇਹਨੂੰ ਸੋਲਵ ਕਰੋਗੇ ਤਾਂ ਤੁਹਾਡੇ ਕੋਲ ਕੀ ਬਣ ਜਾਏਗਾ a ਮੋਡੂਲਸ ਦਾ ਸਕੁਅਰ b ਮੋਡੂਲਸ ਦਾ ਸਕੁਅਰ। ਇੱਥੇ ਬਣ ਜਾਏਗਾ ਤੁਹਾਡੇ ਕੋਲ 2 ਇਹਨਾਂ ਦੋਨਾਂ ਦੀ ਡਾਟ, ਇਹਨਾਂ ਦੋਨਾਂ ਦੀ ਡਾਟ ਇਜ਼ ਇਕੁਅਲ ਟੂ c ਮੋਡੂਲਸ ਦਾ ਸਕੁਅਰ। ਦੇਖੋ ਸਾਰਿਆਂ ਦੀ ਵੈਲਿਊ ਫਿਲ ਕਰ ਦਿਓ, ਤੁਹਾਡੇ ਕੋਲ ਕਿੰਨਾ ਬਣੇਗਾ 4 ਦਾ ਸਕੁਅਰ 64 ਕੀ ਸਕੁਅਰ ਕੀਤਾ 36। ਹਾਂਜੀ ਹੁਣ ਮੇਰੇ ਕੋਲ ਇਹ ਚੀਜ਼ ਮੈਨੂੰ ਪਤਾ ਆ cos ਥੀਟਾ ਕਿਹਦੇ ਬਰਾਬਰ ਹੁੰਦਾ a ਡਾਟ b ਮੋਡੂਲਸ a ਮੋਡੂਲਸ b। ਇਹਦੀ ਵੈਲਿਊ ਫਿਲ ਕਰ ਦਿਓ ਤਾਂ 2 ਐਜ਼ ਇਟ ਇਜ਼ a ਡਾਟ b ਦੀ ਮੇਰੇ ਕੋਲ ਵੈਲਿਊ ਆ ਜਾਏਗੀ cos ਥੀਟਾ a ਮੋਡ b ਮੋਡ। ਇਧਰ ਬਣ ਜਾਏਗਾ ਮੇਰੇ ਕੋਲ 64। ਤਾਂ ਜਦੋਂ ਤੁਸੀਂ ਸੋਲਵ ਕਰੋਗੇ ਤਾਂ ਤੁਸੀਂ ਦੇਖੋ ਕੀ ਬਣਦਾ ਪਿਆ cos ਥੀਟਾ ਕਿਹਦੇ ਬਰਾਬਰ ਬਣ ਗਿਆ 64 ਮਾਈਨਸ 52। ਠੀਕ ਹੈ ਜੀ, ਇਹ ਬਣ ਜਾਏਗਾ ਜੀ। ਨਾਲ a ਤੇ b ਮੋਡੂਲਸ ਦੀ ਵੈਲਿਊ ਆਪਾਂ ਡਿਵਾਈਡ ਦੇ ਵਿੱਚ ਭੇਜ ਦਿੰਨੇ ਇੱਥੇ ਹੀ, ਉਹ ਤੁਹਾਡੇ ਕੋਲ ਬਣ ਜਾਏਗਾ 4 into 6। ਤਾਂ ਦੇਖੋ ਜੀ cos ਥੀਟਾ ਕਿੰਨਾ ਬਣ ਗਿਆ, ਉੱਪਰ ਬਣ ਗਿਆ 12 upon 4 into 6 into 2। ਲੋ ਜੀ ਇਹ ਬਣ ਗਿਆ ਮੇਰੇ ਕੋਲ ਕੱਟਿਆ ਗਿਆ 12। ਤਾਂ ਮੇਰੇ ਕੋਲ ਥੀਟੇ ਦੀ ਵੈਲਿਊ ਕਿੰਨੀ ਬਣ ਗਈ cos ਇਨਵਰਸ ਜਸਟ 1/4। ਆਨਸਰ ਮੇਰੇ ਕੋਲ C ਆ ਗਿਆ ਜੀ। चलिए आगे जी। हाँ जी कहना सम ऑफ 2 यूनिट वेक्टर इज ए यूनिट वेक्टर। 2 यूनिट वेक्टर दिते, लो जी मैं एक ले लिया। यूनिट वेक्टर का मतलब उसकी लेंथ 1 होएगी। सैकेंड यूनिट वेक्टर देखो उपर साइन भी पाने होंगे, अगर आप जवाकां नूं पढ़ा रहे हैं जे नहीं भी पैंदा तो मन के चलना भी मेरे को वैक्टर की गल करदा पिया, उपर साइन लगे हुए a प्लस b, ये भी मेरे को यूनिट वेक्टर। ये स्केयरिंग कर दो, स्केयरिंग करके देखो मेरे को की बनेगा a मॉडुलस का स्केयर b मॉडुलस का स्केयर 2a डॉट b। हाँ जी वैल्यू यदि 1 1 1 प्लस 2a डॉट b, 2a डॉट b की वैल्यू फाइंड कर लो। 1 1 कैंसल हो गया, थोड़े को कितना बन गया जस्ट नेगेटिव का 1 बच गया, इनू इधर लैफ्ट साइड से ले गए। हाँ जी मैं फाइंड की करनी है, इन्हों के डिफरेंस की वैल्यू फाइंड करनी है। तो मेरे को की होएगा अगेन मैं इसका स्केयर किया माइनस 2a डॉट b, 2a डॉट b की आप वैल्यू फाइंड कर चुके हैं 1 1। ये नेगेटिव 1 आई सी, नेगेटिव 1 इतने पिया प्लस 1 हो गया। तो थोड़े को देखो a डॉट b इधरों स्केयर हटाया उधर रूट दे विच लग गया। आंसर मेरा किहड़ा बन गया जी डी। छोटे छोटे सम है जी। हाँ जी नैक्सट प्रोजेक्शन फाइंड करनी है जी। ए ऑन बी प्रोजेक्शन की होंगी है मेरे को ए डॉट बी बी का मॉडुलस। चेक करके दस दो कितना आ जाए प्रोजेक्शन। 1 सर। हाँ जी फार्मूला थोड़ा लिख दिता तो आंसर थोड़ा 1 आ जाएगा। ये सॉल्व करने की जरूरत नहीं, कर लो जरा जी। सैकेंड देख लो कोप्लेनर ने हुण तो तुहानूं आंसर आना चाहिए इहदा। कोप्लेनर मतलब इको प्लेन के उपर होना, तो आलवेज आंसर तुहाडे कोले 0 आएगा। नहीं तो तुसीं किवें करदे हो, जैसे आपां ए नूं आई फिल कर दिए, बी नूं जे बी नूं भी आई फिल कर दिंदे ने, सी नूं भी मैं आई फिल कर देना, तो मेरे को आंसर क्या आएगा 0 आएगा। ठीक है जी, ये मेरे को बाकी 2 ऑप्शन भी सेम बन जांदियां। फिर मैनूं उहदे वास्ते कोई ना कोई 2 होर वैक्टर लैके सॉल्व करना पैना, पर तुसीं की करके चलो अगर कोप्लेनर है तो तुहाडे कोले ऑलवेज आंसर 0 आएगा। ठीक है जी, ज़्यादा सॉल्व करने की जरूरत नहीं आपां नूं। हाँ जी दी वैल्यू ऑफ आर विच इज पॉजिटिव फॉर एवरी रियल वैल्यू एक्स। हाँ जी की आएगा जस्ट तुसीं की कर लो वैल्यू फिल करके देख लो, जां तां आर दी ठीक है, जां डिस्क्रिमिनेट सॉल्व कर दो। लो जी पहला तो मैं चेक करदा हां इहदा मतलब की आ 0 एक्स नूं 0 फिल करके देखदे हां। सॉरी एक्स नूं नहीं आर दी गल करदे पए ना आपां, आर नूं। ठीक है की कहंदा मैं मेरे कोल ये जिहड़ा हैगा ये हमेशा पॉजिटिव आवे। दी वैल्यू ऑफ आर फॉर द विच इज पॉजिटिव फॉर एवरी रियल वैल्यू एक्स।
ਆਰ ਨੂੰ ਤੁਸੀਂ 0 ਫਿਲ ਕਰਕੇ ਦੇਖੋ ਤੁਹਾਡੇ ਕੋਲੇ ਕਿਹੜੀ ਆਪਸ਼ਨ ਮਤਲਬ ਪੋਜ਼ਿਟਿਵ ਰਹਿੰਦਾ ਹੈ ਕਿ ਨਹੀਂ। ਤਾਂ ਤੁਹਾਡੇ ਕੋਲੇ ਦੇਖੋ ਪਹਿਲਾ ਬਣ ਜਾਣਾ x² ਨੈਗੇਟਿਵ ਦਾ -2x ਹਾਂਜੀ -2x ਤੇ +2। ਦੇਖੋ ਜੀ ਇਹ ਹਮੇਸ਼ਾ ਪੋਜ਼ਿਟਿਵ ਆਏਗਾ। ਹਾਂਜੀ ਤੁਸੀਂ ਆਪ ਹੀ ਦੱਸਣਾ ਵੇਖ ਕੇ। ਮੰਨ ਲਓ ਮੈਂ x ਦੀ ਵੈਲਿਊ ਹੁਣ 1 ਹੀ ਫਿਲ ਕਰ ਦਿੰਦਾ, ਇਹ ਮੇਰੇ ਕੋਲੇ ਕਦੇ ਪੋਜ਼ਿਟਿਵ ਨਹੀਂ ਆਏਗਾ। ਕਲੀਅਰ। ਫਸਟ ਆਪਸ਼ਨ ਗਈ। ਇੱਕ ਮਿੰਟ ਜੀ, x = 0 ਫਿਲ ਕੀਤਾ। ਹਜੇ ਆਪਣੇ ਕੋਲੇ ਇਹਦੇ ਨਾਲ ਮੇਰੇ ਕੋਲੇ ਆਪਸ਼ਨ ਨੰਬਰ C ਕੈਂਸਲ ਹੋਈ ਤੇ ਆਪਸ਼ਨ ਨੰਬਰ D ਕੈਂਸਲ ਹੋਈ। ਦੋ ਆਪਸ਼ਨਸ ਕੈਂਸਲ ਹੋਈਆਂ। ਕਲੀਅਰ ਹੈ ਜੀ। ਜੇ ਕਿਸੇ ਨੂੰ ਨਹੀਂ ਪਤਾ ਲੱਗਾ ਤਾਂ ਦੱਸ ਦਿਓ। ਹੁਣ ਨੈਕਸਟ ਆਪਾਂ ਕੀ ਚੱਲਦੇ ਆ, 1 ਕੋਲੇ ਚੱਲਦੇ ਆ। ਹਾਂਜੀ ਸਰ ਕਰ ਦੋ ਐਕਸਪਲੇਨ ਥੋੜੀ। ਸਮਝ ਨਹੀਂ ਲੱਗੀ, ਤੁਹਾਡੀ ਆਵਾਜ਼ ਨਹੀਂ ਆਈ। ਸਰ ਐਕਸਪਲੇਨ ਕਰ ਦੋ ਇੱਕ ਵਾਰ ਦੁਬਾਰਾ। ਉਹ ਕੀ ਐਕਸਪਲੇਨ ਕਰਦੀ ਹੈ, ਉਹ ਕੀ ਕਹਿੰਦਾ ਜੀ ਆਰ ਦੀ ਕਿਹੜੀ ਵੈਲਿਊ ਵਾਸਤੇ ਇਹ ਹਮੇਸ਼ਾ ਪੋਜ਼ਿਟਿਵ ਆਏਗਾ ਤੇ ਐਕਸ ਦੀਆਂ ਸਾਰੀਆਂ ਵੈਲਿਊ ਵਾਸਤੇ ਟਰੂ ਹੋਣਾ ਚਾਹੀਦਾ। ਮੈਂ ਆਰ ਨੂੰ 1 0 ਫਿਲ ਕਰ ਦਿੱਤਾ, ਆਰ ਨੂੰ 0 ਫਿਲ ਕੀਤਾ ਤਾਂ ਮੇਰੇ ਕੋਲੇ ਇਕੁਏਸ਼ਨ ਬਣ ਗਈ ਜਸਟ ਇਹ। ਤਾਂ ਹੁਣ ਐਕਸ ਦੀਆਂ ਸਾਰੀਆਂ ਵੈਲਿਊ ਵਾਸਤੇ ਇਹਨੂੰ ਪੋਜ਼ਿਟਿਵ ਬਣਨਾ ਚਾਹੀਦਾ ਨਾ। ਤੇ ਮੈਂ ਐਕਸ ਦੀ ਵੈਲਿਊ 1 ਲੈ ਕੇ ਦੇਖਿਆ, ਇਹ ਪੋਜ਼ਿਟਿਵ ਬਣਿਆ, ਇਹ ਤਾਂ ਨੈਗੇਟਿਵ ਬਣ ਗਿਆ। ਆਪਾਂ ਨੂੰ ਪੋਜ਼ਿਟਿਵ ਚਾਹੀਦਾ ਸੀਗਾ। ਫਸਟ ਆਪਸ਼ਨ ਕੈਂਸਲ ਹੋ ਗਈ। ਫਸਟ ਆਪਸ਼ਨ ਨਹੀਂ ਸੌਰੀ, ਜਿਹਦੇ ਵਿੱਚ ਆਰ ਦੀ ਵੈਲਿਊ 0 ਜਾਂ 0 ਤੋਂ ਛੋਟੀ, ਦੇਖੋ ਇਹਦੇ ਵਿੱਚ 0 ਆ ਰਿਹਾ ਨਾ, ਸੀ ਆਪਸ਼ਨ ਦੇ ਵਿੱਚ ਕੈਂਸਲ ਹੋ ਗਿਆ, ਇਹਦੇ ਚ ਵੀ 0 ਆ ਰਿਹਾ, ਇਹ ਵੀ ਕੈਂਸਲ ਹੋ ਗਿਆ। ਠੀਕ ਹੈ ਜੀ। ਹੁਣ ਮੇਰੇ ਕੋਲ ਇਹ ਟਾਈ ਰਹਿ ਗਿਆ ਆ A ਤੇ B ਦੇ ਵਿੱਚ। ਹੁਣ ਤੁਸੀਂ ਇੱਕ ਵਾਰ ਇਹਦੀ ਵੈਲਿਊ 1 ਤੋਂ ਵੱਡੀ ਫਿਲ ਕਰਨੀ ਹੈ, ਚਲੋ ਆਪਾਂ 1 ਹੀ ਫਿਲ ਕਰ ਲੈਂਦੇ ਹਾਂ। ਠੀਕ ਹੈ ਜੀ, 1 ਫਿਲ ਕਰੀਏ, ਪਰ 1 ਫਿਲ ਕਰਨ ਦਾ ਫਾਇਦਾ ਕੋਈ ਨਹੀਂਗਾ। ਓਕੇ ਜੀ, ਦੇਖੋ ਹੁਣ ਦੋਨਾਂ ਦੇ ਵਿੱਚੋਂ ਕਾਮਨ ਕੀ ਆ, r > 1 ਆ। ਇਹਦੇ ਚ ਮੇਰੇ ਕੋਲ ਕੀ ਹੈਗਾ, r ਦੀ ਵੈਲਿਊ <3 ਵਾਸਤੇ ਵੀ ਟਰੂ ਹੋਣਾ ਚਾਹੀਦਾ। ਲਓ ਜੀ, ਮੈਂ r ਦੀ ਵੈਲਿਊ <3 ਲੈ ਕੇ ਵੇਖਦਾ ਮੇਰੇ ਕੋਲ ਕਿੰਨੀ ਆ। <3 ਲੈਣ ਦਾ ਮਤਲਬ ਕੀ ਆ, ਤੁਸੀਂ r ਦੀ ਵੈਲਿਊ -4 ਫਿਲ ਕਰ ਦਿਓ ਤੇ ਦੇਖੋ ਕਿੰਨਾ ਬਣਦਾ। ਇਹਨੇ ਬਣ ਜਾਣਾ ਤੁਹਾਡੇ ਕੋਲ 16 - 1 x² + 2 × -4 - 1 x + 2। ਇਹਨੇ ਬਣ ਜਾਣਾ ਤੁਹਾਡੇ ਕੋਲ 15x²। ਇਹ ਤੁਹਾਡੇ ਕੋਲ ਕੀ ਬਣ ਗਿਆ, -10x। ਇਹ ਤੁਹਾਡੇ ਕੋਲ ਕੀ ਬਣ ਗਿਆ, 2। ਹੁਣ ਤੁਸੀਂ x ਦੀ ਜਿਹੜੀ ਮਰਜ਼ੀ ਵੈਲਿਊ ਫਿਲ ਕਰੋ ਤਾਂ ਇਹ ਤੁਹਾਡੇ ਕੋਲ ਕੀ ਆਏਗਾ, ਹਮੇਸ਼ਾ ਪੋਜ਼ਿਟਿਵ ਆਏਗਾ। ਚੈੱਕ ਕਰਕੇ ਦੇਖ ਲਓ, ਜਿਹੜੀ ਮਰਜ਼ੀ ਵੈਲਿਊ ਫਿਲ ਕਰਦੇ ਜਾਓ। ਠੀਕ ਹੈ ਜੀ, ਫਿਰ ਮੇਰਾ ਆਨਸਰ ਕਿਹੜਾ ਆ, B ਆ। A ਵੀ ਕੱਟਿਆ ਗਿਆ ਕਿਉਂਕਿ ਇਹਦੇ ਵਿੱਚ ਮੇਰੇ ਕੋਲ ਓਨਲੀ > 0 ਵਾਸਤੇ ਦਿੱਤਾ ਹੋਇਆ ਸੀ। ਠੀਕ ਹੈ ਜੀ, ਨਹੀਂ ਤਾਂ ਇੱਕ ਮੈਥਡ ਹੋਰ ਆ, ਤੁਸੀਂ ਜਸਟ ਇਹਦਾ ਡਿਸਕ੍ਰਿਮੀਨੇਟ ਦੇਖ ਲਓ, ਕਿੱਥੇ ਤੁਹਾਡੇ ਕੋਲ > 0 ਆਏਗਾ ਤਾਂ ਤੁਸੀਂ ਸੋਲਵ ਕਰੋਗੇ ਤਾਂ r ਦੀਆਂ ਤੁਹਾਡੇ ਕੋਲ 2 ਵੈਲਿਊਜ਼ ਆਉਣਗੀਆਂ। ਜੇ ਕਿਸੇ ਨੇ ਉਸ ਤਰ੍ਹਾਂ ਸੋਲਵ ਕਰਨਾ ਤਾਂ ਉਹ ਵੀ ਸੋਲਵ ਕਰ ਲਓ। ਡਿਸਕ੍ਰਿਮੀਨੇਟ ਜਿਵੇਂ ਆਪਾਂ ਸੋਲਵ ਕਰਦੇ ਨੇ b² - 4 AC ਲਗਾ ਕੇ, ਉਹਨੂੰ > 0 ਵਾਸਤੇ = ਵਾਸਤੇ ਇਹਨੂੰ ਸੋਲਵ ਕਰ ਲਓ। ਠੀਕ ਹੈ ਜੀ, ਆਪਸ਼ਨ B ਬਣ ਜਾਏਗੀ। ਅੱਗੇ ਚੱਲਦੇ ਹਾਂ ਜੀ। ਕਹਿੰਦਾ ਵਿਚ ਆਫ ਦੀ ਫੋਲੋਇੰਗ ਇਜ਼ ਇਨਕਰੈਕਟ। ਕਹਿੰਦਾ ਜਿਹੜਾ ਟ੍ਰਾਇੰਗੂਲਰ ਮੈਟ੍ਰਿਕਸ ਆ, ਓਕੇ ਜੀ, = ਦੀ ਪ੍ਰੋਡਕਟ, ਉਹਦਾ ਜਿਹੜਾ ਡਿਟਰਮੀਨੈਂਟ ਆ ਉਹ ਕਿਹਦੇ ਬਰਾਬਰ ਆਏਗਾ। ਟ੍ਰਾਇੰਗੂਲਰ ਮੈਟ੍ਰਿਕਸ ਇਸ ਤਰ੍ਹਾਂ ਦੀ ਹੁੰਦੀ ਆ, ਅਪਰ ਹੋਵੇ ਲੋਅਰ ਹੋਵੇ ਅਲੱਗ-ਅਲੱਗ। ਤਾਂ ਇਹਦਾ ਜਿਹੜਾ ਆਪਾਂ ਡਿਟਰਮੀਨੈਂਟ ਫਾਈਂਡ ਕਰਦੇ ਉਹ ਕੀ ਹੁੰਦਾ, ਜਸਟ ਮੇਰੇ ਕੋਲੇ ਡਾਇਗਨਲ ਐਲੀਮੈਂਟ ਦੀ ਪ੍ਰੋਡਕਟ ਹੁੰਦੀ ਹੈ। ਜਸਟ ਮੇਰਾ ਫਸਟ ਟਰੂ ਆ। ਸੈਕੰਡ ਮੇਰੇ ਕੋਲੇ ਕੀ ਆ, ਡਿਟਰਮੀਨੈਂਟ ਆਫ ਸਕਿਊ ਸਿਮੈਟ੍ਰਿਕ ਮੈਟ੍ਰਿਕਸ ਆਫ ਈਵਨ ਆਰਡਰ ਇਜ਼ ਨॉन ਜ਼ੀਰੋ ਪਰਫੈਕਟ ਸਕੁਅਰ। ਹਾਂਜੀ ਸਹੀ ਹੈ ਜੀ, ਨੋਟ ਕਰਿਆ ਹੋਇਆ ਆਪਾਂ ਰਿਜ਼ਲਟ। ਥਰਡ ਮੇਰੇ ਕੋਲ ਦੇਖ ਲਓ ਕੀ ਆ, ਕਹਿੰਦਾ A ਤੇ B ਦੋਨੋਂ ਸਕੁਅਰ ਮੈਟ੍ਰਿਕਸ ਆ, ਆਰਡਰ 3 ਦੀਆਂ ਤੇ ਰੈਂਕ ਵੀ 3 ਆ। ਤਾਂ AB ਦਾ ਰੈਂਕ ਤੁਹਾਡੇ ਕੋਲੇ ਕਿੰਨਾ ਹੋਏਗਾ। A ਦਾ ਵੀ ਰੈਂਕ 3 ਆ ਤੁਹਾਡੇ ਕੋਲੇ, ਲਓ ਜੀ 1 1 1, ਬਾਕੀ ਸਾਰੀਆਂ 0, ਰੈਂਕ 3 ਬਣ ਗਿਆ। ਸਿੰਪਲ ਜਿਹਾ ਫੰਡਾ। B ਮੇਰੇ ਕੋਲੇ ਸੇਮ ਮੈਟ੍ਰਿਕਸ ਲੈ ਲੈਣਾ, ਜਦੋਂ ਦੋਨਾਂ ਨੂੰ ਮਲਟੀਪਲਾਈ ਕਰਾਂਗੇ ਤਾਂ ਦੇਖੋ ਤੁਹਾਡੇ ਕੋਲੇ ਕੀ ਬਣ ਗਿਆ, ਸੇਮ ਬਣ ਜਾਏਗਾ ਨਾ।
1 1 1 0 0 0 0 ਰੈਂਕ 3 ਆ ਗਿਆ। ਨਹੀਂ ਤਾਂ ਆਪਾਂ ਕਿਵੇਂ ਮਲਟੀਪਲਾਈ ਰੈਂਕ ਚੈੱਕ ਕਰਦੇ ਹੁੰਦੇ ਜੀ ਮਲਟੀਪਲਾਈ ਦੇ ਵਿੱਚ ਮਿਨੀਮਮ ਹੁੰਦਾ ਸੀ ਮੇਰੇ ਕੋਲੇ ਰੈਂਕ A ਤੇ ਰੈਂਕ B ਦੇ ਵਿੱਚੋਂ। ਹੁਣ ਦੋਨਾਂ ਦਾ ਰੈਂਕ ਬਰਾਬਰ ਆ 3 ਜਾਂ 3 ਤੋਂ ਛੋਟਾ ਹੋਣਾ ਚਾਹੀਦਾ ਤੇ ਇਧਰੋਂ ਵੀ ਮੇਰੇ ਕੋਲੇ ਕੀ ਹੋ ਜਾਏਗਾ ਇਹ 3 ਤੋਂ ਵੱਡਾ, ਯਾਨੀ ਕਿ ਦੋਨੋਂ ਬੰਨੇ ਮੇਰੇ ਕੋਲੇ ਇੱਕ ਰਿਜ਼ਲਟ ਇਧਰ ਹੋਰ ਵੀ ਹੁੰਦਾ ਉਹਦੀ ਜ਼ਰੂਰਤ ਨਹੀਂ ਤਾਂ ਮੇਰੇ ਕੋਲੇ ਕੀ ਬਣ ਜਾਂਦਾ 3 ਹੀ ਬਣੇਗਾ। ਬਸ ਤੁਸੀਂ ਬਾਈ ਐਗਜ਼ਾਮਪਲ ਕਰੋ ਤਾਂ ਜ਼ਿਆਦਾ ਬੈਟਰ ਰਹਿੰਦਾ। ਠੀਕ ਹੈ ਜੀ, ਆਪਾਂ ਨੂੰ ਮੈਥਡ ਯਾਦ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਦੇਖੋ 3 ਆਪਸ਼ਨਸ ਮੇਰੀਆਂ ਠੀਕ ਹੋਊਗਾ ਤਾਂ ਮੇਰੇ ਕੋਲੇ 4th ਆਪਸ਼ਨ ਆਪਣੇ ਆਪ ਇਨਕਰੈਕਟ ਹੋ ਗਈ। ਠੀਕ ਹੈ, 4th ਆਪਸ਼ਨ ਆਪਣੇ ਆਪ ਮੇਰੇ ਕੋਲੇ ਇਨਕਰੈਕਟ ਹੋ ਜਾਊਗੀ। ਠੀਕ ਹੈ, ਜ਼ਰੂਰੀ ਨਹੀਂਗਾ ਮੇਰੇ ਕੋਲੇ AB ਤੇ AC ਦੀ ਜਿਹੜੀ ਪ੍ਰੋਡਕਟ ਆ 0 ਹੋਵੇ ਔਰ ਸੌਰੀ ਬਰਾਬਰ ਹੋਵੇ ਤੇ ਫਿਰ B ਤੇ C ਮੇਰੇ ਕੋਲੇ ਬਰਾਬਰ ਹੋ। ठीक है, हमेशा जरूरी नहीं गा। चलिए आगे। हाँ जी, ये क्या है कहना मेरे को B एडजॉइंट आ A दा एडजॉइंट A दा। तो देखो जी हुण B दा मेरे को की दिता होया डिटरमिनेंट दिता होया, यानी कि B डिटरमिनेंट मेरे को की होएगा एडजॉइंट दा डिटरमिनेंट। एडजॉइंट दा डिटरमिनेंट मतलब n-1 दा डिटरमिनेंट। लो जी ये मेरे को 64 गिवन आ, ये डिटरमिनेंट आ। n मेरे को हुंदा है ऑर्डर 3 - 1 ਤਾਂ A डिटरमिनेंट ਦੀ ਵੈਲਿਊ ਕਿੰਨੀ ਆ ਗਈ ਮੇਰੇ ਕੋਲੇ +-8 ਆਨਸਰ। क्लियर है जी। नेक्स्ट देख लो जी। हाँ जी, ये अपने को की आ एक स्टेटमेंट ही आ कदों मेरे को की हुंदा आ इनकंसिस्टेंट हुंदा जदों मेरे को डिटरमिनेंट A भी 0 हो जाए एंड A एडजॉइंट A इनटू डॉट B भी 0 हो जाए। ठीक है जी, अगर देखो डिटरमिनेंट A नॉन जीरो आ जाए तो मेरे को हमेशा सोल्यूशन एग्जिस्ट करता है। ठीक है जी, नैक्सट चलते हैं जी। आंसर मेरा एक B आ, जस्ट एक मेरे को रिजल्ट है। रिजल्ट आगे देख लो जी। इनकरैक्ट पूछा गया है। हाँ जी, केड़ा कहता एवरी स्केयर मैट्रिक्स सैटिस्फाइड इट्स करैक्टरिस्टिक इक्वेशन कैले एलिमेंटल थ्योरम। कैले थ्योरम भी कह दें आप, ट्रू है जी। बी ऑप्शन द आइगन वैल्यू ऑफ ट्रायंगुलर मैट्रिक्स डायगोनल एलिमेंट होंदे ने। हाँ जी सही गल है जी। all the eigenvalue of independent matrix are 0। independent matrix की होंदी है A square is equal to A। लो जी मैं A की ले लेना तो मेरे को केड़ियां इहदी आइगन वैल्यू आंगा 1 1 आंगा। 0 तक हमेशा नहीं ना 0 होइयां तो मेरे को ऑप्शन नंबर C खत्म होगी। D देख लो जी, आइगन वैल्यू मेरे को ऑर्थोगोनल मैट्रिक्स की आ। ऑर्थोगोनल मैट्रिक्स दी केड़ियां होंगियां +-1 होणगियां। तो देखो एक लैम्डा है तो दूसरी अगर मैं 1/λ भी लिखदा तो उन्होंने कोई फर्क नहीं पएगा, वो मेरा आंसर आ जाएगा। तो डी भी मेरे को हाँ जी। नैक्सट देख लो जी, सिग्नेचर की होंदा मेरे को नंबर ऑफ पॉजिटिव आइगन वैल्यू। एन की नो डिनोट करदा अपने को रैंक नो डिनोट करदा। हुण की कहंदा मेरे को पॉजिटिव डेफिनेट। पॉजिटिव डेफिनेट का मतलब की होंदा मेरे को सारियां आइगन वैल्यूज की होण मेरे को। हाँ जी, पॉजिटिव डेफिनेट ऑल आइगन वैल्यू पॉजिटिव होण। तो देखो हुण मेरे को रैंक ते फिर मेरे को एस ते एन दोनों बराबर होणगे ते रैंक भी किहदे बराबर हो गया फिर मेरे को एन दे बराबर हो गया, क्योंकि अगर रैंक मेरे को की हो गया लेस देन एन हो गया तो फिर मेरे को एक आइगन वैल्यू 0 आ जाएगी। तो मतलब ये भी मेरे को पॉसिबल है नहीं गा। तो मेरे को की है फिर ऑप्शन ओनली सी पॉसिबल है। क्लियर है? ठीक है, ये रैंक कदे ग्रेटर हो नहीं सकता एन तो मेरे को ऑप्शन नंबर सी पॉसिबल है ओनली। हाँ जी, कहना विच ऑफ द फॉलोइंग स्टेटमेंट इज करेक्ट। हाँ जी, करेक्ट केड़ी है मेरे को ओनली ये एवरी इनर प्रोडक्ट स्पेस इज ए मैट्रिक्स स्पेस, बाकी सारियां ये गलत ने।
ठीक है जी, नोट कर लो, बाकी 3 एज ए रिजल्ट नोट कर लो, सेकंड मेरा आंसर स्टेटमेंट आई जस्ट। जी नेक्स्ट जी, स्ट्रेट लाइन ਜਿਹੜੇ ਮੇਰੇ ਕੋਲ 2 ਪੁਆਇੰਟਸ ਚੋਂ ਪਾਸ ਕਰ ਰਹੀ ਆ, ਦੋਨੋਂ ਪੁਆਇੰਟਸ ਮੇਰੇ ਕੋਲ ਕੀ, ਇੱਕ ਤਾਂ 4 -5 ਆ, ਤੇ ਇੱਕ ਮੇਰੇ ਕੋਲ -2 ਆ। ਇਹਨਾਂ ਦੋਵਾਂ ਦਾ ਮਿਡ ਪੁਆਇੰਟ ਮੇਰੇ ਕੋਲ ਕਿੰਨਾ ਬਣੇਗਾ, ਦੋਨਾਂ ਨੂੰ ਮਿਡ ਪੁਆਇੰਟ ਫਾਰਮੂਲਾ ਯਾਦ ਆ ਜੀ, 4 - 2/2 ਸੈਕੰਡ ਬਣ ਜਾਣਾ ਜੀ ਮੇਰੇ ਕੋਲ -5 + 9 / 2, ਤਾਂ ਮੇਰੇ ਕੋਲ 1 ਇਧਰ ਤੁਹਾਡੇ ਕੋਲ 2 ਬਣ ਜਾਏਗਾ। ਇਹ ਮੇਰਾ ਮਿਡ ਪੁਆਇੰਟ ਬਣ ਗਿਆ ਜੀ। ਇੱਕ ਪੁਆਇੰਟ ਮੇਰੇ ਕੋਲ ਇੱਥੇ ਆ, ਕੋਈ ਕੀ ਬਣ ਜਾਏਗਾ ਜੀ, ਦੇਖੋ ਇਹ ਹੈਗਾ ਮੇਰੇ ਕੋਲ -36 ਤੇ ਕਹਿੰਦਾ ਮੇਰੇ ਕੋਲ ਇਨਕਲਾਈਨੇਸ਼ਨ ਮਤਲਬ ਇਹਦੀ ਸਲੋਪ ਪਤਾ ਕਰਨੀ ਹੈ। ਠੀਕ ਹੈ, ਸਲੋਪ ਮਤਲਬ ਇਹਦਾ ਐਂਗਲ ਫਾਈਂਡ ਕਰਨਾ ਵੀ ਇਹ ਐਕਸ ਐਕਸਿਸ ਦੇ ਕਿੰਨੇ ਐਂਗਲ ਤੇ ਬਣਾ ਕੇ ਜਾਂਦੀ ਪਈ ਆ। ਇਨਕਲਾਈਨੇਸ਼ਨ ਮੀਨਸ ਐਕਸ ਐਕਸਿਸ ਦੇ ਨਾਲ ਆਪਾਂ ਇਹਦਾ ਐਂਗਲ ਫਾਈਂਡ ਕਰਨਾ, ਤਾਂ ਸਲੋਪ ਹੀ ਫਾਈਂਡ ਕਰਾਂਗੇ ਪਹਿਲਾਂ ਆਪਾਂ। ਲਓ ਜੀ, ਮੈਂ m ਫਾਈਂਡ ਕਰਨ ਲੱਗਾ ਜੀ, 6 - 2 ਤੇ -3 - 1, ਤੁਹਾਡੇ ਕੋਲ ਕਿੰਨਾ ਬਣ ਜਾਣਾ -1। ਤਾਂ m ਮੇਰੇ ਕੋਲ ਕਿਹਦੇ ਬਰਾਬਰ ਹੁੰਦਾ, tan ਥੀਟਾ ਦੇ ਜੀ। ਹੁਣ ਮੇਰੇ ਕੋਲ ਕੀ ਬਣ ਗਿਆ, -1 = tan ਥੀਟਾ, ਥੀਟਾ ਦੀ ਵੈਲਿਊ ਤੁਹਾਡੇ ਕੋਲ ਆ ਗਈ tan -1। ਹਾਂਜੀ, -1 ਮੀਨ ਮਾਈਨਸ ਬਾਹਰ ਕੱਢ ਲਓ, tan 1 ਤੇ ਕਿੱਥੇ ਬਣ ਗਿਆ ਮੇਰੇ ਕੋਲੇ -π/4। ਹੁਣ ਦੇਖੋ ਤੁਹਾਡੇ ਕੋਲੇ ਕਿਤੇ ਵੀ ਨੈਗੇਟਿਵ ਨਹੀਂ ਆ ਰਿਹਾ, -π/4 ਦਾ ਮਤਲਬ ਕੀ ਹੈ, ਜਾਂ ਤਾਂ ਇੱਥੇ ਹੋਏਗਾ ਜਾਂ ਇੱਥੇ ਹੋਏਗਾ। ਹੁਣ ਇੱਥੇ ਹੋਏਗਾ, ਇੱਥੇ ਮੇਰੇ ਕੋਲ ਐਂਗਲ ਕਿੰਨਾ ਹੋ ਜਾਏਗਾ, π - ਸੈਕੰਡ ਕੁਆਡਰੈਂਟ ਚ ਆ ਗਿਆ ਜੀ ਥੀਟਾ, ਤਾਂ ਮੇਰੇ ਕੋਲ ਆਂਸਰ ਕਿੰਨਾ ਆ ਜਾਏਗਾ 3π/4। एक मिनट, 3π/4 145। ओके, क्लियर है जी। आंसर इज ए। की फाइंड करना ਆਪਾਂ, एक लाइन गिवन वो एक्सिस ਨੂੰ कट करदी आ, इन सेंटर फाइंड करना जी। एक्स एक्सिस ਨੂੰ कट करदी ਆਪਾਂ ਕਿਵੇਂ फाइंड करांगे, x/8 बन जाएगा, y/6 बन जाएगा, दिस इज इक्वल टू 1। 24 ने डिवाइड कर दिता, ये पॉइंट बन गया मेरे को 0,6, ये बन गया मेरे को 0,8, ये बन गया मेरे को 0,0। ਹੁਣ ਇਨ ਸੈਂਟਰ ਕਿਵੇਂ ਫਾਈਂਡ ਕਰੀਦਾ, ਪਹਿਲਾਂ ਤਾਂ ਆਪਾਂ ਨੂੰ ਤਿੰਨਾਂ ਦੀ ਲੈਂਥ ਪਤਾ ਹੋਣੀ ਚਾਹੀਦੀ। ਇਹਨੂੰ ਮੈਂ A ਕਹਿ ਦਿੰਦਾ, ਇਹਨੂੰ O ਕਹਿ ਦਿੰਦਾ, ਇਹਨੂੰ ਮੈਂ B ਕਹਿ ਦਿੰਦਾ। ਜੇ ਲੈਂਥ ਫਾਈਂਡ ਕਰਾਂਗੇ ਤਾਂ ਡਾਇਰੈਕਟ ਮੇਰੇ ਕੋਲ 8 ਆ ਜਾਏਗੀ, ਇਹਨਾਂ ਦੋਨੋਂ ਨੂੰ ਚੈੱਕ ਕਰਾਂਗੇ 10 ਹਾਈਪੋਟੇਨਿਊਜ਼ ਤੇ ਇਹ ਮੇਰੇ ਕੋਲ 6 ਆ ਜਾਏਗਾ। ਹਾਂਜੀ, ਇਨ ਸੈਂਟਰ x ਦਾ ਕੋਆਰਡੀਨੇਟ ਫਾਈਂਡ ਕਰਨਾ, y ਦਾ ਕੋਆਰਡੀਨੇਟ। ਮੈਂ ਸਿੰਪਲ ਮੈਥਡ ਹੀ ਤੁਹਾਨੂੰ ਸਮਝਾ ਦੇਣ ਲੱਗਾ, ਜ਼ਿਆਦਾ ਨਹੀਂ। ਪਹਿਲਾਂ ਇਹਨੂੰ ਆਪਾਂ ਕਵਾਂਗੇ x1 x2, ਓਕੇ ਜੀ, ਇੱਥੇ ਗੜਬੜ ਹੋ ਗਈ ਹੈ, ਇਹ ਬਣਨਾ 80। ਠੀਕ ਹੈ, ਇਹ ਬਣ ਗਿਆ ਮੇਰੇ ਕੋਲ x2। ਹੁਣ ਆਪਾਂ x1 ਨੂੰ ਉਠਾਉਣਾ, ਇਹਦੇ ਸਾਹਮਣੇ ਹੁੰਦੀ ਆ ਮੇਰੇ ਕੋਲ a, ਇਹਦੇ ਸਾਹਮਣੇ ਹੁੰਦਾ ਮੇਰੇ ਕੋਲ b ਕਹਿ ਦਿਓ, ਇਹਦੇ ਇੱਕ ਮਿੰਟ ਜੀ, ਇਹਦੇ ਸਾਹਮਣੇ a, b ਦੇ ਸਾਹਮਣੇ b, ਇਹਨੂੰ ਆਪਾਂ c ਨਾਮ ਦੇ ਦਿੰਦੇ ਆ ਤਾਂ ਕਿ ਜ਼ਿਆਦਾ ਸੈਟ ਰਵੇ। ਆ b ਆ, ਇਹਦੇ ਸਾਹਮਣੇ ਮੇਰੇ ਕੋਲ b, ਆ c ਆ, ਇਹਦੇ ਸਾਹਮਣੇ ਮੇਰੇ ਕੋਲ c, ਸਮਾਲ c। x1 ਨੂੰ ਮਲਟੀਪਲਾਈ ਕਰ ਦੇਣਾ ਇਹਦੇ ਸਾਹਮਣੇ ਵਾਲੇ ਨਾਲ, ਲਓ ਜੀ 0 × 8। x3 ਨੂੰ ਸਮ ਮਲਟੀਪਲਾਈ ਕਰ ਦੇਣਾ ਇਹਦੇ ਸਾਹਮਣੇ ਵਾਲੇ ਨਾਲ, ਪਲੱਸ 0 × 10। ਤੇ ਰਹਿ ਗਿਆ ਮੇਰੇ ਕੋਲ ਇਕੱਲਾ x2, ਇਹਨੂੰ ਇਧਰ ਮਲਟੀਪਲਾਈ ਕਰ ਦਿਓ 0, ਸੌਰੀ ਕਿੰਨਾ ਜੀ, 8 × 6 ਡਿਵਾਈਡਡ ਬਾਏ a + b + c, 8 + 6 + 10। ਸਿਮਿਲਰ ਤੁਸੀਂ ਦੂਸਰਾ ਚੈੱਕ ਕਰੋਗੇ, ਉਹ ਵੀ ਬਿਲਕੁਲ ਸੇਮ ਆਏਗਾ 48/24। ਤਾਂ ਤੁਹਾਡੇ ਕੋਲ ਕਿਹੜਾ ਆਂਸਰ ਆ ਜਾਏਗਾ 2,2। क्लियर है, किसी को नहीं पता लगा ਦੱਸ ਦਿਓ। सर कितने रह गए, सब में जल्दी रह गई सर, सर समझ ही नहीं। हाँ जी, सर सम कितने रह गए हो। तो क्लियर है जी, ਮੈਨੂੰ ਆਵਾਜ਼ ਤੁਹਾਡੀ ਬਹੁਤ ਘੱਟ ਆਈ ਹੈ।
हाँ जी सर क्लियर है। ओके जी, नेक्स्ट देखो जी, एंगल फाइंड करना, एंगल बिटवीन ਇਹ ਕੀ ਹੈ ਮੇਰੇ ਕੋਲ ਲਾਈਨਸ ਕਿਹੜੀਆਂ ਪੇਅਰ ਆਫ ਸਟ੍ਰੇਟ ਲਾਈਨਸ ਦਿੱਤੀਆਂ ਹੋਈਆਂ। ਹਾਂਜੀ ਪੇਅਰ ਆਫ ਸਟ੍ਰੇਟ ਲਾਈਨ ਦਾ ਐਂਗਲ ਯਾਦ ਹੈ ਜੀ, ਯਾਦ ਆ ਤਾਂ ਫਾਰਮੂਲਾ ਲਿਖ ਲਓ ਤੇ ਫਟਾਫਟ ਆਪਾਂ ਇਹਨੂੰ ਸੋਲਵ ਕਰ ਦਈਏ। ਲਓ ਜੀ ਮੈਂ ਫਾਰਮੂਲਾ ਤੁਹਾਨੂੰ ਫਿਰ ਵੀ ਲਿਖ ਦਿੰਦਾ। ਅਗਰ ਤੁਹਾਡੇ ਕੋਲ ਇਕੁਏਸ਼ਨ ਹੋਵੇ ax² plus 2hxy plus by² is equal to 0 ਤਾਂ ਮੇਰੇ ਕੋਲ tan ਥੀਟਾ ਕਿਹਦੇ ਬਰਾਬਰ ਹੋਏਗਾ, tan ਥੀਟਾ is equal to 2 times h² minus ab divided by a plus just values fill ਕਰ ਰਹੀਆਂ ਹੁਣ ਇਹ ਤੋਂ ਮਿਲਾ ਕੇ a ਦੀ ਵੈਲਿਊ 1 h ਦੀ ਵੈਲਿਊ 2 ਕੰਪੇਅਰ ਕਰਕੇ ਐਂਡ b ਦੀ ਵੈਲਿਊ 1 ਤਾਂ ਫਿਲ ਕਰੋ। tan ਥੀਟਾ ਆ ਗਿਆ ਤੁਹਾਡੇ ਕੋਲ 2 into 4 minus 1 upon 2 कैंसल कर देता है 2 ਨਾਲ 2 ਤਾਂ ਥੀਟਾ ਤੁਹਾਡੇ ਕੋਲ ਕਿੰਨਾ ਆ ਗਿਆ tan ਇਨਵਰਸ √3। ਹਾਂਜੀ √3 ਕਿੱਥੇ ਹੁੰਦਾ ਮੇਰੇ ਕੋਲ 60 ਡਿਗਰੀ ਦਾ ਆਨਸਰ ਮੇਰੇ ਕੋਲ ਕਿਹੜਾ ਆ ਗਿਆ ਸੀ। ਨੈਕਸਟ ਸਰਕਮ ਸੈਂਟਰ ਫਾਈਂਡ ਕਰਨਾ ਜੀ ਆਪਾਂ। ਪਹਿਲਾਂ ਤਾਂ ਪੁਆਇੰਟ ਡਰਾ ਕਰਦੇ ਆ ਆਪਣੇ ਕੋਲ ਟ੍ਰਾਇੰਗਲ ਕਿਹੜੀ ਬਣਦੀ ਆ ਦੇਖੋ 0 0 ਹੋ ਗਿਆ। ਸੈਕੰਡ ਪੁਆਇੰਟ ਹੈਗਾ ਮੇਰੇ ਕੋਲ 3 0 ਇਹ ਮੇਰੇ ਕੋਲ ਕਿੰਨਾ ਆ 0 ਤਾਂ ਦੇਖੋ ਜੀ ਜਦੋਂ ਮੈਂ ਇਹਨਾਂ ਸਾਰਿਆਂ ਨੂੰ ਮਿਲਾਇਆ ਕਿਹੜੀ ਟ੍ਰਾਇੰਗਲ ਬਣੀ ਤੁਹਾਡੇ ਕੋਲ ਰਾਈਟ ਐਂਗਲ ਟ੍ਰਾਇੰਗਲ। ਰਾਈਟ ਐਂਗਲ ਟ੍ਰਾਇੰਗਲ ਦਾ ਆਪਣੇ ਕੋਲੇ ਸਰਕਮ ਸੈਂਟਰ ਕਿੱਥੇ ਹੁੰਦਾ, ਹਾਂਜੀ ਰਾਈਟ ਐਂਗਲ ਟ੍ਰਾਇੰਗਲ ਦਾ ਸਰਕਮ ਸੈਂਟਰ ਆ ਗਿਆ ਯਾਦ ਜੀ। ਮਿਡ ਪੁਆਇੰਟ ਆਫ ਹਾਈਪੋਟੇन्यूज, ठीक है मिड पॉइंट ऑफ हाइपोटेन्यूज। तो देखो ਇਹਦਾ मिड पॉइंट कितना बनेगा 3/2 ਤੇ 2 आंसर मेरा कितना बनना ਇਹਦਾ 3/2। ਹਾਂਜੀ ਆਪਸ਼ਨ ਦੇ ਵਿੱਚ ਇੱਥੇ 2 ਲਿਖਣ ਦਾ ਗੜਬੜ ਕਰ ਗਿਆ 2 ਹੈ ਨਹੀਂਗਾ ਇਹਦੇ ਚ। ਠੀਕ ਹੈ ਜੀ ਸਰਕਮ ਸੈਂਟਰ ਦਾ ਮਤਲਬ ਕੀ ਹੁੰਦਾ ਮੈਂ ਇਸੇ ਪੁਆਇੰਟ ਰੱਖਾਂ ਤੇ ਇਹਨੂੰ ਮੈਂ ਇਸ ਤਰ੍ਹਾਂ ਘੁਮਾ ਦਾਂ ਇਹ ਤਿੰਨਾਂ ਪੁਆਇੰਟਸ ਦੇ ਵਿੱਚੋਂ ਪਾਸ ਕਰ ਜੇ ਇਸ ਤਰ੍ਹਾਂ ਦਾ ਸਰਕਲ ਇੱਕ ਐਗਜ਼ੈਕਟ ਹੁਣ ਡਾਇਗਰਾਮ ਨਹੀਂ ਬਣੀ ਕਿਉਂਕਿ ਆਪਾਂ ਹੱਥ ਨਾਲ ਬਣਾਇਆ। ਠੀਕ ਹੈ ਹੁਣ ਦੇਖੋ ਇਹਦਾ ਇਸ ਪੁਆਇੰਟ ਦੇ ਉੱਪਰੋਂ ਵੀ ਆਪਾਂ ਡਿਸਟੈਂਸ ਚੈੱਕ ਕਰ ਲਓ ਬਰਾਬਰ ਆਏਗਾ, ਇਧਰੋਂ ਵੀ ਚੈੱਕ ਕਰ ਲਓ ਤੁਹਾਡੇ ਕੋਲੇ ਬਰਾਬਰ ਆਏਗਾ, ਇਧਰੋਂ ਵੀ ਚੈੱਕ ਕਰ ਲਓ ਬਰਾਬਰ ਆਏਗਾ। ਠੀਕ ਹੈ ਜੀ ਜੇਕਰ ਆਪਾਂ ਇਹ ਕਰਦੇ ਹਾਂ ਇਹ ਤਾਂ ਆਪਣੇ ਕੋਲੇ ਹਾਈਪੋਟੇन्यूज ਦੇ ਉੱਪਰ ਆਉਂਦਾ ਹੀ ਨਹੀਂਗਾ ਪੁਆਇੰਟ। क्लियर हाँ जी सर। ओके ठीक है जी ये भी आई होप जो नेक्स्ट आंसर की आउणगियां स्टार लगा होएगा। हाँ जी कादी क्वेश्चन सी ये सर हाँ जी 117 ते पहुंचे 33 ट्राई करते हैं जिन्ने हो सकते हैं बाकी आप मॉर्निंग कर लांगे 130 तक कर दिए। सर मैं कल ही रह गई सर चल गए सारे जाने। ओके जी फिर 120 तक कर दिए 2 और कर दिए फिर बाकी कल। ओके सर। ओके जी कादी इक्वेशन है मेरे को इक्वेशन ऑफ पैराबोला रिप्रेजेंट किहनू कर दित्ती है। हाँ जी ठीक है जी आंसर सी सीगा। हाँ जी मेरे को की दिता होया फोकस दिता होया फोकस कितने होएगा मेरे को इस पॉइंट 30 इक्वेशन ऑफ डायरेक्ट्रिक्स दी हुई है ये मेरे को होगी x इज इक्वल टू -3। लो जी कहना मैं इक्वेशन ऑफ हाइप कादी पैराबोला दी पता करो कि इंडिया मेरे को y² इज इक्वल टू 4ax ये मेरे को इथों a बन गया a0 होंदा तो मेरे को डायरेक्ट आंसर कितना आ गया 12x आंसर सी। हाँ जी रेडियस फाइंड करना आप रेडियस ऑफ सर्कल पासिंग थ्रू द फोकस ऑफ द एलिप्स पहला आप एलिप्स का फोकस बना लेने हैं कितना बनता चेक करो जरा। इस तरह फोकस होना मेरे को सी प्लस माइनस C0 तो सी की वैल्यू आप किवें फाइंड करते होंदे सी रूट हायर वैल्यू 16 माइनस लोअर वैल्यू तो सी की वैल्यू आ गई मेरे को √7 तो मतलब मेरे को ये वाला पॉइंट कितना आ गया -√70
ਇਹ ਵਾਲਾ ਮੇਰੇ ਕੋਲੇ ਕਿੰਨਾ ਆ ਗਿਆ 70 ਤੇ ਕਿਹੜੇ ਸੈਂਟਰ ਕਿੱਥੇ ਮੇਰੇ ਕੋਲੇ 03 ਤੁਸੀਂ ਰੇਡੀਅਸ ਫਾਈਂਡ ਕਰਨਾ ਤੇ ਰੇਡੀਅਸ ਕਿਵੇਂ ਫਾਈਂਡ ਕਰਾਂਗੇ ਇਹਨਾਂ ਦੋਵਾਂ ਦਾ ਡਿਸਟੈਂਸ ਜਿਹੜਾ ਮਰਜ਼ੀ ਪੁਆਇੰਟ ਤੋਂ ਡਿਸਟੈਂਸ ਚੈੱਕ ਕਰ ਦਿਓ ਤਾਂ ਰੇਡੀਅਸ ਮੇਰੇ ਕੋਲੇ ਕਿੰਨਾ ਬਣਿਆ ਹਾਂਜੀ √7 ਦਾ ਸਕੁਅਰ ਹੋ ਗਿਆ ਪਲੱਸ 3 ਦਾ ਸਕੁਅਰ ਹੋ ਗਿਆ ਤਾਂ ਮੇਰੇ ਕੋਲੇ ਕਿੰਨਾ ਬਚਣਾ 16 ਤਾਂ ਆਨਸਰ ਮੇਰਾ ਆ ਗਿਆ 4 ਨੈਕਸਟ ਚੈੱਕ ਕਰ ਲਓ ਜੀ ਡਿਸਟੈਂਸ ਬਿਟਵੀਨ ਫੋਕਸ ਦਿੱਤਾ ਹੋਇਆ ਯਾਨੀ ਕਿ ਤੁਹਾਡੇ ਕੋਲੇ ਕੀ ਗਿਵਨ ਆ 2AE ਕਿੰਨੀ ਵੈਲਿਊ ਆ ਦੀ 8 ਸੈਂਟਰੀਸਿਟੀ ਤੁਹਾਨੂੰ ਦਿੱਤੀ ਹੋਈ ਆ ਰੂਟ ਆਨਸਰ ਫਾਈਂਡ ਕਰਨਾ ਹੈ ਹਾਂਜੀ ਕੁੱਲ ਮਿਲਾ ਕੇ ਤੁਸੀਂ ਧਿਆਨ ਨਾਲ ਦੇਖੋ ਜਾਂ ਤਾਂ ਇਹਨੂੰ ਬਾਈ ਆਪਸ਼ਨ ਕਰ ਲਓ ਜਾਂ ਆਪਾਂ ਇਹਨੂੰ ਸੋਲਵ ਕਰ ਲਈਏ ਜਿੱਦਾਂ ਮਰਜ਼ੀ ਕਰ ਲਓ सर हो जाएगा ਲਓ ਜੀ ਓਕੇ ਜੀ ਮੈਂ ਕੰਪਲੀਟ ਕਰਦਾ ਜੀ ਲਾਸਟ ਹੀ ਆ ਬਸ ਇਹ ਬਣ ਗਿਆ 4AE ਦੀ ਵੈਲਿਊ ਠੀਕ ਹੈ ਜੀ ਜਾਂ ਇੱਧਰ ਆ ਜਾਓ ਜੀ ਹੁਣ ਐਸੈਂਟ੍ਰਿਸਿਟੀ ਦੀ ਵੈਲਿਊ ਫਿਲ ਕਰ ਦਿੰਦੇ ਆ ਐਸੈਂਟ੍ਰਿਸਿਟੀ ਕਿੰਨੀ ਬਣ ਗਈ ਮੇਰੇ ਕੋਲ ਇੱਥੇ √2 ਗਿਵਨ 4 ਤਾਂ A ਦੀ ਵੈਲਿਊ ਕਿੰਨੀ ਬਣ ਗਈ 4/√2 ਇਹਨੂੰ ਮੈਂ √2 ਨਾਲ ਮਲਟੀਪਲਾਈ ਕਰ ਦਿੱਤਾ ਇਹਨੂੰ ਵੀ √2 ਨਾਲ ਮਲਟੀਪਲਾਈ ਕਰ ਦਿੱਤਾ ਤਾਂ ਮੇਰੇ ਕੋਲ ਕਿੰਨਾ ਰਹਿ ਗਿਆ ਉੱਪਰ ਜਸਟ 2√2 ਹੁਣ A ਸਕੁਅਰ ਚਾਹੀਦਾ ਮੈਨੂੰ A ਸਕੁਅਰ ਕਿੰਨਾ ਬਣ ਗਿਆ 8 ਬਣ ਗਿਆ ਹੁਣ ਇਹ ਜੋ ਮੇਰੇ ਕੋਲੇ A ਸਕੁਅਰ ਆਏਗਾ ਸੇਮ ਮੇਰੇ ਕੋਲੇ B ਸਕੁਅਰ ਆਏਗਾ ਕਿਉਂਕਿ ਦੇਖੋ ਇੱਥੇ ਮੈਨੂੰ ਪਤਾ ਲੱਗਦਾ ਪਿਆ ਨਾ ਆਪਸ਼ਨ ਤੋਂ ਸੋਲਵ ਕਰੋਗੇ ਤਾਂ ਦੇਖੋ C ਮੇਰੇ ਕੋਲੇ ਕੀ ਹੁੰਦਾ ਸੀਗਾ ਇੱਥੇ ਐਸੈਂਟ੍ਰਿਸਿਟੀ ਤੋਂ ਸੋਲਵ ਕਰ ਲਓ ਜਿਵੇਂ ਮਰਜ਼ੀ ਠੀਕ ਹੈ ਤਾਂ B ਸਕੁਅਰ ਦੀ ਵੈਲਿਊ ਮੇਰੇ ਕੋਲੇ ਕਿੰਨੀ ਆ ਜਾਏਗੀ 8 ਆ ਜਾਏਗੀ ਕਲੀਅਰ ਹੈ हाँ ਤਾਂ जी सर ਮੇਰੇ ਕੋਲੇ ਇਕੁਏਸ਼ਨ ਆਫ ਹਾਈਪਰਬੋਲਾ ਕੀ ਬਣ ਜਾਏਗੀ x - y 8 ਤਾਂ ਆਨਸਰ ਮੇਰਾ ਕਿਹੜਾ ਬਣ ਗਿਆ ਜਸਟ A ਠੀਕ ਹੈ ਜੀ ਬਾਕੀ ਆਪਾਂ ਫਿਰ ਮਾਰਨਿੰਗ ਕਰ ਲਾਂਗੇ 30 ਕੁਐਸਚਨ ਤੇ ਨਾਲ ਆਪਾਂ ਪੇਪਰ ਜਿਹੜਾ 2016 ਜਾਂ 17 ਵਾਲਾ ਜਿਹੜਾ ਵੀ ਆਪਣੇ ਕੋਲੇ ਇੱਕ ਪੇਪਰ ਹੋਇਆ ਉਹ ਆਪਾਂ ਕੰਪਲੀਟ ਕਰ ਦਾਂਗੇ ਕਿਉਂਕਿ 100 ਕੁਐਸਚਨ ਆਪਣੇ 2 ਘੰਟੇ 'ਚ ਹੋ ਜਾਣਗੇ ਸਰ ਤੁਸੀਂ ਨਾ ਇੱਕ ਇੰਟੈਗਰਲ ਦੇ ਨਾ ਕਾਫੀ ਸਮ ਕਰਵਾਏ ਹੋਏ ਐਕਸਟਰਾ ਲਾਸਟ ਤੇ ਜਿਵੇਂ ਇੰਟੈਗਰਲ 1/a + b cos θ ਹਾਂਜੀ ਹਾਂਜੀ ਸਰ ਉਹ ਕਰਨੇ ਫਿਰ ਪੇਪਰ ਵਾਸਤੇ ਜਿਹੜੇ ਸਿੰਪਲ ਆ ਉਹ ਕਰਨੇ ਆ ਜਿਹੜੇ